ਸਿੱਖ ਚੈਨਲ ਵੈਨਕੂਵਰ ਤੋਂ ਪ੍ਰੋਗਰਾਮ ਸਨਮੁਖ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਸਾਹਿਬੇ ਕਮਾਲ ਵੱਲੋਂ ਬਖਸ਼ੀ ਫਤਿਹ ਕਰੋ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣਾ ਵਫਦ ਲੈ ਕੇ ਭਾਰਤ ਦੀ ਫੇਰੀ ਦੇ ਉੱਤੇ ਤਕਰੀਬਨ 1 ਹਫ਼ਤੇ ਲਈ ਗਏ ਸਨ ਔਰ ਜਿਉਂ ਹੀ ਉੱਥੇ ਪਹੁੰਚੇ ਉਹਨਾਂ ਦੀ ਫੇਰੀ ਤੋਂ ਬਾਅਦ ਬਹੁਤ ਜ਼ਿਆਦਾ ਵਿਵਾਦ ਖੜੇ ਹੋਏ। ਉਹਨਾਂ ਵਿਵਾਦਾਂ ਪਿੱਛੇ ਕਿਹੜੇ ਕਾਰਨ ਸਨ, ਫੇਰੀ ਉਹਨਾਂ ਦੀ ਕਿਸ ਤਰ੍ਹਾਂ ਰਹੀ ਅਤੇ ਉਸ ਤੋਂ ਬਾਅਦ ਜੋ ਕੁਝ ਅੱਜ ਦੇ ਹਾਲਾਤ ਬਣੇ ਹੋਏ ਨੇ, ਇਸ ਬਾਬਤ ਗੱਲਬਾਤ ਕਰਨ ਦੇ ਲਈ ਮੀਡੀਆ ਦੀਆਂ ਲੋਅਰ ਮੇਨਲੈਂਡ ਦੀਆਂ ਦੋਗੀਆਂ ਸ਼ਖਸੀਅਤਾਂ ਅੱਜ ਪ੍ਰੋਗਰਾਮ ਸਨਮੁਖ ਦੇ ਵਿੱਚ ਮੇਰੇ ਨਾਲ ਸ਼ਾਮਲ ਹੋ ਰਹੀਆਂ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੇ ਨੇ ਡਾਕਟਰ ਰਵਿੰਦਰਪਾਲ ਸਿੰਘ ਕੰਗ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਪ੍ਰੋਗਰਾਮ ਸਨਮੁਖ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਰਕੁਲਦੀਪ ਸਿੰਘ, ਬਹੁਤ ਬਹੁਤ ਧੰਨਵਾਦ। ਅਤੇ ਨਾਲ ਦੇ ਨਾਲ ਡਾਕਟਰ ਜਸਵੀਰ ਸਿੰਘ ਰਮਾਣਾ। ਡਾਕਟਰ ਕੰਗ, ਜਿਹੜੀ ਜਸਟਿਨ ਟਰੂਡੋ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਭਾਰਤ ਦੀ ਯਾਤਰਾ ਦੇ ਉੱਤੇ ਗਏ ਨੇ ਪਰਿਵਾਰ ਸਮੇਤ, ਪੂਰਾ ਉਹਨਾਂ ਦਾ ਵਫਦ ਗਿਆ ਜਿਹਦੇ ਵਿੱਚ 4 ਭਾਰਤੀ ਮੂਲ ਦੇ, ਖਾਸ ਕਰਕੇ ਪੰਜਾਬੀ ਮੂਲ ਦੇ ਜਿਹੜੇ ਕੈਬਨਿਟ ਮਿਨਿਸਟਰ ਸਨ ਉਹ ਵੀ ਨਾਲ ਗਏ। ਕਿਸ ਤਰ੍ਹਾਂ ਦਾ ਓਵਰਆਲ ਤੁਹਾਨੂੰ ਲੱਗਾ ਉਹਨਾਂ ਦੀ ਫੇਰੀ ਤੋਂ? ਕੈਨੇਡਾ ਨੇ ਕੀ ਖੱਟਿਆ ਅਤੇ ਕੀ ਗਵਾਇਆ? ਇਹਦੇ ਵਿੱਚ ਭਾਰਤ ਦਾ ਕਿਸ ਤਰ੍ਹਾਂ ਦਾ ਪ੍ਰਤੀਕਾ ਮਿਲਿਆ ਅੱਜ? ਸਰਕੁਲਦੀਪ ਸਿੰਘ, ਜਿੱਥੋਂ ਤੱਕ ਪ੍ਰਾਈਮ ਮਿਨਿਸਟਰ ਟਰੂਡੋ ਦੇ ਇਸ ਦੌਰੇ ਦਾ ਸਵਾਲ ਹੈ, ਇੱਕ ਲਿਹਾਜ਼ ਨਾਲ ਤਾਂ ਬਹੁਤ ਅਹਿਮ ਦੌਰਾ ਹੈ ਕਿਉਂਕਿ ਇਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਭਾਰਤ ਜਿਹੜਾ ਇੱਕ ਬਹੁਤ ਵੱਡੀ ਮਾਰਕੀਟ ਹੈ ਔਰ ਪੂਰੀ ਦੁਨੀਆ ਉਹਨੂੰ ਟਾਰਗੇਟ ਕਰ ਰਹੀ ਹੈ। ਇੱਕ ਤਰ੍ਹਾਂ ਦੀ ਮੁਕਾਬਲੇਬਾਜ਼ੀ ਚੱਲ ਰਹੀ ਹੈ ਕਿ ਉੱਥੇ ਵੱਧ ਤੋਂ ਵੱਧ ਤਲੁਕਾਤ ਪੈਦਾ ਕੀਤੇ ਜਾਣ ਤਾਂ ਕਿ ਕੁਛ ਨਾ ਕੁਛ ਆਰਥਿਕ ਲਿਹਾਜ਼ ਦੇ ਨਾਲ ਮੁਲਕਾਂ ਨੂੰ ਲੋੜ ਹੈ ਅਤੇ ਉਹ ਲੋੜਾਂ ਜਿਹੜੀਆਂ ਪੂਰੀਆਂ ਹੋ ਸਕਣ। ਕਾਫੀ ਲੰਬਾ ਦੌਰਾ ਸੀ, ਇਸ ਕਰਕੇ ਵੀ ਇਹਦੀ ਅਹਿਮੀਅਤ ਦਾ ਅੰਦਾਜ਼ਾ ਇਸ ਤੋਂ ਵੀ ਲੱਗ ਸਕਦਾ ਹੈ। ਕਾਫੀ ਲੰਬਾ ਦੌਰਾ ਸੀ, ਤਕਰੀਬਨ 1 ਹਫ਼ਤੇ ਦਾ ਦੌਰਾ, ਪੂਰੇ ਪਰਿਵਾਰ ਦੇ ਨਾਲ ਉੱਥੇ ਗਏ। ਲੇਕਿਨ ਇੱਕ ਚੀਜ਼ਾਂ ਥੋੜ੍ਹੀਆਂ ਸਮਝਣ ਵਾਲੀਆਂ ਹੁੰਦੀਆਂ ਕਿ ਕੁਝ ਇਸ਼ੂਜ਼ ਜਿਹੜੇ ਨੇ ਉਹ ਪ੍ਰੋਟੋਕੋਲ ਨਾਲ ਸੰਬੰਧ ਰੱਖਦੇ ਹੁੰਦੇ ਨੇ। ਜਦੋਂ ਵੀ ਕੋਈ ਸਰਬਰਾਹ ਕਿਸੇ ਮੁਲਕ ਦਾ ਕਿਸੇ ਦੂਸਰੇ ਮੁਲਕ ਜਾਂਦਾ ਉਸ ਤੋਂ ਪਹਿਲਾਂ ਬਹੁਤ ਸਾਰਾ ਗਰਾਊਂਡ ਵਰਕ ਹੋਇਆ ਹੁੰਦਾ ਔਰ ਇਹਦੇ ਵਿੱਚ ਵੀ ਸਾਨੂੰ ਪਤਾ ਲੱਗਾ ਸੀ ਪਹਿਲਾਂ ਕਿ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰਸ ਦੀ ਮੀਟਿੰਗ ਹੋਈ ਹੈ, ਹੋਰ ਡਿਪਲੋਮੈਟਸ ਦੀ ਹੋਏਗੀ। ਸੋ ਬਹੁਤ ਕੁਝ ਹੁੰਦਾ, ਬੜੀਆਂ ਚੀਜ਼ਾਂ ਤੈਅ ਕੀਤੀਆਂ ਜਾਂਦੀਆਂ, ਏਜੰਡਾ ਤੈਅ ਹੁੰਦਾ ਕਿਸ ਗੱਲ 'ਤੇ, ਔਰ ਉਹ ਬਾਕਾਇਦਾ ਇਨਵੀਟੇਸ਼ਨ 'ਤੇ ਗਏ ਨੇ। ਕੋਈ ਇਸ ਤਰ੍ਹਾਂ ਦਾ ਕੋਈ ਵੀ ਸਰਬਰਾਹ ਦੂਸਰੇ ਮੁਲਕ 'ਚ ਨਹੀਂ ਜਾਂਦਾ। ਸੋ ਇਹ ਇੱਕ ਤਾਂ ਚੀਜ਼ਾਂ ਬਹੁਤ ਕਲੀਅਰ ਹੋਣੀਆਂ ਚਾਹੀਦੀਆਂ ਨੇ। ਮੈਂ ਕਈ ਦਫਾ ਮੇਰੇ ਤਜਰਬੇ ਤੋਂ ਮੈਨੂੰ ਲੱਗਦਾ ਕਿ ਲੋਕਾਂ ਨੂੰ ਕਈ ਦਫਾ ਇਹ ਚੀਜ਼ਾਂ ਵੀ ਕਲੀਅਰ ਨਹੀਂ ਹੈਗੀਆਂ। ਸੋ ਬਹੁਤ ਕੁਛ ਇਹ ਤੈਅ ਹੋਇਆ ਹੁੰਦਾ ਪਹਿਲਾਂ ਤੋਂ ਹੀ। ਸੋ ਉਸ ਹਵਾਲੇ ਦੇ ਨਾਲ ਹੀ ਉਹ ਉੱਥੇ ਗਏ ਔਰ ਉਹਦੇ 'ਚ ਇੱਕ ਚੀਜ਼ ਤਾਂ ਮੈਨੂੰ ਲੱਗਦਾ ਕਿ ਸ਼ੁਰੂ 'ਚ ਫਰਕ ਰਿਹਾ ਉਹ ਇਹ ਸੀਗਾ ਕਿ ਪ੍ਰਾਈਮ ਮਿਨਿਸਟਰ ਮੋਦੀ ਦੇ ਨਾਲ ਉਹਨਾਂ ਦੀ ਮੁਲਾਕਾਤ ਕਿਸ ਪੜਾਅ 'ਤੇ ਹੋਣੀ ਹੈ। ਕਈ ਦਫਾ ਇਹ ਹੁੰਦਾ ਕਿ ਪਹਿਲਾਂ ਸਰਬਰਾਹਾਂ ਦੀ ਮੀਟਿੰਗ ਹੋ ਜਾਂਦੀ ਹੈ, ਉਸ ਤੋਂ ਬਾਅਦ ਫਿਰ ਉਹ ਮੁਲਕ ਦੇ ਬਾਕੀ ਦੇ ਦੌਰੇ 'ਤੇ ਬਾਕੀ ਥਾਵਾਂ 'ਤੇ ਜਾਂਦੇ ਨੇ। ਕਈ ਦਫਾ ਪਹਿਲਾਂ ਜਿਸ ਤਰ੍ਹਾਂ ਟਰੂਡੋ ਸਾਹਿਬ ਦੇ ਵੇਲੇ ਹੋਇਆ ਦੇ ਦੌਰੇ ਦੇ ਵਕਤ ਹੋਇਆ ਕਿ ਉਹ ਪਹਿਲਾਂ ਸਾਰੇ ਭਾਰਤ ਵੱਲ ਗਏ, ਬਾਕੀ ਚੀਜ਼ਾਂ ਗਏ, ਆਖਿਰ 'ਚ ਉਹਨਾਂ ਦਾ ਜਿਹੜਾ ਮੁਲਾਕਾਤ ਸੀ ਉਹ ਪ੍ਰਾਈਮ ਮਿਨਿਸਟਰ ਮੋਦੀ ਨਾਲ ਰੱਖੀ ਹੋਈ ਸੀ। ਸੋ ਥੋੜ੍ਹਾ ਜਿਹਾ ਇਹਦੇ ਨਾਲ ਵੀ, ਲੇਕਿਨ ਇਹ ਦੋਹਾਂ ਧਿਰਾਂ ਨੇ ਆਪਸ ਤੈਅ ਕੀਤਾ ਹੁੰਦਾ ਪਹਿਲਾਂ। ਇਹ ਇਸ ਤਰ੍ਹਾਂ ਨਹੀਂ ਹੈ ਕਿ ਇਹ ਖੜੇ ਪੈਰ ਬਣਦਾ ਜਾਂ ਕੁਛ ਇਸ ਤਰ੍ਹਾਂ ਹੁੰਦਾ। ਸੋ ਉਹਨੇ ਵੀ ਇੱਕ ਥੋੜ੍ਹਾ ਜਿਹਾ ਰੋਲ ਅਦਾ ਕੀਤਾ ਆਪਣਾ, ਕਿਉਂਕਿ ਉਹ ਪਹਿਲਾਂ ਦੂਸਰੇ ਪਾਸੇ ਗਏ ਔਰ ਫਿਰ ਉਹ ਇੰਨੀ ਦੇਰ ਹੋ ਗਈ, ਉਹਦੇ ਵਿੱਚੋਂ ਕਈ ਚੀਜ਼ਾਂ ਉਹਨੇ ਦਿਨ ਵਿੱਚ ਉੱਭਰ ਆਈਆਂ। ਉਹ ਲੱਗਣ ਲੱਗ ਪਿਆ ਕਿ ਸ਼ਾਇਦ ਜਿਹੜੀ ਸਰਕਾਰ ਹੈ ਭਾਰਤ ਦੀ ਉਹਨਾਂ ਵੱਲ ਉਨੀ ਤਵੱਜੋ ਨਹੀਂ ਦੇ ਰਹੀ ਜਿੰਨੇ ਵੱਡਾ ਮੁਲਕ ਹੈ ਔਰ ਜਿੰਨਾ ਅਹਿਮ ਮੁਲਕ ਹੈ, ਖਾਸ ਤੌਰ 'ਤੇ ਭਾਰਤੀ ਮੂਲ ਦੇ ਲੋਕਾਂ ਦੇ ਕੈਨੇਡਾ ਦੇ ਨਾਲ ਸੰਬੰਧ ਦੇ ਹਵਾਲੇ ਦੇ ਨਾਲ ਔਰ ਇੱਥੋਂ ਭਾਰਤੀ ਮੂਲ ਦੇ ਲੋਕਾਂ ਦੀ ਆਬਾਦੀ ਦੇ ਹਿਸਾਬ ਦੇ ਨਾਲ। ਸੋ ਉਹਨਾਂ ਨੂੰ ਉਹਨਾਂ ਸ਼ਾਇਦ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ, ਇਹ ਮਹਿਸੂਸ ਕਰਨ ਲੱਗ ਪਏ। ਇਹ ਚੀਜ਼ ਭਾਰਤੀ ਮੀਡੀਆ ਨੇ ਵੀ ਇਸ ਚੀਜ਼ ਨੂੰ ਮਹਿਸੂਸ ਕੀਤਾ ਔਰ ਮੈਂ ਖੁਦ ਵੀ ਨੋਟ ਕਰਦਾ ਰਿਹਾ ਕਿ ਨੈਸ਼ਨਲ ਮੀਡੀਆ, ਖਾਸ ਕਰਕੇ ਜਿਹੜਾ ਭਾਰਤ ਦਾ ਇੱਕ ਖਾਸ ਵਰਗ ਸੀ ਮੀਡੀਆ ਦਾ, ਉਹਨਾਂ ਨੇ ਉਨੀ ਜ਼ਿਆਦਾ ਕਵਰੇਜ ਉਸ ਦੀ ਨਹੀਂ ਕੀਤੀ। ਇਹ ਅਸੀਂ ਵੀ ਫੀਲ ਕੀਤਾ। ਉਸ ਤੋਂ ਬਾਅਦ ਫਿਰ ਇਹ ਗੱਲ ਹੀ ਚੱਲ ਪਈ ਅਤੇ ਇਹਨਾਂ ਸਾਰੀਆਂ ਡਿਵੈਲਪਮੈਂਟਸ ਦੇ ਵਿੱਚੋਂ ਮੈਂ ਜਦ ਤੱਕ ਸਮਝਦਾ ਕਿ ਭਾਰਤ ਦੀ ਸਰਕਾਰ ਦਾ ਕੋਈ ਇੰਟੈਂਸ਼ਨ ਐਸਾ ਹੋਵੇ, ਇਹ ਕਲੀਅਰਲੀ ਤਾਂ ਨਹੀਂ ਕਿਹਾ ਜਾ ਸਕਦਾ, ਲੇਕਿਨ ਡਿਪਲੋਮੈਟਿਕਲੀ ਕਈ ਦਫਾ ਕਈ ਸੁਨੇਹੇ ਜਿਹੜੇ ਨੇ ਉਹ ਇਸ ਸਟਲ ਤਰੀਕੇ ਦੇ ਨਾਲ ਸਰਕਾਰਾਂ ਨੂੰ ਦਿੱਤੇ ਜਾਂਦੇ ਨੇ। ਸੋ ਉਹਦੇ 'ਚ ਇਹ ਰਿਹਾ ਔਰ ਬਾਕੀ ਗੱਲਬਾਤ ਆਪਾਂ ਜਿਸ ਤਰ੍ਹਾਂ ਕਿ ਕਰਦੇ ਰਹਾਂਗੇ। ਲੇਕਿਨ ਇਹਦੇ 'ਚ ਸਵਾਲ ਇਹ ਹੈ ਕਿ ਜਿਸ ਨੂੰ ਕਹਿੰਦੇ ਵੀ ਉਹਨਾਂ 'ਚੋਂ ਕੀ ਉਹਨਾਂ ਨੇ ਖੱਟਿਆ, ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਮੈਂ ਨਹੀਂ ਕਹਿ ਸਕਦਾ ਕਿ ਇਹ 'ਚੋਂ ਪ੍ਰਾਪਤੀ ਹੋਈ ਹੈ, ਕਿਉਂਕਿ 8 ਬਿਲੀਅਨ ਦਾ ਆਲਮੋਸਟ ਟ੍ਰੇਡ ਹੈ ਇਸ ਵੇਲੇ
ਭਾਰਤ ਦਾ ਤੇ ਕੈਨੇਡਾ ਦਾ ਆਪਸ ਦੇ ਵਿੱਚ, ਔਰ ਇਹ ਹਾਰਪਰ ਸਾਹਿਬ ਦੇ ਜ਼ਮਾਨੇ ਤੋਂ ਟਾਰਗੇਟ ਸੀ ਕਿ ਇਹਨੂੰ 15 ਬਿਲੀਅਨ ਤੱਕ ਲੈ ਕੇ ਜਾਣਾ ਜੀ। ਔਰ ਹਾਰਪਰ ਸਾਹਿਬ ਵੀ ਜਦੋਂ ਲੇਟ ਗਏ ਸੀ ਉਦੋਂ ਇਹ ਕਿਹਾ ਜਾ ਰਿਹਾ ਸੀ ਕਿ ਬਹੁਤ ਦੇਰ ਨਾਲ ਜਾ ਰਹੇ ਹੋ, ਇੰਡੀਆ ਨੂੰ ਟੈਪ ਕਰਨ ਵਾਸਤੇ ਉਹਨੂੰ ਪਹਿਲਾਂ ਜਾਣਾ ਚਾਹੀਦਾ ਸੀ। ਸੋ ਉਸ ਹਿਸਾਬ ਨਾਲ 1 ਬਿਲੀਅਨ ਦੇ ਆਸ-ਪਾਸ ਸੁਣ ਜਾ ਰਿਹਾ ਕਿ ਕੁਝ ਸਮਝੌਤੇ ਵਗੈਰਾ ਹੋਏ ਨੇ, ਉਹਦੇ ਚੋਂ ਵੀ ਜਿਹੜਾ ਇੰਡੀਆ ਨੇ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਕੈਨੇਡਾ ਨੂੰ ਦੇਣੀਆਂ ਨੇ, ਮੁਕਾਬਲਤਨ ਕੈਨੇਡਾ ਦਾ ਉੱਥੇ ਐਕਸਪੋਰਟ ਥੋੜਾ ਜਿਹਾ ਘੱਟ ਹੋਣਾ। ਸੋ ਇਸ ਹਿਸਾਬ ਨਾਲ ਵੀ ਮੈਨੂੰ ਕੋਈ ਬਹੁਤ ਜ਼ਿਆਦਾ ਇਕਨੋਮਿਕਲੀ ਵੀ ਬਹੁਤ ਜ਼ਿਆਦਾ ਸਕਸੈਸਫੁਲ ਤਾਂ ਨਹੀਂ ਕਹਿ ਸਕਦੇ। ਪਾਪੂਲੇਸ਼ਨ ਦੇ ਪੱਖੋਂ ਜਾਂ ਪਾਵਰ ਦੇ ਪੱਖੋਂ ਜੇ ਆਪਾਂ ਗੱਲਬਾਤ ਕਰੀਏ, ਚਾਈਨਾ ਦੇ ਨਾਲ ਜਿਹੜੇ ਕੈਨੇਡਾ ਦੇ ਵਪਾਰਕ ਸੰਧੀਆਂ ਨੇ, ਉਹ ਮੈਂ ਦੇਖ ਰਿਹਾ ਸੀ ਤਕਰੀਬਨ 5 ਗੁਣਾ ਜਿਹੜੀਆਂ ਭਾਰਤ ਨਾਲੋਂ 5 ਤੋਂ 10 ਗੁਣਾ ਜ਼ਿਆਦਾ ਉੱਥੇ ਵਪਾਰ ਹੈ। ਤੁਹਾਨੂੰ ਲੱਗਦਾ ਨਹੀਂ ਸੀ ਕਿ ਇੱਕ ਇਹੋ ਜਿਹਾ ਮੌਕਾ ਸੀ ਕਿ ਇਸ ਮੌਕੇ ਦੇ ਉੱਤੇ ਜਿਹੜੇ ਭਾਰਤੀ ਮੂਲ ਦੇ ਖਾਸ ਕਰਕੇ ਉੱਥੋਂ ਦੇ ਜੰਪਲ ਜਿਹੜੇ ਲੋਕ ਨੇ ਇੱਥੇ ਆ ਕੇ ਆਪਣੇ ਆਪ ਨੂੰ ਸੈਟਲ ਕੀਤਾ, ਕੈਬਨਿਟ ਦੇ ਵਿੱਚ ਆਏ ਨੇ, ਲੱਗਦਾ ਨਹੀਂ ਸੀ ਕਿ ਭਾਰਤ ਸਰਕਾਰ ਇਸ ਤੋਂ ਵਧੀਆ ਲਾਹਾ ਲੈ ਕੇ ਹੋਰ ਵਧੀਆ ਡੀਲਸ ਬਣਾ ਕੇ ਇਹਦਾ ਹੋਰ ਲਾਹਾ ਲਿਆ ਜਾ ਸਕਦਾ ਸੀ, ਤਾਂ ਜੋ ਜਿਹੜੇ ਲੋਕ ਕੈਨੇਡਾ ਦੇ ਵਿੱਚ ਆ ਕੇ ਭਾਰਤ ਤੋਂ ਆ ਕੇ ਵਸੇ ਹੋਏ ਨੇ ਉਹਨਾਂ ਨੂੰ ਵੀ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਤੁਹਾਨੂੰ ਲੱਗਦਾ ਨਹੀਂ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਸੀ? ਸੁਖਬੀਰ ਜੀ, ਜਿਸ ਸਮੇਂ ਪਹਿਲਾਂ ਵੀ ਅਰਜ਼ ਕੀਤਾ ਕਿ ਬਹੁਤ ਸਾਰੀਆਂ ਚੀਜ਼ਾਂ ਤੈਅ ਹੋਈਆਂ ਹੁੰਦੀਆਂ, ਏਜੰਡੇ ਤੈਅ ਹੋਏ ਹੁੰਦੇ ਨੇ, ਔਰ ਇਹ ਮੇਰਾ ਖਿਆਲ ਹੈ ਕਿ ਦੋਹਾਂ ਧਿਰਾਂ ਦੀ ਆਪਸ 'ਚ ਕਿੱਥੇ ਤੱਕ ਜਾ ਕੇ ਸਹਿਮਤੀ ਬਣ ਸਕੀ ਉਹ ਤੇ ਡਿਪੈਂਡ ਕਰਦਾ, ਕਿਉਂਕਿ ਜਦੋਂ ਕੋਈ ਸਰਬਰਾਹ ਪਹੁੰਚ ਜਾਂਦਾ ਉਸ ਤੋਂ ਬਾਅਦ ਥੋੜੀ ਬਹੁਤੀਆਂ ਚੇਂਜਸ ਦੀ ਪੋਸੀਬਿਲਿਟੀ ਹੁੰਦੀ ਹੈ, ਲੇਕਿਨ ਕੋਈ ਮੇਜਰ ਚੇਂਜਸ ਨਹੀਂ ਹੁੰਦੀਆਂ। ਜਿਸ ਤਰ੍ਹਾਂ ਆਪਾਂ ਕਹਿੰਦੇ ਕਿ ਫਲਾਨ ਸਮਝੌਤਾ ਹੋ ਗਿਆ, ਉਹਦੀ ਸਾਰੀ ਜਿਹੜੀ ਰੂਪਰੇਖਾ ਹੈ, ਉਹਦਾ ਸਾਰਾ ਗਰਾਊਂਡ ਵਰਕ ਹੈ, ਉਹ ਆਲਮੋਸਟ ਪਹਿਲਾਂ ਹੀ ਹੋਇਆ ਹੁੰਦਾ। ਉਹ ਸਾਈਨਿੰਗ ਜਿਹੜੀ ਆ ਇੱਕ ਫਾਰਮਲ ਸੈਰੇਮਨੀ ਵਾਂਗ ਹੀ ਹੁੰਦੀ ਹੈ। ਲਾਸਟ ਮਿੰਟ ਦੇ ਉੱਤੇ ਕੋਈ ਹੋ ਸਕਦਾ ਥੋੜੀ ਬਹੁਤੀ ਕੋਈ ਅਮੈਂਡਮੈਂਟ ਕਿਸੇ ਤਰ੍ਹਾਂ ਦੀ ਜਿਹੜੀ ਹੈ ਉਹ ਹੋ ਸਕੇ। ਜਦੋਂ ਤੱਕ ਭਾਰਤ ਤੇ ਚੀਨ ਦੀ ਆਪਾਂ ਕੰਪੈਰੀਜ਼ਨ ਕਰਦੇ ਹਾਂ, ਚੀਨ ਨੇ ਆਪਣੀ ਇਕਨੋਮੀ ਜਿਹੜੀ ਹੈ ਉਹ ਐਕਸਪੋਰਟ ਬੇਸਡ ਰੱਖੀ ਹੈ ਬਹੁਤ ਲੰਮਾ ਸਮਾਂ, ਔਰ ਉਹਨਾਂ ਨੇ ਤੁਹਾਨੂੰ ਪਤਾ ਕਿ ਦੁਨੀਆ ਭਰ ਦੀਆਂ ਮਾਰਕੀਟਸ ਜਿਹੜੀਆਂ ਨੇ ਫਲੱਡ ਕੀਤੀਆਂ ਬਹੁਤ ਅਗਰੈਸਿਵਲੀ, ਉਹਨਾਂ ਨੇ ਆਪਣੀ ਉਸ ਇਕਨੋਮਿਕ ਪਾਲਿਸੀ ਨੂੰ ਉਹਨਾਂ ਨੇ ਅੱਗੇ ਚਲਾਇਆ। ਔਰ ਉਹਦਾ ਥੋੜਾ ਜਿਹਾ ਫਰਕ ਹੈ, ਇੰਡੀਆ ਦੀ ਆਪਣੀ ਇਕਨੋਮਿਕ ਪਾਲਿਸੀ ਹੈ, ਉਹਨੇ ਕਿਸ ਤਰੀਕੇ ਦੇ ਨਾਲ ਚੱਲਣਾ ਹੈ, ਕੈਨੇਡਾ ਦੀ ਆਪਣੀ ਹੈ। ਸੋ ਉਹਨਾਂ ਚੀਜ਼ਾਂ ਨੂੰ ਤਾਂ ਅਸੀਂ ਨਹੀਂ ਕੰਪੇਅਰ ਕਰ ਸਕਦੇ, ਔਰ ਕਿਉਂਕਿ ਚਾਈਨਾ ਦਾ ਜਿਹੜਾ ਸਿਸਟਮ ਹੈ ਗਵਰਨੈਂਸ ਦਾ ਉਹ ਵੀ ਬਿਲਕੁਲ ਡਿਫਰੈਂਟ ਹੈ। ਉੱਥੇ ਆਲਦੋ ਡੈਮੋਕ੍ਰੇਸੀ ਹੈ ਲੇਕਿਨ ਸਿੰਗਲ ਪਾਰਟੀ ਰੂਲ ਹੈ। ਸੋ ਉਹਨਾਂ ਦਾ ਅਗਰੈਸਿਵ ਹੋ ਸਕਣਾ ਜਾਂ ਪਾਲਿਸੀਜ਼ ਨੂੰ ਇੱਕੋ ਲੈਵਲ ਤੇ ਕਰਕੇ, ਕਿਉਂਕਿ ਉਹਨੂੰ ਦੂਜੇ ਪਾਸੇ ਕੁਝ ਗੱਲ ਨਹੀਂ ਹੈ। ਸੋ ਭਾਰਤ ਦਾ ਇਸ ਹਿਸਾਬ ਨਾਲ ਥੋੜਾ ਜਿਹਾ ਫਰਕ ਹੈ, ਲੇਕਿਨ ਗੱਲ ਮੈਂ ਉਹੀ ਕਹਿਣਾ ਕਿ ਜੋ ਵੀ ਤੈਅ ਹੋਇਆ ਜਾਂ ਜੋ ਵੀ ਸਮਝੌਤੇ ਹੋਏ, ਜੋ ਵੀ ਚੀਜ਼ਾਂ ਹੋਈਆਂ, ਇਹ ਮੌਕੇ ਤੇ ਨਹੀਂ ਹੁੰਦੀਆਂ, ਇਹ ਆਲਰੇਡੀ ਤੈਅ ਹੋ ਚੁੱਕੀਆਂ ਸੀ, ਔਰ ਇਹ ਪਤਾ ਹੀ ਹੋਏਗਾ ਕਿ ਇੰਨਾ ਕੀ ਇਹਦੇ ਵਿੱਚੋਂ ਸਾਨੂੰ ਇਸ ਵਾਰੀ ਪ੍ਰਾਪਤੀ ਹੋਣੀ ਹੈ। ਜੀ। ਡਾਕਟਰ ਜਸਵੀਰ ਸਿੰਘ ਰਮਾਣਾ, ਡਾਕਟਰ ਸਾਹਿਬ, ਤੁਸੀਂ ਕਾਫੀ ਲੰਬੇ ਸਮੇਂ ਤੋਂ ਪੋਲਿਟਿਕਸ ਦੇ ਨਾਲ, ਰਾਜਨੀਤੀ ਨਾਲ ਬੜੇ ਨੇੜਿਓਂ ਜੁੜੇ ਹੋ। ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਫੇਰੀ ਸੀ, ਉਸ ਫੇਰੀ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜਿੰਨਾ ਕੁ ਮਾਣ ਸਤਿਕਾਰ ਭਾਰਤ ਨੂੰ ਦੇਣਾ ਬਣਦਾ ਸੀ, ਕਿਉਂਕਿ ਅਜੇ ਉਹਨਾਂ ਦੀ ਫੇਰੀ ਤੋਂ ਕੁਝ ਦਿਨਾਂ ਬਾਅਦ ਹੀ ਜਾਰਡਨ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਮੁਖੀ ਉੱਥੇ ਗਏ ਨੇ ਤੇ ਬੜੇ ਸਤਿਕਾਰ ਦੇ ਨਾਲ ਉਹਨੂੰ ਰਿਸੀਵ ਕੀਤਾ। ਗੱਲ ਇਹ ਨਹੀਂ, ਮੋਦੀ ਸਾਹਿਬ ਨੇ ਵੀ ਜਦੋਂ ਮਿਲੇ ਨੇ ਆਖਰੀ ਵਾਰੀ, ਜਦੋਂ ਦਿੱਲੀ 'ਚ ਆ ਕੇ ਉਹਨਾਂ ਦੀ ਮੁਲਾਕਾਤ ਹੋਈ ਹੈ, ਬੜੇ ਪਿਆਰ ਦੇ ਨਾਲ ਉਹ ਬੱਚਿਆਂ ਦੇ ਨਾਲ ਖੇਡੇ ਨੇ ਔਰ ਬਹੁਤ ਵਧੀਆ ਸਤਿਕਾਰ ਮਾਣ ਦੇ ਨਾਲ ਉਹਨਾਂ ਨੂੰ ਉੱਥੇ ਆਓ ਭਗਤ ਕੀਤੀ ਹੈ। ਤੁਹਾਨੂੰ ਲੱਗਦਾ ਨਹੀਂ ਕਿ ਇਸ ਤੋਂ ਵੱਧ ਜਦੋਂ ਉੱਥੇ ਭਾਰਤ ਦੇ ਦੌਰੇ ਦੇ ਉੱਤੇ ਪਹੁੰਚਦੇ ਨੇ ਤੇ ਉਸ ਵਕਤ ਉਹਨਾਂ ਨੂੰ ਜ਼ਿਆਦਾ ਮਾਣ ਸਤਿਕਾਰ ਦੇਣਾ ਬਣਦਾ ਸੀ? ਮੈਂ ਡਾਕਟਰ ਸਾਹਿਬ ਨੇ ਜਿਵੇਂ ਆਗਾਜ਼ ਕੀਤਾ ਗੱਲਬਾਤ ਦਾ, ਮੈਂ ਕਾਫੀ ਹੱਦ ਤੱਕ ਸਹਿਮਤ ਹਾਂ। ਬਹੁਤੀਆਂ ਗੱਲਾਂ ਦੌਰੇ ਤੋਂ ਮਹੀਨਿਆਂ ਪਹਿਲਾਂ ਤੈਅ ਹੋ ਜਾਂਦੀਆਂ ਨੇ। ਸਾਡੇ ਬਹੁਤ ਸਾਰੇ ਮੰਤਰੀ ਸਾਹਿਬਾਨ ਉੱਥੇ ਗੇੜਾ ਕੱਢ ਆਏ ਨੇ ਜੀ, ਔਰ ਅਫਸਰ ਬਿਊਰੋਕ੍ਰੇਸੀ ਵਗੈਰਾ ਸਾਰਾ ਕੁਝ ਸੈੱਟ ਹੋ ਕੇ ਉਸ ਤੋਂ ਬਾਅਦ ਐਸੇ ਦੌਰੇ ਜਿਹੜੇ ਉਹਨਾਂ ਦਾ ਸ਼ੁਰੂਆਤ ਹੁੰਦੀ ਹੈ ਜੀ। ਮੈਂ ਜੇ ਇਹਨੂੰ ਕਹਾਂ ਕਿ ਵੀ ਮੁਸ਼ਕਲ ਜਾਂ ਕਸਰ ਕਿੱਥੇ ਰਹਿ ਗਈ ਇਸ ਸਾਰੇ ਦੌਰੇ ਦੇ ਵਿੱਚ, ਤਾਂ ਮੈਂ ਕਹਾਂ ਕਿ ਇਹ PR ਫੇਲਰ ਹੋ ਸਕਦਾ। ਇਹਨੂੰ ਕਿਹਾ ਜਾ ਸਕਦਾ ਕਿ PR ਦੇ ਉੱਤੇ, ਪਬਲਿਕ ਰਿਲੇਸ਼ਨਸ ਦੇ ਉੱਤੇ, ਇਸ ਦੌਰੇ ਨੂੰ ਪ੍ਰਚਾਰਨ ਦੇ ਉੱਤੇ ਸ਼ਾਇਦ ਬਹੁਤਾ ਹੋਮਵਰਕ ਨਹੀਂ ਕੀਤਾ ਗਿਆ। ਔਰ ਦੂਸਰੀ ਗੱਲ ਮੈਂ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਹੈਗਾ, ਉਹਦੇ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸ਼ਾਇਦ ਜੇਕਰ ਇਸ ਦੌਰੇ ਨੂੰ ਪਹਿਲਾਂ ਬਿਜ਼ਨਸ ਤੇ ਫਿਰ ਤੋਰਾ ਫੇਰਾ ਤੇ ਫਨ ਵਾਲਾ ਪਾਰਟ ਜਿਹੜਾ ਹੈਗਾ, ਨਿਆਣਿਆਂ ਦੇ ਨਾਲ, ਪਰਿਵਾਰ ਨਾਲ ਘੁੰਮਣਾ ਤੇ ਹੋਰ ਸਾਰੀਆਂ ਥਾਵਾਂ ਤੇ ਧਾਰਮਿਕ ਥਾਵਾਂ ਤੇ ਜਾਣਾ, ਉਹ ਬਾਅਦ 'ਚ ਹੁੰਦਾ ਤਾਂ ਸ਼ਾਇਦ ਇੰਨੀ ਜਿਹੜੀ ਇਹਦੀ ਨੈਗੇਟਿਵਿਟੀ ਇੰਨੀ ਭਾਰੂ ਨਾ ਹੁੰਦੀ। ਔਰ ਦੂਸਰੀ ਗੱਲ ਇਹ ਹੈ ਕਿ ਜਦੋਂ ਕਿਸੇ ਹੋਰ ਮੁਲਕ ਦਾ ਕੋਈ ਆਗੂ, ਕੋਈ ਨੇਤਾ, ਕੋਈ ਪ੍ਰਾਈਮ ਮਿਨਿਸਟਰ, ਕੋਈ ਰਾਸ਼ਟਰਪਤੀ ਜਾਂਦਾ ਹੈ ਜਿੱਥੇ ਕਿ ਭਾਰਤੀਆਂ ਦੀ ਤੇ ਵਿਸ਼ੇਸ਼ ਕਰਕੇ ਪੰਜਾਬੀਆਂ ਦੀ ਵਸੋਂ ਬਹੁਤੀ ਨਹੀਂ ਹੈ, ਉਸ ਦੌਰੇ ਨੂੰ ਇੰਨੀ ਮਹੱਤਤਾ ਨਹੀਂ ਮਿਲਦੀ, ਉਹ ਲਾਈਮਲਾਈਟ 'ਚ ਨਹੀਂ ਕਦੇ ਵੀ ਆਉਂਦਾ। ਕੈਨੇਡਾ ਦੇ ਵਿੱਚ ਅਸੀਂ ਇੰਨੀ ਭਾਰੀ ਗਿਣਤੀ 'ਚ ਹਾਂ, ਕੈਨੇਡਾ 'ਚ ਸਾਡੀਆਂ ਪ੍ਰਾਪਤੀਆਂ ਇੰਨੀਆਂ ਜ਼ਿਆਦਾ ਨੇ
ਕਿ ਸਾਡਾ ਇੱਥੋਂ ਕੋਈ ਐਮਐਲਏ ਤਾਂ ਛੱਡੋ, ਤੁਸੀਂ ਕਿਸੇ ਛੋਟੇ ਸ਼ਹਿਰ ਦਾ ਕੋਈ ਮੇਅਰ ਵੀ ਜਾਂਦਾ ਹੈ ਤੇ ਸਾਡੀਆਂ ਸਾਰੀਆਂ ਭਾਵਨਾਵਾਂ ਵੀ ਉਹਦੇ ਨਾਲ ਜਾਂਦੀਆਂ ਕਿ ਸਾਡੇ ਪਿੰਡਾਂ ਨੂੰ ਚੱਲਿਆ, ਇਹ ਪੰਜਾਬ ਚੱਲਿਆ, ਇਹਨੂੰ ਦਰਬਾਰ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ। ਪਿਛਲੀ ਵਾਰ ਤੁਹਾਨੂੰ ਯਾਦ ਹੋਏਗਾ ਜਦੋਂ ਕ੍ਰਿਸਟੀ ਕਲਾਰਕ ਜੀ ਪ੍ਰੀਮੀਅਰ ਸਾਹਿਬਾ ਪੰਜਾਬ ਦੇ ਦੌਰੇ ਤੇ ਗਏ ਤਾਂ ਉਦੋਂ ਉਹਨਾਂ ਨੂੰ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਡਿਪਟੀ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਮਿਲ ਨਹੀਂ ਸੀ ਸਕੇ, ਮਜੀਠੀਆ ਸਾਹਿਬ ਨੂੰ ਭੇਜ ਦਿੱਤਾ ਸੀ। ਇਸ ਗੱਲ ਦਾ ਇੱਥੇ ਬਹੁਤ ਵੱਡਾ ਰੋਸ ਮਨਾਇਆ ਗਿਆ ਵੀ ਸਾਡੀ ਪ੍ਰੀਮੀਅਰ ਗਈ ਤੇ ਤੁਸੀਂ ਉੱਥੇ ਆਪਣਾ ਮੰਤਰੀ ਭੇਜ ਦਿੱਤਾ। ਪਤਾ ਨਹੀਂ ਉਹਨਾਂ ਦੀ ਮਜਬੂਰੀਆਂ ਹੋਣਗੀਆਂ, ਕੋਈ ਪ੍ਰੋਟੋਕਾਲ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਪ੍ਰੋਟੋਕਾਲ ਤਾਂ ਹੁੰਦਾ ਹੀ ਹੁੰਦਾ। ਖੈਰ ਇਹ ਆਪਾਂ ਨੂੰ ਲੱਗਦਾ ਹੈ ਕਿ ਕਿਉਂ ਨਹੀਂ ਮਿਲੇ, ਜੇ ਉਹ ਪੰਜਾਬ 'ਚ ਸੀਗੇ ਤਾਂ ਕਿਉਂ ਨਾ ਮਿਲੇ, ਮੋਦੀ ਸਾਹਿਬ ਕਿਉਂ ਨਾ ਹਾਜ਼ਰ ਹੋਏ। ਮੇਰਾ ਖਿਆਲ ਹੈ ਕਿ ਉਦੋਂ ਉੱਥੇ ਸੂਬੇ ਦੇ ਵਿੱਚ ਪ੍ਰਚਾਰ ਚੱਲ ਰਿਹਾ ਸੀਗਾ ਚੋਣਾਂ ਤੋਂ ਪਹਿਲਾਂ, ਪ੍ਰੋਬੇਬਲੀ ਮੋਦੀ ਸਾਹਿਬ ਦਾ ਉੱਥੇ ਜਾਣਾ ਬਹੁਤ ਲਾਜ਼ਮੀ ਸੀ ਤੇ ਫਿਰ ਉਹਨੇ ਇਵੈਂਚੁਅਲੀ ਮਿਲਣਾ ਹੀ ਮਿਲਣਾ ਸੀਗਾ। ਉੱਥੇ ਜਾ ਕੇ ਜਿਵੇਂ ਤੁਸੀਂ ਕਿਹਾ ਕਿ ਮਾਨ ਸਤਿਕਾਰ ਉਹਨੇ ਖਾਸਾ ਹੋਇਆ ਉੱਥੇ। ਔਰ ਇਹ ਹੁਣ ਇਸ ਦੌਰੇ ਤੇ ਆਪਾਂ ਥੋੜਾ ਜਿਹਾ ਨਾ ਅਗਰ ਬਹੁਤਾ ਫੋਕਸ ਕਰੀਏ ਤਾਂ ਉਦੋਂ ਪਹਿਲਾਂ ਕਈ ਡੈਵੋਸ ਦੇ ਵਿੱਚ ਪਹਿਲਾਂ ਮਿਲ ਚੁੱਕੇ ਸੀ ਉਹ। ਔਰ ਈਵਨ ਟਰੂਡੋ ਸਾਹਿਬ ਨੇ ਆਪ ਕਿਹਾ ਕਿ ਸਾਡੇ ਦੋਹਾਂ ਦੇ ਤਲਕਾਤ, ਨਿੱਜੀ ਤਲਕਾਤ, 1-on-1 ਜਿਹੜੇ ਸਾਡੇ ਤਲਕਾਤ ਵਧੀਆ ਨੇ। ਇਹ ਦੋ ਤਿੰਨ ਗੱਲਾਂ ਜਿਹੜੀਆਂ ਦੇ ਵਿੱਚ ਨੇ, ਜਿਹੜੀਆਂ ਜਿੱਥੇ ਜ਼ਿਆਦਾ ਨੈਗੇਟਿਵਿਟੀ ਮੈਂ ਸਮਝਦਾ ਕਿ ਫालतू ਗੱਲਾਂ ਬਾਤਾਂ ਹੋਈਆਂ ਨੇ, ਪਰ ਲੈਟਸ ਟਾਕ ਅਬਾਊਟ 1 by 1 ਕਿ ਉਹਨਾਂ ਨੂੰ ਦਿੱਲੀ ਲੈਣ ਕਿਉਂ ਨਾ ਪਹੁੰਚੇ। ਹਾਂਜੀ, ਇਹਦੇ ਵਿੱਚ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਜਦੋਂ ਕ੍ਰਿਸਟੀ ਕਲਾਰਕ ਸਾਡੇ ਸੂਬੇ ਦੇ ਮੁੱਖ ਮੰਤਰੀ ਉੱਥੇ ਜਾਂਦੇ ਨੇ ਔਰ ਇਹ ਗੱਲ ਦੀ ਨਾਰਾਜ਼ਗੀ ਇੱਥੋਂ ਦੇ ਲੋਕਾਂ ਵੱਲੋਂ ਜਤਾਈ ਜਾਂਦੀ ਹੈ ਉੱਥੇ ਦੇ ਚੀਫ ਮਿਨਿਸਟਰ ਨੂੰ ਕਿ ਤੁਸੀਂ ਖੁਦ ਉਹਨੂੰ ਰਿਸੀਵ ਨਾ ਕਰਨ ਗਏ, ਪਰੰਤੂ ਇਸ ਵੇਲੇ ਤਾਂ ਮੁੱਖ ਮੰਤਰੀ ਨਹੀਂ ਬਲਕਿ ਪ੍ਰਧਾਨ ਮੰਤਰੀ ਸਨ ਪੂਰੇ ਮੁਲਕ ਦੇ, ਜਿਹਦੇ ਨਾਲ 4 ਸਾਡੇ ਆਪਣੇ ਪੰਜਾਬੀ ਮੂਲ ਦੇ ਕੈਬਨਿਟ ਦੇ ਮਿਨਿਸਟਰ ਸਨ। ਲੱਗਦਾ ਨਹੀਂ ਕਿ ਫਰਜ਼ ਬਣਦਾ ਸੀ ਕਿ ਉਹ ਵੀ ਉਹਨਾਂ ਦਾ ਉਸ ਤੋਂ ਜ਼ਿਆਦਾ ਆਓ ਭਗਤ ਕਰਦੇ ਜਿੰਨਾ ਉਹਨਾਂ ਤੋਂ ਉਮੀਦ ਰੱਖੀ ਜਾ ਰਹੀ ਸੀ। ਮੇਰਾ ਖਿਆਲ ਜਿੰਨੀ ਆਪਾਂ ਨੂੰ ਜਾਂ ਪੰਜਾਬੀ ਡਾਇਸਪੋਰਾ ਨੂੰ ਇਹਦਾ ਕੋਈ ਸ਼ਾਇਦ ਕੋਈ ਬੈਡ ਫੀਲਿੰਗ ਹੋ ਰਹੀ ਹੈ, ਉਨੀ ਸ਼ਾਇਦ ਟਰੂਡੋ ਸਾਹਿਬ ਨੂੰ ਨਾ ਹੋਈ ਹੋਵੇ, ਕਿਉਂਕਿ ਹੀ ਨਿਊ ਕਿ ਇਦਾਂ ਸਕੇਜੂਲ ਕੀਤਾ ਗਿਆ। ਦੂਸਰੀ ਗੱਲ ਇਹ ਕਿ ਜਿਹੜਾ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਮੇਰੇ ਖਿਆਲ 1 ਜਾਂ 2 ਦਿਨ ਬਾਅਦ, ਉਹਨਾਂ ਨੇ ਜ਼ਮਾਨ ਕੀਤਾ ਜਾਂ ਪਹੁੰਚੇ, ਉਹਨਾਂ ਨਾਲ ਉਹਨਾਂ ਦੇ ਤਲਕਾਤ ਕਿਤੇ ਬਿਹਤਰ ਨੇ, ਉਹਨਾਂ ਨਾਲ ਉਹਨਾਂ ਦੇ ਡਿਫੈਂਸ ਦੇ ਕਈ ਸਮਝੌਤੇ ਨੇ, ਹੋਰ ਕੋਈ ਕਾਰਨ ਹੋ ਸਕਦਾ, ਕਈ ਨਿੱਜੀ ਤਲਕਾਤ ਵੀ ਹੁੰਦੇ ਆ। ਦੂਸਰੀ ਗੱਲ ਵੀ ਜਿਹੜਾ ਇੱਕ ਹੋਰ ਗੱਲ ਸੀਗੀ ਕਿ ਟਰੂਡੋ ਸਾਹਿਬ ਦੀ ਕੋਸ਼ਿਸ਼ ਸੀਗੀ ਕਿ ਤੁਸੀਂ ਪ੍ਰੋਟੈਕਸ਼ਨਿਜ਼ਮ ਦੀ ਜਿਹੜੀ ਗੱਲ ਕਰਦੇ ਹੋ, ਕੰਧਾਂ ਉੱਚੀਆਂ ਕਰਨ ਦੀ ਗੱਲ ਕਰਦੇ ਹੋ, ਅਮਰੀਕਾ ਦੀ ਆਪਾਂ ਗੱਲ ਕਰਦੇ ਹਾਂ, ਕਦੇ ਅਮਰੀਕਾ ਫਸਟ। ਤਾਂ ਸਿਮਿਲਰਲੀ ਜਿਹੜੀਆਂ ਸਾਡੀਆਂ ਦਾਲਾਂ ਦੀ ਉੱਥੇ ਜਿਹੜੀ ਅਸੀਂ ਐਕਸਪੋਰਟ ਕਰਦੇ ਹਾਂ, ਜਿਹਦੇ ਬਾਰੇ ਟਰੂਡੋ ਸਾਹਿਬ ਦਾ ਮਨ ਸੀਗਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਨੂੰ ਕਹਾਂਗਾ ਕਿ ਤੁਸੀਂ ਉਹ ਪ੍ਰੋਟੈਕਸ਼ਨਿਜ਼ਮ, ਕੰਧਾਂ ਉੱਚੀਆਂ ਉਸਾਰਨ ਵਾਲੀ ਗੱਲ ਛੱਡ ਦਿਓ, ਸਾਡਾ ਮਾਲ ਆਪਣੇ ਦੇਸ਼ ਵਿੱਚ ਵਿਕਣ ਦਿਓ। ਹੁਣ ਚੋਣਾਂ ਅੱਗੇ ਆ ਰਹੀਆਂ ਨੇ ਸਾਲ 2019 ਦੀਆਂ, ਉਹਨਾਂ ਨੇ ਆਪਣੀ ਗੱਦੀ ਸੰਭਾਲਣੀ ਹੈ, ਉਹਨਾਂ ਦੇ ਆਪਣੇ ਇਸ਼ੂਜ਼ ਨੇ, ਅੱਗੇ ਉਹਨਾਂ ਦੀ ਕਿਸਾਨ ਆਤਮ ਹੱਤਿਆਵਾਂ ਕਰ ਰਹੇ ਨੇ। ਹੋ ਸਕਦਾ ਕਿ ਇਸ ਮੌਕੇ ਦੇ ਉੱਤੇ ਉਹ ਇਸ ਗੱਲ ਦੇ ਨਾਲ ਬਹੁਤਾ ਹਮਾਮੀ ਨਹੀਂ ਸੀ ਭਰ ਸਕਦੇ। ਬਾਕੀ ਇਹਦੇ ਨਾਲ ਬਹੁਤ ਸਾਰੀਆਂ ਗੱਲਾਂ ਜੁੜੀਆਂ ਹੋਈਆਂ ਨੇ, ਜਿਸ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਨਾ ਖੁਸ਼ ਹੋਣਾ, ਉਹਨਾਂ ਨੇ ਇਹ ਸਾਰੀ ਜਿਹੜੀ ਨੈਗੇਟਿਵਿਟੀ ਦਾ ਮੁੱਢ ਕਪਤਾਨ ਸਾਹਿਬ ਨੇ ਬੰਨਿਆ ਸੀ। ਉਹਨਾਂ ਨੂੰ ਇਸ ਗੱਲ ਦਾ ਰੋਸਾ ਸੀਗਾ ਕਿ ਜਿਹੜੇ 4 ਤੁਹਾਡੇ ਕੈਬਨਿਟ ਪੱਧਰ ਦੇ ਮੰਤਰੀ ਬਣੇ ਹੋਏ ਨੇ ਤੇ ਇਹ ਮੈਨੂੰ ਅਗਰ ਚਾਹੁੰਦੇ ਤਾਂ ਮਾਨ ਸਨਮਾਨ ਨਾਲ ਮੈਂ ਸੁਭਾਵੀ ਮੁੱਖ ਮੰਤਰੀ ਸੀਗਾ। ਬਹੁਤ ਸਾਰੇ ਇਹਦੇ ਪਹਿਲੂ ਨੇ ਜਿਨ੍ਹਾਂ ਕਾਰਨਾਂ ਕਰਕੇ ਜਿੰਨੀ ਇਹਦੀ ਚਰਚਾ ਹੋਈ ਹੈ, ਜਿਸ ਤਰੀਕੇ ਨਾਲ ਚਰਚਾ ਹੋਈ ਹੈ, ਉਹਨਾਂ ਦੇ ਵਿੱਚ ਜਿਹੜਾ ਮੁੱਢ ਵੱਜਦਾ ਹੈ ਉਹ ਆਪਾਂ ਸਾਰੇ ਸਹਿਮਤ ਹਾਂ ਕਿ ਕਪਤਾਨ ਸਾਹਿਬ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਨਾਰਥ ਅਮਰੀਕਾ ਦੇ ਦੌਰੇ ਤੇ ਆਏ ਸੀਗੇ। ਉਹ ਕੈਨੇਡਾ 'ਚ ਆਉਣਾ ਚਾਹੁੰਦੇ ਸੀਗੇ। ਕੈਨੇਡਾ 'ਚ ਆਉਣ ਦੇ ਰਾਹ ਦੇ ਵਿੱਚ ਉਹਨਾਂ ਦੇ ਕਈ ਕਿਸਮ ਦੇ ਅੜਿੱਕੇ ਸੀਗੇ ਔਰ ਖਾਸ ਕਰਕੇ ਕੈਨੇਡੀਅਨ ਸਰਕਾਰ ਨੇ ਅਗਾਊਂ ਇੱਕ ਖੱਤ ਲਿਖ ਦਿੱਤਾ ਸੀ ਉਹਨਾਂ ਨੂੰ ਕਿ ਤੁਸੀਂ ਇੱਥੇ ਆ ਕੇ ਕਿਸੇ ਕਿਸਮ ਦਾ ਰਾਜਨੀਤਿਕ ਇਕੱਠ ਸੰਬੋਧਨ ਨਹੀਂ ਕਰ ਸਕਦੇ। ਔਰ ਕਪਤਾਨ ਸਾਹਿਬ ਮੇਰਾ ਖਿਆਲ ਹੈ ਕਿ ਇਹ ਵੱਟ ਲੈ ਕੇ ਇੱਥੋਂ ਗਏ ਕਿ 4 ਕੈਬਨਿਟ ਪੱਧਰ ਦੇ ਮੰਤਰੀ ਪੰਜਾਬੀ ਮੇਰੀ ਮਦਦ ਨਾ ਕਰ ਸਕੇ। ਇਹ ਉਹਨਾਂ ਦੇ ਮਨ ਦੇ ਵਿੱਚ ਵੱਟ ਰਿਹਾ ਔਰ ਇਸ ਨੂੰ ਲੈ ਕੇ ਗਏ। ਔਰ ਮੈਂ ਤੁਹਾਨੂੰ ਯਾਦ ਹੋਏਗਾ ਮੈਂ ਪ੍ਰੋਗਰਾਮ 'ਚ ਉਹਨਾਂ ਨੂੰ ਇੰਟਰਵਿਊ ਕੀਤਾ ਤੇ ਮੈਨੂੰ ਉਹਨੇ ਕਿਹਾ ਸੀ ਕਿ ਆਈਲ ਬੀ ਬੈਕ, ਮੈਂ ਮੁੱਖ ਮੰਤਰੀ ਬਣ ਕੇ ਆਵਾਂਗਾ। ਤਾਂ ਉਸ ਤੋਂ ਬਾਅਦ ਹਰਜੀਤ ਸੱਜਣ ਹੁਣ ਦਾ ਉੱਥੇ ਜਾਣਾ, ਉਹਨਾਂ ਨੇ ਕਿਹਾ ਕਿ ਮੈਨੂੰ ਮਿਲਾਂਗਾ ਨਹੀਂ। ਉਹਨਾਂ ਨੇ ਆਪਣਾ ਉਹ ਗੁੱਸਾ ਜ਼ਾਹਰ ਕੀਤਾ, ਜਿਹੜਾ ਕਿ ਕਿਸੇ ਕਿਸਮ ਦੀ ਸਰਾਹਨਾ ਨਹੀਂ ਹੋਈ, ਕਿਉਂਕਿ ਜਦੋਂ ਹਰਜੀਤ ਸਿੰਘ ਸੱਜਣ ਹੋਣਾ ਦਾ ਜਾਂ ਨਵਦੀਪ ਬੈਂਸ ਹੋਣਾ ਦਾ ਜਿਹੜਾ ਪਿਛੋਕੜ ਹੈ ਜਾਂ ਉਹਨਾਂ ਦਾ ਸਪੋਰਟ ਬੇਸ ਹੈ, ਉਹ ਕੁਝ ਵੀ ਹੋਵੇ, ਅਸੀਂ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਹੋਈਏ ਜਾਂ ਨਾ ਹੋਈਏ, ਅਸੀਂ ਖਾਲਿਸਤਾਨ ਦੇ ਹਾਮੀ ਹੋਈਏ ਜਾਂ ਨਾ ਹੋਈਏ, ਪਰ ਅਸੀਂ ਪੰਜਾਬੀ ਤੇ ਸਿੱਖ ਡਾਇਸਪੋਰਾ ਹੋਣ ਦੇ ਨਾਤੇ ਬੜਾ ਮਾਣਮੱਤੀ ਮਹਿਸੂਸ ਕਰਦੇ ਹਾਂ ਕਿ ਸਾਡੇ ਵਿੱਚੋਂ ਕੋਈ ਵਿਅਕਤੀ ਨਿਕਲਿਆ ਔਰ ਬਹੁਤ ਟੀਸੀ ਤੇ ਪਹੁੰਚਿਆ। ਉਹਨਾਂ ਦੀ ਹੇਠੀ ਹੋਈ ਤੇ ਅਸੀਂ, ਸਾਡਾ ਸਾਰਾ ਮੀਡੀਆ, ਸਾਡੇ ਸੁਣਨ ਵਾਲੇ ਆਮ ਲੋਕਾਂ ਨੇ ਕਿਹਾ ਕਪਤਾਨ ਸਾਹਿਬ ਨੂੰ ਐ ਨਹੀਂ ਸੀ ਕਰਨਾ ਚਾਹੀਦਾ। ਉਹਨਾਂ ਨੇ ਇਹ ਸਾਰੀ ਨੈਗੇਟਿਵਿਟੀ ਦਾ ਮੁੱਢ ਬੰਨਿਆ। ਹੁਣ ਜਦੋਂ ਉਹਨਾਂ ਨੇ ਕਿਹਾ ਕਪਤਾਨ ਸਾਹਿਬ ਨੇ ਕਿ ਇਹ
ਖਾਲਿਸਤਾਨੀਆਂ ਦੇ ਸਿੰਪਥਾਈਜ਼ਰ ਨੇ ਜੀ। ਇਸ ਗੱਲ ਨੂੰ ਪੋਲੀਟੀਕਲੀ ਮੋਦੀ ਸਰਕਾਰ ਕਿਸੇ ਵੀ ਗੱਲ ਨਾਲ ਇਹਨੂੰ ਪਲਟਾ ਨਹੀਂ ਸੀ ਸਕਦੀ। ਹੰਗਾਰਾ ਭਰਨ ਤੋਂ ਬਿਨਾਂ ਉਹਨਾਂ ਕੋਲੇ ਹੋਰ ਕੋਈ ਚਾਰਾ ਬਚਦਾ ਨਹੀਂ ਸੀ, ਕਿਉਂਕਿ ਉਹ ਤਾਂ ਆਪ ਪ੍ਰੋ ਹਿੰਦੂ ਪਾਰਟੀ ਹੈ। ਉਹ ਤਾਂ ਇਸ ਗੱਲ ਦੇ ਉੱਤੇ ਵੋਟਾਂ ਨੇ ਖਾਲਿਸਤਾਨ ਦਾ ਵਿਰੋਧ ਕਰਨਾ ਜਾਂ ਟੈਰਰਿਜ਼ਮ ਦਾ ਵਿਰੋਧ ਕਰਨਾ ਜਾਂ ਵਾਇਲੈਂਸ ਦਾ ਵਿਰੋਧ ਕਰਨਾ ਉਹਨਾਂ ਦਾ ਇੱਕ USP ਹੈ ਜੀ। ਦੋ ਗੱਲਾਂ ਹੋ ਗਈਆਂ। ਤੀਸਰੇ ਨੰਬਰ ਤੇ ਹੁਣ ਇਹ ਵੀ ਜੇਕਰ ਅਸੀਂ ਪੋਲੀਟੀਕਲੀ ਐਨਾਲਾਈਜ਼ ਕਰੀਏ ਜੀ ਤਾਂ ਟਰੂਡੋ ਸਾਹਿਬ ਨੂੰ ਵਿੱਚ ਕੋਈ ਨੁਕਸਾਨ ਨਹੀਂ ਸੀ। ਟਰੂਡੋ ਸਾਹਿਬ ਦੀ ਜਿਹੜੀ ਇੱਕ ਪਰਸੈਪਸ਼ਨ ਇਹ ਬਣੀ ਹੋਈ ਹੈ ਕਿ ਉਹਨਾਂ ਨੂੰ ਜਿਹੜਾ ਪ੍ਰੋ ਖਾਲਿਸਤਾਨ ਜਾਂ ਪ੍ਰੋ ਸਿੱਖ ਵੋਟ ਬਹੁਤ ਵੱਜਵੇਂ ਤਰੀਕੇ ਨਾਲ ਪਈ ਹੈ ਜੀ। ਘੱਟ ਗਿਣਤੀਆਂ ਦੇ ਉਹ ਪਹਿਲਾਂ ਹੀ ਮਸੀਹਾ ਬਣ ਕੇ ਸਾਹਮਣੇ ਆਏ ਨੇ। ਮਿਨੋਰਟੀਜ਼ ਨੂੰ ਉਹ ਸਮਝਦੇ ਨੇ ਕਿ ਉਹ ਪਿਛਲੀ ਸਰਕਾਰ ਦੇ ਜੋ ਕੰਮਕਾਰ ਸੀਗੇ ਜਾਂ ਉਹਨਾਂ ਦਾ ਜਿਹੜਾ ਬਾਰਬੈਰਿਕ ਪ੍ਰੈਕਟਿਸਿਸ ਵਾਲਾ ਇਸ਼ੂ ਸੀਗਾ ਇਲੈਕਸ਼ਨ ਚੱਲਿਆ, ਜਿਹਦੇ ਕਰਕੇ ਸਮਝਿਆ ਕਿ ਪਲਟਾ ਖਾਦਾ। ਸੋ ਕੁੱਲ ਮਿਲਾ ਕੇ ਇਸ ਦੌਰੇ ਦੇ ਵਿੱਚ ਮੈਂ ਤਾਂ ਇਹ ਐਨਾਲਿਸਿਸ ਕਰਦਾ, ਤੁਸੀਂ ਕਿਹਾ ਕਿ ਕੀ ਖੱਟਿਆ ਕੀ ਗਵਾਇਆ ਜੀ, ਕਿ ਸਾਰੇ ਜਿੱਤ ਗਏ, ਹਰਿਆ ਕੋਈ ਨਹੀਂ। ਟਰੂਡੋ ਸਾਹਿਬ ਵੀ ਜਿੱਤ ਗਏ ਪੋਲੀਟੀਕਲੀ ਜੀ, ਮੋਦੀ ਸਾਹਿਬ ਵੀ ਜਿੱਤ ਗਏ, ਕਪਤਾਨ ਸਾਹਿਬ ਦੀ ਬੱਲੇ ਬੱਲੇ ਹੋ ਗਈ ਜੀ, ਅਤੇ ਈਵਨ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਸ ਵੇਲੇ ਤੀਜੇ ਨੰਬਰ ਤੇ ਆਏ ਸਨ ਜੀ, ਉਹਨਾਂ ਦਾ ਵੀ ਇੱਜ਼ਤ ਮਾਣ ਵੱਧ ਗਿਆ, ਹਰਿਆ ਕੋਈ ਨਹੀਂ ਇਹਦੇ 'ਚ। ਡਾਕਟਰ ਕੰਗ ਜੀ ਗੱਲ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ, ਕਿਉਂਕਿ ਕੁਦਰਤੀ ਗੱਲ ਹੈ ਹਰੇਕ ਵਿਅਕਤੀ ਜਿਹੜੇ ਰਾਜਨੀਤਿਕ ਵਿਅਕਤੀ ਨੇ ਉਹ ਆਪਣਾ ਮਾਨ ਸਤਿਕਾਰ ਭਾਲਦੇ ਆ। ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਨਾਰਥ ਅਮਰੀਕਾ ਦਾ ਦੌਰਾ ਸੀ, ਅਮਰੀਕਾ ਇਜ਼ ਫਾਈਨ, ਉਹ ਉੱਥੋਂ ਦੌਰਾ ਕਰਕੇ ਵਾਪਸ ਜਿਵੇਂ ਜ਼ਿਕਰ ਕੀਤਾ ਕਿ ਕੈਨੇਡਾ ਆਉਣਾ ਚਾਹੁੰਦੇ ਸਨ, ਪਰੰਤੂ ਉਹਨਾਂ ਨੂੰ ਇਜਾਜ਼ਤ ਨਾ ਮਿਲੇ। ਉਹ ਰੋਸਾ ਮਨ ਦੇ ਵਿੱਚ ਲੈ ਕੇ ਜਦੋਂ ਸਾਡੇ ਡਿਫੈਂਸ ਮਿਨਿਸਟਰ ਸਰਦਾਰ ਹਰਜੀਤ ਸਿੰਘ ਸੱਜਣ ਜਾਂਦੇ ਨੇ, ਉਹਨਾਂ ਦਾ ਬਕਾਇਦਾ ਬਿਆਨ ਹੁੰਦਾ ਕਿ ਮੈਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਕਰਨੀ, ਉਹਨਾਂ ਦਾ ਜੀਓ ਆਇਆ ਨਹੀਂ ਕਰਨਾ। ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਉਹੀ ਰੋਸਾ ਸੀ? ਕਿਉਂਕਿ ਹੁਣ ਇਸ ਵੇਲੇ ਜਿਹੜੀ ਗੱਲਬਾਤ ਚੱਲ ਰਹੀ ਸੀ ਇਸ ਫੇਰੀ ਦੇ ਵਿੱਚ, ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਦੇ ਨਾਲ ਜਾਂਦੇ ਨੇ, ਬਾਕੀ ਮੰਤਰੀ ਵੀ ਨਾਲ ਜਾਂਦੇ ਨੇ, ਇਹਨਾਂ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਪ੍ਰੋਟੋਕਾਲ ਜਿਸ ਤਰ੍ਹਾਂ ਬਣਿਆ ਉਸ ਹਿਸਾਬ ਦੇ ਨਾਲ ਸਾਰੀਆਂ ਉਹਨਾਂ ਦੇ ਪ੍ਰੋਗਰਾਮ ਤੈਅ ਹੁੰਦੇ ਆ। ਉਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਕੈਪਟਨ ਸਾਹਿਬ ਨਾਲ ਮਿਲਣੀ ਦਾ ਪ੍ਰੋਗਰਾਮ ਤੈਅ ਨਹੀਂ ਸੀ। ਉਹਨਾਂ ਦੇ ਉੱਥੇ ਅਰਾਈਵਲ ਤੋਂ ਬਾਅਦ ਉਸੇ ਹਰਜੀਤ ਸਿੰਘ ਸੱਜਣ ਡਿਫੈਂਸ ਮਿਨਿਸਟਰ ਜਿਹਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਟਰੂਡੋ ਸਾਹਿਬ ਨੂੰ ਕਿਹਾ ਕਿ ਨਹੀਂ ਆਪਾਂ ਕੈਪਟਨ ਸਾਹਿਬ ਨੂੰ ਮਿਲਣਾ ਹੈ, ਔਰ ਕੈਪਟਨ ਸਾਹਿਬ ਨੇ ਥਰੂ PM ਆਫਿਸ, ਜਿੱਥੇ ਤੱਕ ਮੈਨੂੰ ਪਤਾ ਲੱਗਾ ਕਿ PM ਆਫਿਸ ਦੇ ਰਾਹੀਂ ਉਹਨਾਂ ਨਾਲ ਮੁਲਾਕਾਤ ਕੀਤੀ। ਤੁਹਾਨੂੰ ਲੱਗਦਾ ਕਿ ਉਹਨਾਂ ਦੇ ਮਨ ਦੇ ਵਿੱਚ ਉਹੀ ਗਿਲਾ ਜਾਂਦਾ ਤੁਰਿਆ ਫਿਰਦਾ ਸੀ? ਸੋ ਸਭ ਮੈਂ ਕਿਹਾ ਕਿ ਬਹੁਤ ਸਾਰੀਆਂ ਚੀਜ਼ਾਂ ਤੈਅ ਹੋਈਆਂ ਹੁੰਦੀਆਂ, ਜਿਸ ਤਰ੍ਹਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਤੈਅ ਸੀ, ਗੁਜਰਾਤ ਦੇ ਮੁੱਖ ਮੰਤਰੀ ਨਾਲ ਉਹਨਾਂ ਦੀ ਮੀਟਿੰਗ ਤੈਅ ਸੀ, ਔਰ ਜਿਸ ਤਰ੍ਹਾਂ ਡਾਕਟਰ ਰਮਾਣਾ ਨੇ ਵੀ ਕਿਹਾ ਡਿਪੈਂਡ ਇਹ ਕਰਦਾ ਹੁੰਦਾ ਕਿ ਉੱਥੇ ਪ੍ਰਾਈਮ ਮਿਨਿਸਟਰ ਦੀ ਪ੍ਰੈਜ਼ੈਂਸ ਲੋੜ ਹੈ ਕਿ ਨਹੀਂ ਹੈ। ਜਿਸ ਤਰ੍ਹਾਂ ਸ਼ਿੰਜੋ ਆਬੇ ਦੇ ਮੌਕੇ ਤੇ ਪ੍ਰਾਈਮ ਮਿਨਿਸਟਰ ਗਏ, ਜਾਪਾਨ ਦੇ ਪ੍ਰਾਈਮ ਮਿਨਿਸਟਰ ਦੇ ਮੌਕੇ ਤੇ ਹੋਰਨਾਂ ਥਾਵਾਂ ਤੇ, ਜਿਵੇਂ ਉਹਨਾਂ ਨੇ ਗੁਜਰਾਤ ਦੇ ਵਿੱਚ ਜਾ ਕੇ ਇੱਕ ਬਹੁਤ ਵੱਡੇ ਪ੍ਰੋਜੈਕਟ ਦਾ ਉਦਘਾਟਨ ਕਰਨਾ ਸੀ ਸ਼ਿੰਜੋ ਆਬੇ ਸਾਹਿਬ ਨੇ, ਜਿਹੜੀ ਉਹ ਤੇਜ਼ ਗੱਡੀ ਉਹਨਾਂ ਨੇ ਉੱਥੇ ਚਲਾਉਣੀ ਸੀ, ਤੇ ਬਹੁਤ ਵੱਡਾ ਉਹ ਪ੍ਰੋਜੈਕਟ ਸੀ, ਉੱਥੇ ਪ੍ਰਾਈਮ ਮਿਨਿਸਟਰ ਦਾ ਹੋਣਾ ਨਿਹਾਇਤ ਜ਼ਰੂਰੀ ਸੀ। ਔਰ ਇਹ ਵੀ ਗੱਲ ਬਿਲਕੁਲ ਠੀਕ ਹੈ ਕਿ ਟਰੂਡੋ ਸਾਹਿਬ ਨੂੰ ਉਹ 'ਚ ਕੋਈ ਚੀਜ਼ ਆਡ ਨਹੀਂ ਲੱਗੀ ਹੋਣੀ, ਕਿਉਂਕਿ ਉਹ ਸਾਰਾ ਪ੍ਰੋਟੋਕੋਲ ਤੈਅ ਹੋਇਆ ਹੁੰਦਾ ਕਿ ਕੌਣ ਉਹਨਾਂ ਨੂੰ ਆ ਕੇ 에ਅਰਪੋਰਟ ਤੇ ਰਿਸੀਵ ਕਰੇਗਾ। ਉਂਝ ਵੀ ਦੇਖੀਏ ਤਾਂ ਜਿਹੜਾ ਮਿਨਿਸਟਰ ਆਫ ਸਟੇਟ ਹੈ ਉਹ ਯੂਜੂਅਲੀ ਜਾਂਦੇ ਨੇ ਕਿਸੇ ਵੀ ਸਰਬਰਾਹ ਨੂੰ ਲੈਣ ਵਾਸਤੇ, ਲੇਕਿਨ ਇਹ ਕੁਝ ਇਟਸ ਨਾਟ ਸੈਟ ਇਨ ਸਟੋਨ, ਲੇਕਿਨ ਉਹਦੇ 'ਚ ਲਿਬਰਟੀ ਵੀ ਲਈ ਜਾ ਸਕਦੀ, ਜਿਸ ਤਰ੍ਹਾਂ ਪ੍ਰਾਈਮ ਮਿਨਿਸਟਰ ਮੋਦੀ ਨੇ ਕਈ ਦਫਾ ਲਈ ਵੀ ਹੈ। ਲੇਕਿਨ ਜਿੱਥੋਂ ਤੱਕ ਇਹ ਰੋਸਿਆਂ ਦਾ ਸਵਾਲ ਜਾਂ ਦੂਸਰੀਆਂ ਚੀਜ਼ਾਂ ਦਾ ਸਵਾਲ ਹੁੰਦਾ, ਉਹਦੇ 'ਚ ਇਹ ਹੁੰਦਾ ਕਿ ਜਿਹੜਾ ਵੀ ਪੋਲੀਟੀਸ਼ੀਅਨ ਆਪਣੇ ਮੁਲਕ ਦੇ ਵਿੱਚ ਹੈ, ਉਹਨੇ ਦੇਖਣਾ ਹੁੰਦਾ ਕਿ ਉਹਨੇ ਆਪਣੀ ਡੋਮੈਸਟਿਕ ਉੱਥੇ ਜਿਹੜੀ ਆਡੀਅנס ਹੈ ਜਾਂ ਡੋਮੈਸਟਿਕ ਜਿਹੜਾ ਵੋਟਰ ਹੈ ਉਹਨੂੰ ਪਲੇ ਕਰਨਾ ਉਹਨੇ। ਹੁਣ ਇਹ ਸਾਨੂੰ ਇੱਥੇ ਉਹਦਾ ਰੋਸਾ ਹੈ ਕਿ ਸਰਦਾਰ ਹਰਜੀਤ ਸਿੰਘ ਸੱਜਣ ਦੇ ਨਾਲ ਮੁਲਾਕਾਤ ਕਰਨ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਨਾ ਕਰ ਦਿੱਤੀ ਜੀ। ਪੰਜਾਬ ਦੇ ਲੋਕਾਂ ਵਾਸਤੇ ਇਸ਼ੂ ਨਹੀਂ ਹੈ, ਬਿਲਕੁਲ ਉਹ ਪੋਲਿਟਿਕਸ ਆਪਣੀ ਪੰਜਾਬ 'ਚ ਕਰਦੇ ਨੇ, ਉਹ ਮੁੱਖ ਮੰਤਰੀ ਪੰਜਾਬ ਦੇ ਨੇ, ਸੋ ਉਹਨਾਂ ਨੇ ਦੇਖਣਾ ਕਿ ਉਹਨਾਂ ਦੇ ਉਸ ਜੈਸਚਰ ਦਾ ਉੱਥੇ ਕੁਝ ਨੈਗੇਟਿਵ ਅਸਰ ਹੁੰਦਾ ਕਿ ਨਹੀਂ ਹੁੰਦਾ। ਇੱਕ ਚੀਜ਼ ਹੈ, ਔਰ ਦੂਸਰੀ ਚੀਜ਼ ਮੈਂ ਤੁਹਾਨੂੰ ਜਿਹੜੀ ਕਹੀ ਹੈ ਕਿ ਜਿਹੜਾ ਪ੍ਰੋਟੋਕੋਲ ਤੋਂ ਇਲਾਵਾ ਚੀਜ਼ਾਂ ਰਾਸ ਮਾਮਲੇ ਤੈਅ ਹੁੰਦੀਆਂ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ, ਉਹਨਾਂ ਨੇ ਟਵੀਟ ਵੀ ਕੀਤਾ ਸੀ ਕਿ ਮੈਂ ਪ੍ਰਾਈਮ ਮਿਨਿਸਟਰ ਟਰੂਡੋ ਨੂੰ ਮਿਲਣਾ ਚਾਹੁੰਦਾ। ਉਸ ਤੋਂ ਬਾਅਦ ਥੋੜ੍ਹੇ ਇਹ ਵੀ ਕਨਸਰਨਾਂ ਆਉਂਦੀਆਂ ਰਹੀਆਂ ਕਿ ਪ੍ਰਾਈਮ ਮਿਨਿਸਟਰ ਟਰੂਡੋ ਜਿਹੜੇ ਨੇ ਉਹ ਥੋੜ੍ਹੇ ਜਿਹੇ ਝਿਜਕ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਵਾਸਤੇ, ਕਿਉਂਕਿ ਸਰ ਹਰਜੀਤ ਸਿੰਘ ਸੱਜਣ ਉਹਨਾਂ ਦੇ ਐਪੀਸੋਡ ਦੀ ਵਜ੍ਹਾ ਕਰਕੇ, ਉਸ ਵਜ੍ਹਾ ਕਰਕੇ। ਲੇਕਿਨ ਮੈਂ ਜਿੱਥੇ ਤੱਕ ਸਮਝਦਾ, ਜਿੱਥੇ ਤੱਕ ਮੇਰਾ ਖਿਆਲ ਹੈ ਇਹ ਹੈ ਕਿ ਜਦੋਂ ਇਹ ਗੱਲ ਬਹੁਤ ਜ਼ਿਆਦਾ ਫੈਲ ਗਈ, ਸਮਹਾਉ ਇਹ ਫੈਲਣੀ ਨਹੀਂ ਸੀ ਚਾਹੀਦੀ, ਕਿਉਂਕਿ ਟਰੂਡੋ ਸਾਹਿਬ ਦਾ ਕੋਈ ਅਪਮਾਨ ਨਹੀਂ ਸੀ ਕੀਤਾ ਜਾ ਰਿਹਾ। ਇੱਥੋਂ ਦੇ ਮੀਡੀਆ ਨੇ ਵੀ ਸ਼ੁਰੂ ਕੀਤਾ that government of India is showing polite displeasure, ਔਰ ਸਮਟਾਈਮਸ ਕੁਝ ਲੋਕਾਂ ਨੇ ਬਹੁਤ ਜ਼ਿਆਦਾ ਸਖਤ ਸ਼ਬਦਾਵਲੀ ਵੀ ਵਰਤੀ ਕਿ ਹੀ ਇਜ਼ ਬੀਇੰਗ ਸਨਬਡ, ਇਟਸ ਲਾਈਕਲੀ ਸਟਰੋਂਗਰ ਵਰਡ ਹੈਗਾ। ਸੋ ਲੇਕਿਨ ਉਹਦੇ 'ਚ ਮੈਂ ਸਮਝਦਾ ਕਿ ਜਦੋਂ ਇਹ ਇਸ ਤਰ੍ਹਾਂ ਦੀ ਗੱਲ ਚੱਲ ਪਈ ਮੀਡੀਆ ਦੇ ਵਿੱਚ, ਸਾਰਾ ਰੌਲਾ ਪੈਣਾ ਸ਼ੁਰੂ ਹੋ ਗਿਆ, ਤੇ ਇਹ ਇੱਕ ਡੈਮੇਜ ਕੰਟਰੋਲ
ਦਾ ਤਰੀਕਾ ਸੀ ਗਵਰਨਮੈਂਟ ਆਫ ਇੰਡੀਆ ਦਾ ਕਿ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਉਹਨੂੰ ਮੈਲੋ ਡਾਊਨ ਕੀਤਾ ਜਾਵੇ ਔਰ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਪੰਜਾਬ ਨੂੰ ਟਰੂਡੋ ਸਾਹਿਬ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਜੀ ਔਰ ਉਸ ਕਰਕੇ ਉਹ ਮੁਲਾਕਾਤ ਹੋਈ ਔਰ ਉਹਨਾਂ ਦੀ ਜਿਹੜੀ ਪੰਜਾਬ ਦੀ ਫੇਰੀ ਸੀ ਉਹ ਬਹੁਤ ਸਕਸੈਸਫੁਲ ਰਹੀ ਇਸ ਲਿਹਾਜ਼ ਦੇ ਨਾਲ ਔਰ ਬਹੁਤ ਲੋਕਾਂ ਨੇ ਉਸ ਨੂੰ ਪਸੰਦ ਕੀਤਾ ਔਰ ਮੈਂ ਇਹ ਗੱਲ ਬਹੁਤ ਕੈਟੇਗੋਰੀਕਲੀ ਕਹਿਣਾ ਚਾਹੁੰਦਾ ਕਿ ਇਹ ਠੀਕ ਹੈ ਸਾਡੀਆਂ ਭਾਵਨਾਵਾਂ ਵੱਖਰੇ ਤਰੀਕੇ ਨਾਲ ਜੁੜੀਆਂ ਕਿਉਂਕਿ ਟਰੂਡੋ ਸਾਹਿਬ ਸਾਡੇ ਪ੍ਰਧਾਨ ਮੰਤਰੀ ਨੇ ਭਾਰਤ ਦੇ ਲੋਕਾਂ ਦੀਆਂ ਡਿਫਰੈਂਟ ਤਰੀਕੇ ਨਾਲ ਉਹਨਾਂ ਨਾਲ ਜੁੜੀਆਂ ਹੋਈਆਂ ਨੇ ਬਾਕੀ ਲੋਕਾਂ ਨਾਲ ਡਿਫਰੈਂਟ ਹੁੰਦੀਆਂ ਲੇਕਿਨ ਇੱਕ ਚੀਜ਼ ਬਿਲਕੁਲ ਤੈਅ ਹੈ ਜਿਹੜੀ ਮੈਂ ਮਹਿਸੂਸ ਕੀਤੀ ਹੈ ਉਹਨਾਂ ਦੀ ਸਾਰੀ ਫੇਰੀ ਨੂੰ ਕਵਰ ਕਰਦਿਆਂ ਹੋਇਆਂ ਜਾਂ ਜੋ ਵੀ ਸਟੋਰੀ ਨੂੰ ਅਸੀਂ ਫੋਲੋ ਕਰਦੇ ਰਹੇ ਸਾਰੇ ਸੋ ਉਹਦੇ 'ਚ ਮੈਂ ਇਹ ਦੇਖਿਆ ਕਿ ਕਿਸੇ ਦੀ ਕੋਈ ਵੀ ਪਰਸੈਪਸ਼ਨ ਹੋਵੇ ਲੇਕਿਨ ਜਿਹੜੇ ਪੰਜਾਬ ਦੇ ਔਰ ਭਾਰਤ ਦੇ ਆਮ ਲੋਕ ਨੇ ਉਹਨਾਂ ਉੱਤੇ ਪ੍ਰਾਈਮ ਮਿਨਿਸਟਰ ਟਰੂਡੋ ਇੱਕ ਬਹੁਤ ਪੋਜ਼ਿਟਿਵ ਇੰਪੈਕਟ ਛੱਡ ਕੇ ਆਏ ਨੇ ਉਹਨਾਂ ਦੀ ਸਾਦਗੀ ਉਹਨਾਂ ਦਾ ਜਿਹੜਾ ਬਿਲਕੁਲ ਇਨਫਾਰਮਲ ਤਰੀਕੇ ਦਾ ਜਿਹੜਾ ਉਹਨਾਂ ਦਾ ਡਿਵੈਨਰ ਸੀਗਾ ਉਹਨਾਂ ਦਾ ਵਰਤਾਓ ਉਹਨਾਂ ਦੀ ਪਤਨੀ ਦਾ ਬੱਚਿਆਂ ਦਾ ਬਹੁਤ ਸਾਰੇ ਲੋਕਾਂ ਨੇ ਮੇਰੇ ਨਾਲ ਜਿਹਨਾਂ ਦੀ ਗੱਲ ਹੋਈ ਉਹਨਾਂ ਨੇ ਮਹਿਸੂਸ ਕੀਤਾ ਕਿ ਕਾਸ਼ ਸਾਡਾ ਵੀ ਕੋਈ ਲੀਡਰ ਇਹੋ ਜਿਹਾ ਹੋਵੇ ਔਰ ਉਹਦੇ 'ਚ ਇੱਕ ਚੀਜ਼ ਜਿਹੜੀ ਹੋਰ ਧਿਆਨ ਦੇਣ ਵਾਲੀ ਹੈ ਸਰ ਕੁਲਦੀਪ ਸਿੰਘ ਜੀ ਉਹ ਇਹ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਮੁਲਾਕਾਤ ਟਰੂਡੋ ਸਾਹਿਬ ਨਾਲ ਨਾ ਹੁੰਦੀ ਤੇ ਉਹ ਰੋਸਾ ਹੋਰ ਵੀ ਵੱਧ ਜਾਣਾ ਸੀ ਕਿਉਂਕਿ ਜ਼ਿਆਦਾ ਜਿਹੜੀ ਮੈਂ ਸਮਝਦਾ ਕਿ ਸਿੱਖ ਵਸੋਂ ਹੈ ਉਹਨਾਂ ਦੀਆਂ ਸੈਂਸਿਟੀਵਿਟੀਜ਼ ਥੋੜ੍ਹੀਆਂ ਜ਼ਿਆਦਾ ਜੁੜੀਆਂ ਨੇ ਇਹ ਸਾਰੇ ਇਸ਼ੂ ਦੇ ਨਾਲ ਸੋ ਔਰ ਉਹੀ ਜ਼ਿਆਦਾ ਮੁਖਰ ਹੋ ਕੇ ਇਸ ਚੀਜ਼ ਨੂੰ ਮਹਿਸੂਸ ਵੀ ਕਰ ਰਹੇ ਸੀ ਉਠਾ ਵੀ ਰਹੇ ਸੀ ਸੋ ਇਸ ਕਰਕੇ ਮੈਂ ਸਮਝਦਾ ਕਿ ਇੱਕ ਬਹੁਤ ਅੱਛੀ ਡਿਵੈਲਪਮੈਂਟ ਹੋਈ ਔਰ ਉਹਦੇ ਨਾਲ ਕੁਝ ਨਾ ਕੁਝ ਹੱਦ ਤੱਕ ਜਿਹੜਾ ਉਹ ਸਾਰਾ ਸਿਚੁਏਸ਼ਨ ਨੂੰ ਮੈਲੋ ਡਾਊਨ ਕਰਨ ਦੇ ਵਿੱਚ ਬਹੁਤ ਵੱਡੀ ਮਦਦ ਮਿਲੀ ਜੀ ਪਰ ਡਾਕਟਰ ਮਾਨਾ ਤੁਹਾਨੂੰ ਲੱਗਦਾ ਨਹੀਂ ਕਿ ਜਦੋਂ ਜਸਟਿਨ ਟਰੂਡੋ ਦਰਬਾਰ ਸਾਹਿਬ ਦੀ ਫੇਰੀ ਦੇ ਉੱਤੇ ਜਾਂਦੇ ਆ ਔਰ ਉਹਨਾਂ ਦੀ ਇੱਕ ਇੱਛਾ ਹੁੰਦੀ ਹੈ ਕਿ ਮੇਰੇ ਵਾਸਤੇ ਸਪੈਸ਼ਲੀ ਜਿਹੜੀ ਆਮ ਪਬਲਿਕ ਹੈ ਉਹਨੂੰ ਰੋਕਿਆ ਨਾ ਜਾਵੇ ਮੇਰੇ ਲਈ ਕੋਈ ਸਪੈਸ਼ਲ ਇਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਜਾਣ ਮੈਂ ਆਪਣੇ ਪਰਿਵਾਰ ਸਮੇਤ ਲੋਕਾਂ ਦੇ ਨਾਲ ਜਾ ਕੇ ਦਰਸ਼ਨ ਕਰਨਾ ਚਾਹੁੰਦਾ ਤੁਹਾਨੂੰ ਲੱਗਾ ਨਹੀਂ ਜਦੋਂ ਦਰਬਾਰ ਸਾਹਿਬ ਗਏ ਨੇ ਜਿਹੜੀ ਗੱਲ ਡਾਕਟਰ ਕੰਗ ਕਹਿ ਰਹੇ ਸਨ ਕਿ ਉਹਨਾਂ ਦੀ ਲੋਕਾਂ ਦੇ ਨਾਲ ਬੜੀ ਨੇੜਤਾ ਬੜਾ ਓਪਨ ਜਿਹਾ ਹੋਣਾ ਔਰ ਹਰੇਕ ਬੱਚੇ ਨੂੰ ਜਾ ਕੇ ਹੱਥ ਮਿਲਾਉਣਾ ਹਰੇਕ ਵਿਅਕਤੀ ਨੂੰ ਜਾ ਕੇ ਮਿਲਣਾ ਇਹ ਲੱਗਦਾ ਨਹੀਂ ਕਿ ਲੋਕਾਂ ਨੂੰ ਇਉਂ ਲੱਗਾ ਕਿ ਸਾਡੇ ਪ੍ਰਧਾਨ ਮੰਤਰੀ ਜਾਂ ਸਾਡਾ ਮੁੱਖ ਮੰਤਰੀ ਵੀ ਇੱਥੇ ਪੰਜਾਬ ਦਾ ਜਾਂ ਭਾਰਤ ਦਾ ਕੋਈ ਇਸ ਤਰ੍ਹਾਂ ਦਾ ਹੋਵੇ ਦੇਖੋ ਇੱਕ ਗੱਲ ਹੈ ਕਿ ਅਸੀਂ ਸਾਡੇ ਜਿਹੜੇ ਮੁਲਕ ਦੇ ਸਿਆਸਤ ਹੈ ਜੀ ਤੇ ਸਾਡੇ ਮੁਲਕ ਦੇ ਸਿਆਸਤਦਾਨ ਨੇ ਕੈਨੇਡਾ ਦੇ ਉਹ ਬੁਨਿਆਦੀ ਵੇਖਿਆ ਜਾਵੇ ਤਾਂ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਭਾਰਤ ਨਾਲੋਂ ਕਿਉਂਕਿ ਭਾਰਤ ਦੇ ਜਿਹੜੇ ਡੈਮੀ ਗॉड्स ਨੇ ਲਾਰਜਰ ਦੈਨ ਲਾਈਫ ਇਮੇਜ ਕੈਰੀ ਕਰਦੇ ਆ ਸਿਕਿਉਰਿਟੀ ਐਂਡ ਐਵਰੀਥਿੰਗ ਉਹ ਸਾਡੇ ਤਾਂ ਹੈ ਨਹੀਂ ਤੇ ਜਿੱਥੋਂ ਤੱਕ ਟਰੂਡੋ ਸਾਹਿਬ ਦਾ ਆਮ ਲੋਕਾਂ ਨੂੰ ਉਸ ਤਰੀਕੇ ਨਾਲ ਮਿਲਣਾ ਜਿਵੇਂ ਉਹ ਮਿਲੇ ਨੇ ਉਹ ਇੱਕ ਪਬਲਿਕ ਰਿਲੇਸ਼ਨ ਦਾ ਹਿੱਸਾ ਵੀ ਹੈ ਉਹ ਐਸਾ ਨਹੀਂ ਹੈ ਕਿ ਟਰੂਡੋ ਸਾਹਿਬ ਨੇ ਆਊਟ ਆਫ ਦਾ ਵੇ ਜਾ ਕੇ ਕੁਝ ਉਹਨਾਂ ਦੇ ਮਨ 'ਚ ਇੱਕਦਮ ਆਇਆ ਕਿ ਮੈਂ ਆਹ ਕਰਨਾ ਉਹ ਉਹਨਾਂ ਨੇ ਸਲਾਹ ਦੇ ਤਹਿਤ ਸਾਰਾ ਕੁਝ ਕੀਤਾ ਕਿਉਂਕਿ ਲੋਕਾਂ ਨੂੰ ਇਹ ਜਿਹੇ ਲੱਗਣ ਯੈਸ ਹੀ ਇਜ਼ ਅ ਫੈਮਿਲੀ ਮੈਨ ਉਹ ਜਦੋਂ ਪਹਿਲਾਂ ਅਮਰੀਕਾ ਦੇ ਦੌਰ ਤੇ ਵੀ ਗਏ ਨੇ ਵਾਈਟ ਹਾਊਸ ਓਬਾਮਾ ਸਾਹਿਬ ਨੂੰ ਮਿਲਣ ਗਏ ਸੀਗੇ ਉਦੋਂ ਵੀ ਨਿਆਣੇ ਚੱਕ ਕੇ ਗਏ ਆ ਹੀ ਇਜ਼ ਅ ਫੈਮਿਲੀ ਮੈਨ ਐਂਡ ਹੀ ਇਜ਼ ਅ ਵੈਰੀ ਮਚ ਆਫ ਅ ਕੈਨੇਡੀਅਨ ਪੋਲੀਟੀਸ਼ੀਅਨ ਦਿਸ ਇਜ਼ ਹਾਊ ਦ ਕੈਨੇਡੀਅਨ ਪੋਲੀਟੀਸ਼ੀਅਨ ਲੁਕਸ ਲਾਈਕ ਤੇ ਖਾਸ ਕਰਕੇ ਟਰੂਡੋ ਸਾਹਿਬ ਨੌਜਵਾਨ ਨੇ ਉਹਨਾਂ ਦੀ ਇੱਕ ਖਾਸ ਮਾਸ ਅਪੀਲ ਹੈ ਇਹਨਾਂ ਕਾਰਨਾਂ ਕਰਕੇ ਪਰ ਵੇਖਿਆ ਜਾਵੇ ਤਾਂ ਜੇ ਤੁਸੀਂ ਉਹਨਾਂ ਨੂੰ ਸਟੀਵਨ ਹਾਰਪਰ ਸਾਹਿਬ ਨਾਲ ਬੁਲਾ ਕੇ ਦੇਖੋ ਸਟੀਵਨ ਹਾਰਪਰ ਸਾਹਿਬ ਦਾ ਇਮੇਜ ਸੀ ਜਿਹੜਾ ਉਹ ਬਹੁਤ ਖੁਸ਼ ਕਿਸਮ ਦਾ ਸੀ ਜੀ ਤੇ ਉਹਨਾਂ ਦੇ ਮੁਕਾਬਲੇ ਇਹਨਾਂ ਦਾ ਜਿਹੜਾ ਸ਼ਖਸੀਅਤ ਬਹੁਤ ਰੰਗੀਲੀ ਹੈ ਫੈਮਿਲੀ ਮੈਨ ਹੈ ਲੋਕਾਂ ਨੂੰ ਮਿਲਣ ਗਿਲਣ ਦੇ ਕਰਕੇ ਇਹਨਾਂ ਦੀ ਸਿਆਸੀ ਲੋਕਪ੍ਰਿਯਤਾ ਜਿਹੜੀ ਬਹੁਤ ਜ਼ਿਆਦਾ ਹੈ ਦੂਸਰੀ ਗੱਲ ਵਿੱਚ ਮੈਂ ਥੋੜੀ ਦੱਸ ਦਵਾਂ ਮੈਂ ਵਿੱਚ ਜ਼ਿਕਰ ਕਰਨਾ ਚਾਹੁੰਦਾ ਕਿ ਮੈਂ ਮਿਸਟਰ ਸੁਬਰਾਮਨਿਅਮ ਸਵਾਮੀ ਨਾਲ ਗੱਲਬਾਤ ਕੀਤੀ ਸੀ ਬਿਲਕੁਲ ਦੂਸਰੇ ਦਿਨ ਜਦੋਂ ਚਰਚਾ ਪੂਰੇ ਜ਼ੋਰਾਂ ਤੇ ਸੀ ਕਿ ਪ੍ਰਧਾਨ ਮੰਤਰੀ ਮਿਲਣ ਕਿਉਂ ਨਾ ਆਏ ਜੀ ਤੇ ਉਹ ਮੈਂਬਰ ਪਾਰਲੀਮੈਂਟ ਨੇ ਬੜੇ ਜ਼ਿੰਮੇਵਾਰ ਉਹਦੇ ਤੇ ਬੈਠੇ ਨੇ ਭਾਰਤੀ ਜਨਤਾ ਪਾਰਟੀ ਦੇ ਮਿਸਟਰ ਸੁਬਰਾਮਨਿਅਮ ਸਵਾਮੀ ਨੇ ਗੱਲ ਕੋਈ ਨਹੀਂ ਹੈ ਹੁਣ ਮੈਨੂੰ ਨਹੀਂ ਪਤਾ ਕਿ ਉਹ ਮੋਦੀ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ ਸੀਗੇ ਜਾਂ ਨਹੀਂ ਕਰ ਰਹੇ ਸੀ ਲੇਕਿਨ ਵਾਸ ਸੋ ਸਰਪ੍ਰਾਈਜ਼ਿੰਗ ਫॉर ਮੀ ਟੂ ਹੀਅਰ ਕਿ ਉਹ ਕਹਿੰਦੇ ਜੀ ਮੈਂ ਕਿਹਾ ਜੀ ਤੁਹਾਡੀ ਕੋਈ ਜ਼ਿੰਮੇਵਾਰ ਬੰਦਾ ਪਹੁੰਚਿਆ ਨਹੀਂ ਤੇ ਉਹ ਕਹਿੰਦੇ ਕਿ ਐਕਚੁਅਲੀ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ ਇਸ ਗੱਲ ਦਾ ਕਿ ਤੁਸੀਂ ਜੈਨੋਸਾਈਡ ਦੀ ਗੱਲ ਕਰਦੇ ਹੋ ਤੁਸੀਂ ਵੰਡੀਆਂ ਪਾਉਣ ਦੀ ਗੱਲ ਕਰਦੇ ਹੋ ਤੁਸੀਂ ਖਾਲਿਸਤਾਨ ਨੂੰ ਸ਼ਹਿ ਸਿੰਪਥਾਈਜ਼ ਕਰਦੇ ਹੋ ਤਾਂ ਫਿਰ ਤੁਹਾਨੂੰ ਕੁਝ ਨਾ ਕੁਝ ਇਸ਼ਾਰਾ ਤਾਂ ਕਰਨਾ ਹੀ ਪੈਣਾ ਤੁਹਾਨੂੰ ਹੀ ਸ਼ੁੱਡ ਨੋ ਕਿ ਭਾਰਤ ਵਿੱਚ ਫਿਰ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ ਇਹ ਉਹਨਾਂ ਦਾ ਇੱਕ ਗੁੱਝਾ ਸੰਕੇਤ ਸੀਗਾ ਕਿ ਜੋ ਕੁਝ ਕੀਤਾ ਗਿਆ ਉਹਦੇ ਪਿੱਛੇ ਵੀ ਇੱਕ ਰਣਨੀਤੀ ਸੀ ਪਰ ਮਿਸਟਰ ਸੁਬਰਾਮਨਿਅਮ ਸਵਾਮੀ ਦਾ ਜਿੱਥੇ ਤੱਕ ਸਵਾਲ ਹੈ ਨਾ ਕਿ ਥੋੜਾ ਜਿਹਾ ਉਹ ਬੇਸ਼ੱਕ
ਮੈਂਬਰ ਰਾਜ ਸਭਾ ਦੇ ਹਨ ਭਾਰਤੀ ਜਨਤਾ ਪਾਰਟੀ ਵੱਲੋਂ ਹੀ, ਲੇਕਿਨ ਹੀ ਇਜ਼ ਅ ਕਾਈਂਡ ਆਫ ਅ ਮੈਵਰਿਕ ਪੋਲੀਟੀਸ਼ੀਅਨ ਜਿਹਨੂੰ ਆਪਾਂ ਕਹਿੰਦੇ ਥੋੜਾ ਜਿਹਾ ਗੱਲ ਉਹਨਾਂ ਦੀ ਜਿਹੜੀ ਕਹੀ ਹੋਈ ਗੱਲ ਹੈ, ਮੈਂ ਨਹੀਂ ਮੰਨਦਾ ਕਿ ਉਹ ਗਵਰਨਮੈਂਟ ਦੀ ਰਿਪਰੈਜ਼ੈਂਟੇਟਿਵ ਹੁੰਦੀ ਹੈ, ਔਰ ਗਵਰਨਮੈਂਟ ਕਦੀ ਵੀ ਇੰਨੇ ਖੁੱਲੇ ਤਰੀਕੇ ਨਾਲ ਕਿਸੇ ਗੱਲ ਨੂੰ ਇਸ ਤਰ੍ਹਾਂ ਐਕਸਪ੍ਰੈਸ ਕਰੇਗੀ। ਜਿਸ ਤਰ੍ਹਾਂ ਡਿਪਲੋਮੈਟਿਕਲੀ ਸਟਲ ਤਰੀਕੇ ਦੇ ਨਾਲ ਸੁਨੇਹੇ ਜ਼ਰੂਰ ਦਿੱਤੇ ਜਾਂਦੇ ਨੇ, ਇਸ਼ਾਰੇ ਜ਼ਰੂਰ ਦਿੱਤੇ ਜਾਂਦੇ ਨੇ, ਉਹ ਦੇਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਵਰਨਮੈਂਟ ਆਫ ਇੰਡੀਆ ਨੇ, ਲੇਕਿਨ ਮੈਨੂੰ ਲੱਗਦਾ ਕਿ ਇਹ ਥੋੜਾ ਜਿਹਾ ਇਸ਼ੂ ਜਿਹੜਾ ਹੈ ਆਊਟ ਆਫ ਪ੍ਰੋਪੋਰਸ਼ਨ ਬਲੋ ਹੋ ਗਿਆ। ਮੈਂ ਕਿਹਾ ਜਿੰਨਾ ਕੁ ਸਰਕਾਰ ਭਾਰਤ ਦੀ ਇਸ਼ਾਰਾ ਕਰਨਾ ਚਾਹੁੰਦੀ ਸੀ, ਉਸ ਤੋਂ ਜ਼ਿਆਦਾ ਇੱਥੋਂ ਦੇ ਜਿਹੜਾ ਸਾਡਾ ਡਾਇਸਪੋਰਾ ਹੈ ਉਹਨੇ ਜ਼ਿਆਦਾ ਹਰਟ ਫੀਲ ਕੀਤਾ ਉਹਦੇ। ਇੱਕ ਡਾਕਟਰ ਸਾਹਿਬ ਤਕਲੀਫ ਸਿੰਘ ਜੀ, ਤੁਹਾਡੀ ਇਜਾਜ਼ਤ ਦੇ ਨਾਲ ਮੈਂ ਇੱਕ ਹੋਰ, ਕਈ ਪਹਿਲੂ ਨੇ ਇਹਦੇ, ਵੈਸੇ ਇਸ ਇਸ਼ੂ ਦੇ ਉੱਤੇ ਆਪਾਂ ਘੰਟਿਆਂ ਬੱਧੀ ਗੱਲ ਕਰ ਸਕਦੇ ਹਾਂ। ਬਿਲਕੁਲ। ਇੱਕ ਹੋਰ ਬਹੁਤ ਮਹੱਤਵਪੂਰਨ ਪਹਿਲੂ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦਾ ਜਨਮ ਬਾਹਰਲੀਆਂ ਧਰਤੀਆਂ ਤੇ ਹੋਇਆ। ਬਿਲਕੁਲ, ਇੱਥੋਂ ਸਪੋਰਟ ਗਈ ਆ, ਇੱਥੋਂ ਬਹੁਤ ਸਾਰਾ ਸਮਰਥਨ ਗਿਆ, ਔਰ ਇਹ ਪ੍ਰਭਾਵ ਬਣ ਗਿਆ ਕਿ ਬਾਹਰਲੇ ਜਿਹੜੇ ਡਾਇਸਪੋਰਾ ਹੈਗਾ, ਉਹਨਾਂ ਨੇ ਪੰਜਾਬ ਦੀ ਚੋਣ ਦੇ ਵਿੱਚ ਬੇਹੱਦ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਤੇ ਆਮ ਆਦਮੀ ਪਾਰਟੀ ਨੂੰ ਸਾਰੀ ਦੀ ਸਾਰੀ ਸਮਰਥਨ ਉੱਥੋਂ ਮਿਲਦੀ ਹੈ। ਜੀ ਬਿਲਕੁਲ। ਸੋ ਜਿਹੜੀਆਂ ਪਿਛਲੀਆਂ ਚੋਣਾਂ ਹੋਈਆਂ ਨੇ ਵਿਧਾਨ ਸਭਾ ਦੀਆਂ, ਉਹਦੇ ਵਿੱਚ ਕਾਂਗਰਸ ਦੀ ਸਪੋਰਟ ਸਾਰੀ ਵੱਡੇ ਸ਼ਹਿਰਾਂ ਦੀ ਹੈ। ਬਿਲਕੁਲ, ਯਾਨੀ ਭਾਰਤੀ ਜਨਤਾ ਪਾਰਟੀ ਦੀ ਆਧਾਰ ਨੂੰ ਖੋਰਾ ਲਾ ਕੇ ਕਾਂਗਰਸ ਜਿੱਤੀ ਹੈ ਜੀ, ਤੇ ਉਸ ਵੋਟ ਬੈਂਕ ਨੂੰ ਕਾਂਗਰਸ ਬਚਾਈ ਰੱਖਣਾ ਚਾਹੁੰਦੀ ਹੈ। ਤੇ ਇਸ ਕਰਕੇ ਉਹਨਾਂ ਨੇ ਜਿਹੜਾ ਸਟੈਂਡ ਲਿਆ ਸੀਗਾ, ਸਿਆਸੀ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਉਹਨਾਂ ਨੂੰ ਬਹੁਤ ਬੈਨੀਫੀਸ਼ੀਅਲ ਸੀਗਾ। ਪਰ ਜਿਹੜਾ ਕਾਂਗਰਸ ਦੇ ਸਟੈਂਡ ਦੀ ਗੱਲ ਕਰਦੇ ਆ ਕਿ ਉਹਨਾਂ ਨੇ ਕੈਪਟਨ ਸਾਹਿਬ ਨੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਜਦੋਂ ਜਸਟਿਨ ਟਰੂਡੋ ਨੂੰ ਤੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਨੂੰ ਮਿਲਦੇ ਨੇ, ਸਭ ਤੋਂ ਪਹਿਲਾ ਮੁੱਦਾ ਉਹਨਾਂ ਦਾ ਕਿ ਜਿਹੜੀ ਕੈਨੇਡਾ ਦੇ ਵਿੱਚ ਅੱਤਵਾਦ ਭਾਰੂ ਹੋ ਰਿਹਾ, ਖਾਲਿਸਤਾਨ ਭਾਰੂ ਹੋ ਰਿਹਾ, ਕੁਝ ਇਹੋ ਜਿਹੀਆਂ ਸ਼ਕਤੀਆਂ ਭਾਰੂ ਹੋ ਰਹੀਆਂ ਨੇ, ਉਹਨੂੰ ਰੋਕਣ ਦੀ ਗੱਲ ਕਰੋ, ਤੇ ਨਾਲ 7 ਜਾਂ 9 ਬੰਦਿਆਂ ਦੀ ਲਿਸਟ ਵੀ ਦਿੱਤੀ। ਕਿ ਉਸੇ ਮੁੱਖ ਮੰਤਰੀ ਨੂੰ ਜਿਹੜਾ ਇਹ ਕਹਿ ਰਿਹਾ ਹੈ ਕਿ ਇੱਥੇ ਖਾਲਿਸਤਾਨ ਦੀ ਗੱਲਬਾਤ ਹੋ ਰਹੀ ਹੈ, ਖਾਲਿਸਤਾਨ ਦੇ ਮੁੱਦੇ ਦੇ ਉੱਤੇ, ਕਿਉਂਕਿ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਕੈਪਟਨ ਸਾਹਿਬ ਨੇ ਬਕਾਇਦਾ ਆਪ ਨਾਲ ਜਾ ਕੇ ਪਾਰਟਿਸਿਪੇਸ਼ਨ ਕੀਤੀ ਹੈ। ਸੱਚਖੰਡ ਦਰਬਾਰ ਸਾਹਿਬ ਤੇ ਜਦੋਂ 1984 ਦੇ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ, ਆਪ ਕਾਂਗਰਸ ਦੇ ਵਿੱਚ ਰਹਿੰਦੇ ਆ, ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਜੁਆਇਨ ਕੀਤਾ, ਇਸ ਕਰਕੇ ਕਿ ਸਾਡੇ ਨਾਲ ਧੱਕਾ ਹੋਇਆ। ਉਸ ਵੇਲੇ ਕੈਪਟਨ ਸਾਹਿਬ ਨੂੰ ਮਹਿਸੂਸ ਹੋਇਆ ਕਿ ਸਾਡੇ ਨਾਲ ਧੱਕਾ ਹੋਇਆ। ਅੱਜ ਪੰਜਾਬ ਦੀ ਆਪਾਂ ਗੱਲਬਾਤ ਕਰੀਏ ਤੇ ਪੰਜਾਬ ਦੇ ਵਿੱਚ ਜੇ ਆਪਾਂ ਬਹੁਤਾ ਦੇਖੀਏ ਤੇ ਪੰਜਾਬ ਦੇ ਵਿੱਚ ਐਡੀ ਮੇਰੇ ਖਿਆਲ ਡਾਕਟਰ ਸਾਹਿਬ ਲੱਗਦਾ ਨਹੀਂ ਕਿ ਦੋ ਗੱਲਾਂ ਨੇ ਇਸ ਦਾ ਕੁਲਦੀਪ ਸਿੰਘ ਜੀ, ਕਿ ਜਦੋਂ ਪੰਜਾਬ ਸਰਕਾਰ ਨੇ ਫॉर ਵਟਐਵਰ ਰੀਜ਼ਨ ਇਹ ਇਸ਼ੂ ਉਠਾਇਆ ਕਿ ਤੁਸੀਂ ਜੀ ਖਾਲਿਸਤਾਨੀਆਂ ਨੂੰ ਨੱਥ ਪਾਓ ਜੀ, ਤਾਂ ਉਸ ਵੇਲੇ ਹੀ ਸਾਡੇ ਮੰਤਰੀਆਂ ਨੇ, ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਆਖਿਆ ਕਿ ਸਾਡੇ ਬੋਲਣ ਦੀ ਆਜ਼ਾਦੀ ਹੈ, ਅਸੀਂ ਯੂਨਾਈਟਿਡ ਇੰਡੀਆ ਦੇ ਹੱਕ 'ਚ ਹਾਂ, ਪਰ ਸਾਡੇ ਫਰੀडम ਆਫ ਸਪੀਚ ਹੈਗੀ ਹੈ। ਹਾਂਜੀ, ਔਰ ਇਹ ਜਦੋਂ ਨੇ ਵਾਰ-ਵਾਰ ਗੱਲ ਕਹੀ ਤਾਂ ਫਿਰ ਕੁਝ ਆਵਾਜ਼ਾਂ ਜਿਹੜੀਆਂ ਇੱਥੇ ਉੱਠਣੀਆਂ ਸ਼ੁਰੂ ਹੋਈਆਂ ਕਿ ਫਰੀडम ਆਫ ਸਪੀਚ ਯੈਸ ਇਟਸ ਵੈਰੀ ਗੁੱਡ, ਇਹ ਪੇਪਰ ਤੇ ਬਹੁਤ ਸੋਹਣੀ ਲੱਗਦੀ ਹੈ, ਇਹ ਸਾਡੇ ਇੰਟ੍ਰੈਂਚ ਕੀਤੀ ਹੋਈ ਹੈ ਸਾਡੇ ਸੰਵਿਧਾਨ ਦੇ ਵਿੱਚ ਜੀ, ਪਰ ਜਦੋਂ ਤੁਸੀਂ ਕਿਸੇ ਐਸੀ ਸਟੇਜ ਦੇ ਉੱਤੇ ਜਾ ਕੇ ਫਰੀडम ਆਫ ਸਪੀਚ ਦਾ ਪਾਠ ਲੋਕਾਂ ਨੂੰ ਸੁਣਾਉਣੇ ਹੋ ਜਿੱਥੇ ਕਿ ਕਿਸੇ ਬਾਹਰਲੇ ਮੁਲਕ ਦੇ ਨੂੰ ਤੋੜਨ ਦੀਆਂ ਗੱਲਾਂ ਹੋ ਰਹੀਆਂ ਹੋਣ, ਤਾਂ ਫਿਰ ਇਸ ਫਰੀडम ਆਫ ਸਪੀਚ ਦੇ ਪਾਠ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਔਰ ਦੂਸਰੀ ਗੱਲ ਹੈ ਕਿ ਖਾਲਿਸਤਾਨੀਆਂ ਨਾਲ ਟੂ ਪਲੇ ਫੁੱਟਸੀ ਵਿਦ ਦੈਮ, ਅੰਗਰੇਜ਼ੀ ਦਾ ਲਫ਼ਜ਼ ਵਰਤਿਆ ਗਿਆ, ਟੂ ਪਲੇ ਫੁੱਟਸੀ ਵਿਦ ਦੈਮ। ਫੁੱਟਸੀ ਮੈਂ ਡਿਕਸ਼ਨਰੀ ਦੇਖੀ, ਮੈਂ ਇਹਦਾ ਮਤਲਬ ਕੀ ਹੁੰਦਾ, ਉਹ ਕਹਿੰਦੇ ਕਿ ਫੁੱਟਸੀ ਹੁੰਦਾ ਹੈ ਵੀ ਜਦੋਂ ਤੁਸੀਂ ਡਿਨਰ ਟੇਬਲ ਤੇ ਕਿਸੇ ਨਾਲ ਬੈਠੇ ਹੋ, ਉੱਤੇ ਤੁਸੀਂ ਹੱਸ-ਹੱਸ ਗੱਲਾਂ ਕਰੋ, ਥੱਲੋਂ ਪੈਰ ਨਾਲ ਪੈਰ ਲੜਾਈ ਚੱਲੋ ਜੀ। ਉਹ ਕਹਿੰਦੇ ਵੀ ਜਿਹੜਾ ਖਾਲਿਸਤਾਨੀ ਸਿੰਪਥਾਈਜ਼ਰਸ ਦੇ ਨਾਲ ਕੋਈ ਨਾ ਕੋਈ ਸਿੱਧਾ ਯਾਰਾਨਾ ਤਾਂ ਨਹੀਂ ਹੈ, ਪਰ ਇਹਦੀ ਸਿਆਸੀ ਬੈਕਗ੍ਰਾਉਂਡ ਤਾਂ ਹੈ, ਤਾਰਾਂ ਜੁੜਦੀਆਂ ਨੇ। ਸਾਡੇ ਕੁਝ ਜਾਣੇ ਮਾਣੇ ਜਿਹੜੇ ਸਾਡੇ ਕੈਬਨਿਟ ਮਿਨਿਸਟਰ ਨੇ, ਉਹਨਾਂ ਦੇ ਜਿਹੜੇ ਗਾਂਹ ਨਜ਼ਦੀਕੀ ਨੇ ਜਾਂ ਕਰੀਬੀ ਰਿਸ਼ਤੇਦਾਰ ਨੇ, ਉਹਨਾਂ ਦਾ ਮੁੱਢ ਜਿਹੜਾ ਪ੍ਰੋ ਖਾਲਿਸਤਾਨ ਐਲੀਮੈਂਟ ਦੇ ਨਾਲ ਜਾ ਕੇ ਜੁੜਦਾ ਜੀ। 1984 ਦੇ ਵਿੱਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਹੈ ਤੇ ਬੜੀ ਵੱਡੀ ਤਾਦਾਦ ਦੇ ਵਿੱਚ ਡਾਊਨਟਾਊਨ ਵੈਨਕੂਵਰ ਦੇ ਵਿੱਚ ਜਿਹੜਾ ਵੀ ਸਿੱਖ ਇੱਥੇ ਵੈਨਕੂਵਰ ਦੀ ਲੋਅਰ ਮੇਨਲੈਂਡ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਹਿ ਰਿਹਾ ਸੀ, ਟੋਰਾਂਟੋ 'ਚ ਰਹਿ ਰਿਹਾ ਸੀ, ਸਾਰਿਆਂ ਨੇ ਭਾਰਤੀ ਸਫਾਰਤਖਾਨਿਆਂ ਦਾ ਜਾ ਕੇ ਘਿਰਾਓ ਕੀਤਾ ਔਰ ਰੋਸ ਆਪਣਾ ਪ੍ਰਗਟ ਕੀਤਾ। ਉਸ ਵਕਤ ਤੱਕ ਇਹ ਜਾ ਸਕਦਾ ਸੀ ਕਿ ਖਾਲਿਸਤਾਨ ਦੀ ਮੂਵਮੈਂਟ ਯੈਸ ਸਰਵਾਈਵ ਹੈ। ਇਸ ਵੇਲੇ ਤਾਂ ਖਾਲਿਸਤਾਨ ਦਾ ਇੱਥੇ ਜ਼ਿਕਰ ਹੀ ਕੋਈ ਨਹੀਂ। ਕੁਲਦੀਪ ਸਿੰਘ, ਮੈਂ ਜਿਹੜੀ ਚੀਜ਼ ਐਡ ਕਰਨਾ ਚਾਹੁੰਦਾ ਉਹ ਇਹ ਹੈ ਕਿ ਜਿਹੜਾ ਪੰਜਾਬ 'ਚ ਮੂਵਮੈਂਟ ਚੱਲੀ, ਹਾਲਾਂਕਿ ਇਹ ਵੀ ਤੈਅ ਨਹੀਂ ਹੈ ਕਿ ਉਹਦਾ ਮਨੋਰਥ ਕੀ ਸੀ ਜੀ, ਔਰ ਉਹਦਾ ਮਨੋਰਥ ਜਿਹੜੇ ਵਿਅਕਤੀ ਸਿਰਮੌਰ ਹੋ ਕੇ ਉਹ ਸਾਰੇ ਸੰਘਰਸ਼ ਨੂੰ ਚਲਾ ਰਹੇ ਸੀ, ਜਰਨੈਲ ਸਿੰਘ ਭਿੰਡਰਾਂਵਾਲੇ, ਉਹਨਾਂ ਦੇ ਆਪਣੇ ਬਿਆਨਾਤ ਹੈਗੇ ਨੇ ਕਿ ਖਾਲਿਸਤਾਨ ਉਹਦਾ ਮਨੋਰਥ ਨਹੀਂ ਉਸ ਸੰਘਰਸ਼ ਦਾ, ਔਰ ਸਾਰਾ ਇਹ ਹਲੇ ਆਪਣੇ ਆਪ ਹੀ ਤੈਅ ਨਹੀਂ ਸੀ। ਲੇਕਿਨ ਉਹਦੇ 'ਚ ਉਹ ਵੱਖਰੇ ਵਿਸ਼ਾ ਹੈ, ਲੇਕਿਨ ਉਹਦੇ ਬਾਵਜੂਦ ਜਿਹੜਾ ਰਿਐਕਸ਼ਨ ਹੈ ਕਿ ਜਿਹੜਾ ਦਰਬਾਰ ਸਾਹਿਬ ਤੇ ਜਿਹੜਾ ਫੌਜੀ ਹਮਲਾ ਹੋਇਆ ਜੀ,
ਉਹਦੇ ਬਾਰੇ ਜਿਹੜੀ ਰਿਐਕਸ਼ਨ ਦੀ ਮੁੱਦਾ, ਜਿਸ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਰਿਐਕਸ਼ਨ ਦੀ ਗੱਲ ਬਿਲਕੁਲ ਕੀਤੀ, ਹਾਂਜੀ, ਉਹ ਰਿਐਕਸ਼ਨ ਬਹੁਤ ਸਾਰੇ ਐਸੇ ਲੋਕਾਂ ਤੋਂ ਵੀ ਆਇਆ ਭਾਰਤ ਦੇ ਵਿੱਚ ਜਿਹੜੇ ਲੋਕ ਉਸ ਸੰਘਰਸ਼ ਦੇ ਨਾਲ ਸਹਿਮਤ ਨਹੀਂ ਸਨ। ਉਹਨਾਂ ਚੋਂ ਸਭ ਤੋਂ ਉੱਗੀ ਐਗਜ਼ਾਮਪਲ ਮੈਂ ਸਰਦਾਰ ਖੁਸ਼ਵੰਤ ਸਿੰਘ ਦੀ ਦਿੰਦਾ। ਖੁਸ਼ਵੰਤ ਸਿੰਘ ਜੀ, ਬਿਲਕੁਲ। ਉਹਨਾਂ ਨੇ ਵੀ ਅਸਤੀਫਾ ਦਿੱਤਾ, ਆਪਣਾ ਅਵਾਰਡ ਵੀ ਛੱਡਿਆ। ਉਹ ਇਹ ਸੀ ਕਿ ਗਵਰਨਮੈਂਟ ਆਫ ਇੰਡੀਆ ਦਾ ਉਸ ਮੁੱਦੇ ਨੂੰ ਉਸ ਢੰਗ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਨਾ ਜਾਂ ਉਸ ਢੰਗ ਨਾਲ ਉਹਨੂੰ ਟੈਕਲ ਕਰਨਾ, ਉਹਦੇ ਖਿਲਾਫ ਉਹ ਵਿਰੋਧ ਸੀ। ਇਹ ਉਹ ਚੀਜ਼ ਨੂੰ ਸਾਬਤ ਨਹੀਂ ਕਰਦਾ ਕਿ ਉਸ ਤੋਂ ਪਹਿਲਾਂ ਜੋ ਕੁਝ ਹੋਇਆ ਸੀ, ਜਿਸ ਵਜ੍ਹਾ ਕਰਕੇ ਉਹ ਸਿਚੁਏਸ਼ਨ ਉੱਥੇ ਤੱਕ ਪਹੁੰਚੀ, ਉਹ ਵਿਰੋਧ ਕਰਨ ਵਾਲੇ ਲੋਕ ਜਾਂ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਆਪਣਾ ਇਤਜਾਜ ਪ੍ਰਗਟ ਕੀਤਾ, ਉਹ ਉਸ ਤੋਂ ਪਹਿਲਾਂ ਵਾਲੀਆਂ ਸਾਰੀਆਂ ਘਟਨਾਵਾਂ ਔਰ ਸਾਰੇ ਸਿਲਸਿਲੇ ਨਾਲ ਵੀ ਸਹਿਮਤ ਸਨ। ਸੋ ਇਹ ਇੱਕ ਚੀਜ਼ ਬਹੁਤ ਡਿਸਟਿੰਕਟ ਹੈ। ਔਰ ਇਹ 'ਚ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਜ਼ਿਆਦਾ ਜਿਵੇਂ ਸੈਡ ਫੀਲ ਕਰਦੇ, ਕਿਉਂਕਿ ਜਜ਼ਬਾਤੀ ਤੌਰ ਤੇ, ਧਾਰਮਿਕ ਤੌਰ ਤੇ ਹਰ ਇੱਕ ਦੀਆਂ ਭਾਵਨਾਵਾਂ ਉਹਦੇ ਨਾਲ ਜੁੜੀਆਂ ਸੀ। ਸੋ ਹਰ ਇੱਕ ਵਿਅਕਤੀ ਨੇ ਆਪਣੇ ਆਪਣੇ ਤੌਰ ਤੇ ਉਹਦਾ ਦੁੱਖ ਮਹਿਸੂਸ ਕੀਤਾ ਤੇ ਆਪਣੇ ਆਪਣੇ ਤਰੀਕੇ ਨਾਲ ਉਹਨੂੰ ਐਕਸਪ੍ਰੈਸ ਵੀ ਕੀਤਾ। ਲੇਕਿਨ ਉਹਦੇ ਨਾਲੋਂ ਇਹ ਚੀਜ਼ ਨਿਖੇੜਨ ਵਾਲੀ ਹੈ ਕਿ ਉਹ 'ਚੋਂ ਸਾਰੇ ਲੋਕ ਉਹ ਨਹੀਂ ਸਨ। ਜਿਸ ਤਰ੍ਹਾਂ ਕਿ ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਇੱਕ ਵਿੱਚੋਂ ਥੋੜਾ ਗਿਣਤੀ ਹੈ ਜਿਹੜੇ ਕਿ ਖਾਲਿਸਤਾਨ ਦੀ ਆਈਡੀਓਲੋਜੀ ਨੂੰ ਲੋਕ ਸਪੋਰਟ ਕਰਦੇ ਨੇ, ਲੇਕਿਨ ਉਹਦੇ 'ਚ ਇਹ ਕਹਿਣਾ ਕਿ ਕੈਨੇਡਾ 'ਚ, ਅਮਰੀਕਾ 'ਚ, ਦੂਜੇ ਮੁਲਕਾਂ 'ਚ ਵਸਦੇ ਹੋਏ 100% ਜਿਹੜੇ ਸਿੱਖ ਨੇ ਉਹ ਸਾਰੇ ਖਾਲਿਸਤਾਨ ਦੀ ਆਈਡੀਓਲੋਜੀ ਨੂੰ ਸਪੋਰਟ ਕਰਦੇ ਨੇ, ਇਹ ਬਿਲਕੁਲ ਦਰੁਸਤ ਗੱਲ ਨਹੀਂ ਹੋਈ। ਜੀ ਬਿਲਕੁਲ, ਉਹੀ ਚੀਜ਼ ਸਾਰੀ ਉਸੇ ਸੰਦਰਭ ਦੇ ਵਿੱਚ ਦੇਖਣੀ। ਤੁਸੀਂ ਗੱਲ ਹੋਰ ਐਡ ਕਰਦੇ ਹੋ ਕਿ ਅਸੀਂ ਪੋਲੀਟੀਕਲੀ ਬਹੁਤ ਐਕਟਿਵ ਹਾਂ, ਇਹ ਬਹੁਤ ਵਧੀਆ ਗੱਲ ਹੈ ਕਿ ਅਸੀਂ ਸਾਨੂੰ ਲੋਕਤੰਤਰ ਦੀਆਂ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੀਆਂ ਜੁਗਤਾਂ ਪਤਾ ਨੇ। ਸ਼ਾਇਦ ਇਹੀ ਕਾਰਨ ਹੈ ਕਿ ਅਨੁਪਾਤਨ ਰਿਲੇਟਿਵਲੀ ਹੋਰਾਂ ਮਿਨੋਰਟੀਜ਼ ਦੇ ਮੁਕਾਬਲੇ ਸਾਡੀਆਂ ਪ੍ਰਾਪਤੀਆਂ ਬਹੁਤ ਜ਼ਿਆਦਾ ਨੇ। ਜੀ ਤੁਸੀਂ ਸਵਾਲ ਕਰ ਰਹੇ ਮੈਂ ਕਹਿ ਰਿਹਾ ਸਾਂ ਕਿ ਜਦੋਂ ਤੁਸੀਂ ਗੱਲ ਕਰ ਰਹੇ ਸੋ ਕਿ ਜਦੋਂ ਉਹਨਾਂ ਸਟੇਜਾਂ ਦੇ ਉੱਤੇ ਜਿੱਥੇ ਭਾਰਤ ਨੂੰ ਅਲੱਗ ਕਰਨ ਦੀ ਗੱਲਬਾਤ ਕੀਤੀ ਜਾਂਦੀ ਹੈ, ਉੱਥੇ ਪ੍ਰਧਾਨ ਮੰਤਰੀ ਆ ਕੇ ਭਾਸ਼ਣ ਦਿੰਦਾ ਹੈ। ਕੁਦਰਤੀ ਗੱਲ ਹੈ ਕਿ ਭਾਰਤੀ ਹਕੂਮਤ ਨੂੰ ਇਹ ਗੱਲਾਂ ਸ਼ਾਇਦ ਨਾ ਪਚਦੀਆਂ ਹੋਣ। ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਤੁਸੀਂ ਦੇਖੋ, ਮੈਂ ਸਿਰਫ ਪੰਜਾਬ ਦੀ ਸਿਆਸਤ ਦੀ ਗੱਲਬਾਤ ਕਰਾਂ, ਪੰਜਾਬ ਦੇ ਵਿੱਚ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਹੁੰਦਾ ਹੈ। ਉਹਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਆਪਣਾ ਆਪਣਾ ਲਾਹਾ ਲੈਣ ਦੇ ਲਈ ਸਿਆਸੀ ਤੌਰ ਤੇ ਉੱਥੇ ਕਾਨਫਰੰਸਾਂ ਕਰਦੀਆਂ ਨੇ। ਮਾਘੀ ਮੁਕਤਸਰ ਦੀ ਗੱਲਬਾਤ ਕਰੀਏ, ਉੱਥੇ ਬੜੀ ਵੱਡੀ ਸਿਆਸੀ ਕਾਨਫਰੰਸ, ਤੁਹਾਨੂੰ ਯਾਦ ਹੋਣਾ, ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਉੱਥੇ ਕਾਨਫਰੰਸ ਹੋਈ ਸੀ, ਜਿਹਦੇ ਕਰਕੇ ਉਹਨਾਂ ਨੂੰ ਸੀਟਾਂ ਮਿਲੀ। ਰਾਜਨੀਤਿਕ ਲੋਕਾਂ ਨੇ ਤਾਂ ਧਾਰਮਿਕ ਭਾਵਨਾਵਾਂ ਨਾਲ ਥੋੜਾ ਬਹੁਤ ਕੈਸ਼ ਕਰਕੇ ਵਿੱਚ ਵੜ ਕੇ ਉਹਨਾਂ ਦਾ ਵੋਟਾਂ ਵਟਾਉਂਦੀਆਂ ਨੇ, ਉਹਨਾਂ ਨੂੰ ਧਰਮ ਦਾ। ਕੁਲਦੀਪ ਸਿੰਘ ਜੀ, ਜਿਹੜੀ ਗੱਲ ਹੈ ਨਾ ਕਿ ਫਤਿਹਗੜ੍ਹ ਸਾਹਿਬ 'ਚ ਕੀ ਹੁੰਦਾ ਹੈ, ਅਨੰਦਪੁਰ ਸਾਹਿਬ 'ਚ ਕੀ ਹੁੰਦਾ ਹੈ, ਜੀ ਫਰੀਦਕੋਟ ਕੀ ਹੁੰਦਾ, ਬਠਿੰਡੇ ਕੀ ਹੁੰਦਾ, ਉੱਥੇ ਕਿਸੇ ਥਾਣੇਦਾਰ ਨੇ ਕਿਹਨੂੰ ਕੁੱਟਿਆ, ਤਸ਼ੱਦਦ ਕੀਤਾ, ਇਹ ਗੱਲਾਂ ਸਾਡੇ ਨਾਲ ਸੰਬੰਧਿਤ ਨੇ। ਪਰ ਜਦੋਂ ਕਿ ਸਾਡੇ ਮੁਲਕ ਦਾ ਪ੍ਰਧਾਨ ਮੰਤਰੀ, ਜਿਹੜਾ ਕਿ ਦੁਨੀਆ ਦੇ ਚੋਟੀ ਦੇ 10 ਮੁਲਕਾਂ 'ਚ ਸਾਡਾ ਮੁਲਕ ਸ਼ਾਮਲ ਹੈ, ਆਰਥਿਕ ਪੱਖੋਂ ਦੇਖਿਆ ਜਾਵੇ ਤਾਂ ਮੇਰਾ ਖਿਆਲ ਹੈ ਕਿ ਜਸਟਿਨ ਟਰੂਡੋ ਇਜ਼ ਵਨ ਆਫ ਦ ਮੋਸਟ ਇੰਪੋਰਟੈਂਟ ਪ੍ਰਾਈਮ ਮਿਨਿਸਟਰਸ। ਜਦੋਂ ਉਹ ਸਾਡੇ ਭਾਰਤ ਵਿੱਚ ਇੱਕ ਵਪਾਰਕ ਮਨਿਸ਼ਾ ਦੇ ਨਾਲ ਦੌਰਾ ਕਰਨ ਜਾਂਦਾ ਤਾਂ ਉਹਦੇ 'ਚ ਸਾਡੀਆਂ ਜਿਹੜੀਆਂ ਵਿਮਸ ਐਂਡ ਫੈਂਸੀਜ਼ ਨੇ, ਜਿਹੜੀਆਂ ਸਾਡੇ ਕੋਈ ਐਸੀਆਂ ਆਸਾਂ ਉਮੀਦਾਂ ਜਾਂ ਸਾਡਾ ਕੋਈ ਪਿਛੋਕੜ ਜਾਂ ਸਾਡੇ ਪਿੰਡੇ ਤੇ ਪਈਆਂ ਲਾਸਾਂ ਦਾ ਜ਼ਿਕਰ ਮੇਰਾ ਖਿਆਲ ਲੋੜੋਂ ਵੱਧ ਕੇ ਨਹੀਂ ਹੋਣਾ ਚਾਹੀਦਾ। ਮੈਂ ਇਹ ਸਮਝਦਾ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉਹ ਕਾਨਫਰੰਸ, ਉਹ ਪੋਲੀਟੀਕਲ ਪਾਰਟੀਆਂ ਆਪਣੀਆਂ ਕਾਨਫਰੰਸਿਸ ਕਰਦੀਆਂ, ਉਹ ਕਰਨ, ਕੁਝ ਕੋਈ ਨਹੀਂ। ਔਰ ਲੀਗਲੀ ਖਾਲਿਸਤਾਨ ਦੀ ਪੀਸਫੁਲੀ ਮੰਗ ਕਰਨਾ ਭਾਰਤ ਦੇ ਵਿੱਚ ਵੀ ਕੋਈ ਇਲੀਗਲ ਨਹੀਂ ਹੈ। ਸੁਪਰੀਮ ਕੋਰਟ ਦੇ ਡਿਸੀਜਨਸ ਨੇ ਕਿ ਉੱਥੇ ਵੀ ਫਰੀडम ਆਫ ਐਕਸਪ੍ਰੈਸ਼ਨ ਦੇ ਤਹਿਤ ਤੁਸੀਂ ਉਹ 'ਚ ਨਹੀਂ ਕਰ ਸਕਦੇ। ਔਰ ਲੋਕਾਂ ਦੇ ਮੁਕੱਦਮੇ ਵਾਪਸ ਹੋਏ ਨੇ ਉਸ ਬਿਨਾਂ ਤੇ, ਜਿਹੜੇ ਗਵਰਨਮੈਂਟਾਂ ਨੇ ਬਣਾਏ ਵੀ ਮੁਕੱਦਮੇ ਉਹਨਾਂ ਦੇ ਖਿਲਾਫ ਦੇਸ਼ ਧਰੋਹ ਦੇ, ਇਹ ਕਿ ਇਹਨਾਂ ਨੇ ਜੀ ਖਾਲਿਸਤਾਨ ਦਾ ਨਾਰਾ ਲਾਇਆ, ਸੁਪਰੀਮ ਕੋਰਟ ਉਹ ਅਲਟੀਮੇਟਲੀ ਬਰੀ ਹੋ ਗਏ। ਉਹ ਮਸਲਾ ਨਹੀਂ ਹੈ। ਲੇਕਿਨ ਕਈ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਥੋੜੀ ਕੜੱਤਣ ਪੈਦਾ ਕਰਦੀਆਂ ਨੇ ਜਾਂ ਭਾਰਤ ਸਰਕਾਰ ਦੇ ਆਪਣੇ ਹਿਸਾਬ ਦੇ ਨਾਲ ਕੰਨ ਖੜੇ ਹੁੰਦੇ ਨੇ। ਉਹ ਇਹ ਹੈ, ਜਿਸ ਤਰ੍ਹਾਂ ਪਿੱਛੇ ਜੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਫੈਸਲਾ ਲਿਆ ਗਿਆ ਕਿ ਜੀ ਡਿਪਲੋਮੈਟਸ ਨੇ, ਜਿਹੜੇ ਇੰਡੀਅਨ ਡਿਪਲੋਮੈਟਸ, ਉਹਨਾਂ ਨੂੰ ਨਹੀਂ ਆਉਣ ਦਿੱਤਾ ਜਾਏਗਾ। ਹਾਲਾਂਕਿ ਉੱਥੇ ਰਾਈਡਰਸ ਰੱਖੇ ਗਏ ਜੋ ਆਪਣੀ ਜ਼ਾਤੀ ਕੈਪੈਸਿਟੀ 'ਚ ਆ ਸਕਣ। ਉਹ ਤੇ ਕਹਿਣ ਦੀ ਵੀ ਲੋੜ ਨਹੀਂ, ਜ਼ਾਤੀ ਕੈਪੈਸਿਟੀ 'ਚ ਕੋਈ ਵਿਅਕਤੀ ਕਿਤੇ ਵੀ ਜਾ ਸਕਦਾ। ਮੈਨੂੰ ਇਹ ਮਹਿਸੂਸ ਹੁੰਦਾ ਕਿ ਗਵਰਨਮੈਂਟ ਆਫ ਇੰਡੀਆ ਨੇ ਸ਼ਾਇਦ ਇਸ ਪਾਸੇ ਨੂੰ ਚੱਲਣਾ ਸ਼ੁਰੂ ਕੀਤਾ ਕਿ ਇਹ ਬਹੁਤ ਇੱਕ ਗੈਪ ਹੈ। ਸਵਾਲ ਇਹ ਹੈ ਕਿ ਪਹਿਲਾਂ ਕਾਂਗਰਸ ਨੂੰ ਮਾੜਾ ਕਿਹਾ ਜਾਂਦਾ ਸੀ ਕਿ ਕਾਂਗਰਸ ਦੇ ਜ਼ਮਾਨੇ ਦੇ ਵਿੱਚ ਉਹ ਸਾਰਾ ਕੁਝ ਹੋਇਆ, ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਾਂ ਜੋ ਵੀ ਹੋਇਆ ਕਾਂਗਰਸ ਤੇ। ਲੇਕਿਨ ਉਹ ਕਾਂਗਰਸ ਤਾਂ ਹੁਣ ਸੱਤਾ 'ਚ ਨਹੀਂ ਹੈ, ਹੁਣ ਤਾਂ ਭਾਰਤੀ ਜਨਤਾ ਪਾਰਟੀ ਸੱਤਾ 'ਚ ਹੈ। ਲੇਕਿਨ ਗ੍ਰੀਵੈਂਸ ਹਲੇ ਵੀ ਉਵੇਂ ਹੀ ਕਾਇਮ ਹੈ ਭਾਰਤ ਸਰਕਾਰ ਦੇ ਖਿਲਾਫ। ਦੇਖਣ ਵਾਲੀ ਚੀਜ਼ ਇਹ ਹੈ ਕਿ ਰੋਸਾ ਕਿਹਦੇ ਖਿਲਾਫ ਹੈ, ਕਿ ਕਾਂਗਰਸ ਪਾਰਟੀ ਦੇ ਖਿਲਾਫ ਰੋਸਾ ਹੈ ਜਾਂ ਭਾਰਤ ਸਰਕਾਰ ਦੇ ਖਿਲਾਫ ਰੋਸਾ ਹੈ। ਸੋ ਇਹ ਹੁਣ ਸ਼ਾਇਦ ਸਰਕਾਰ ਨੂੰ ਇਹ ਲੱਗਿਆ, ਹਾਲਾਂਕਿ ਉਹ ਰਾਈਟ ਵਿੰਗ ਗਵਰਨਮੈਂਟ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਉਹਨਾਂ ਨੇ, ਲੇਕਿਨ ਉਹਨਾਂ ਨੂੰ ਕਿਸੇ ਹੱਦ ਤੱਕ ਲੱਗਾ ਕਿ ਸਾਨੂੰ ਉਹ ਗੈਪ ਘੱਟ ਕਰਨਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ ਡਿਪਲੋਮੈਟਸ ਨੂੰ ਸਮਹਾਉ ਇਹ ਗਾਈਡਲਾਈਨਸ ਦਿੱਤੀਆਂ ਗਈਆਂ
ਕਿ ਤੁਸੀਂ ਰੀਚ ਆਊਟ ਟੂ ਦਾ ਇੰਡੀਅਨ ਡਾਇਸਪੋਰਾ ਇਨ ਕੈਨੇਡਾ ਔਰ ਉਹਨਾਂ ਨੂੰ ਮਹਿਸੂਸ ਕਰਾਓ ਕਿ ਭਾਰਤ ਸਰਕਾਰ ਤੁਹਾਡੇ ਖਿਲਾਫ ਨਹੀਂ ਹੈ। ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਇੱਥੇ ਲੋਕ ਖਾਲਿਸਤਾਨ ਦੀ ਆਈਡੀਓਲੋਜੀ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਇਹ ਸੂਟ ਨਹੀਂ ਕਰਦਾ। ਹਰ ਇੱਕ ਦਾ ਆਪਣਾ ਆਪਣਾ ਇੱਕ ਪੋਲੀਟੀਕਲ ਡਾਕਟਰ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਔਨ ਰੈਕਡ ਇਹ ਵੀ ਇੱਕ ਥਿਊਰੀ ਚੱਲ ਰਹੀ ਹੈ, ਜ਼ਿਕਰ ਹੋ ਰਿਹਾ ਹੈ ਕਿ ਇੰਗਲੈਂਡ ਦਾ ਇੱਕ ਜਾਣਿਆ ਮਾਣਿਆ ਖਾਲਿਸਤਾਨੀ ਆਗੂ ਉਹ ਵਿਚੋਲਗੀ ਕਰ ਰਿਹਾ ਸੀਗਾ। ਪਹਿਲਾਂ ਇੰਗਲੈਂਡ ਦੇ ਵਿੱਚ ਬਹੁਤ ਸਾਰੀਆਂ ਮੀਟਿੰਗਾਂ ਕਰਵਾਈਆਂ ਉਹਨਾਂ ਨੇ ਮੋਦੀ ਸਰਕਾਰ ਦੇ ਨਾਲ, ਤੇ ਹੁਣ ਕੈਨੇਡੀਅਨ ਪ੍ਰੋ ਖਾਲਿਸਤਾਨੀ ਐਲੀਮੈਂਟਸ ਦੇ ਨਾਲ ਉਹ ਮੁਲਾਕਾਤਾਂ ਦਾ ਆਰੰਭ ਹੋਣ ਵਾਲਾ ਸੀ ਜੀ। ਉਹ ਵਿਅਕਤੀ ਜਿਹਦਾ ਮੈਂ ਜ਼ਿਕਰ ਕਰ ਰਿਹਾ ਉਹ 1.5 ਮਹੀਨੇ ਦੇ ਵਿੱਚ ਦਰਜਨਾਂ ਵੇਰਾਂ ਕੈਨੇਡਾ ਆਇਆ। ਲੇਕਿਨ ਇੱਕ ਦਿਨ ਜਦੋਂ ਕਿ ਉਹਨੇ ਇੱਥੋਂ ਦੇ ਜਿਹੜੇ ਚੋਟੀ ਦੇ ਖਾਲਿਸਤਾਨੀਆਂ ਨਾਲ ਮੁਲਾਕਾਤ ਕਰਨੀ ਸੀ ਜੀ, ਮਿਸਟਰ ਮਾਧਵ ਉਹਨਾਂ ਦਾ ਨਾਮ ਸੀ, ਜੇ ਮੈਂ ਗਲਤ ਨਾ ਹੋਵਾਂ, ਤਾਂ ਉਸ ਦਿਨ ਉਹਨਾਂ ਨੂੰ ਇੰਗਲੈਂਡ ਤੋਂ ਇੱਥੇ ਆਉਣ ਦਾ ਵੀਜ਼ਾ ਨਹੀਂ ਲੱਗਿਆ। ਉਹਦਾ ਕਿਉਂ ਨਹੀਂ ਲੱਗਿਆ ਉਹਦਾ ਆਖਿਆ ਜਾ ਰਿਹਾ ਉਹਦੇ ਬਾਰੇ ਅਖਬਾਰੀ ਖਬਰਾਂ ਦੇ ਵਿੱਚ ਕਿ ਜਿਹੜਾ ਇੱਥੋਂ ਦਾ ਡਾਈ ਹਾਰਡ ਪ੍ਰੋ ਖਾਲਿਸਤਾਨੀ ਐਲੀਮੈਂਟ ਸੀਗਾ ਤੇ ਜਿਹੜੇ ਖਾਲਿਸਤਾਨੀ ਉਹ ਮੀਟਿੰਗ 'ਚ ਸ਼ਾਮਲ ਹੋਣ ਲਈ ਤਿਆਰ ਹੋ ਚੁੱਕੇ ਸਨ, ਜਿਹੜਾ ਡਾਈ ਹਾਰਡ ਸੀਗਾ ਉਹਨਾਂ ਨੇ ਇਹ ਗੱਲ ਸਾਹਮਣੇ ਆਈ ਇੱਥੋਂ ਦੇ ਇੱਕ ਕੈਬਨਿਟ ਮਿਨਿਸਟਰ ਤੱਕ ਪਹੁੰਚ ਕੀਤੀ ਕਿ ਇਹ ਨਹੀਂ ਹੋਣਾ ਚਾਹੀਦਾ, ਤੇ ਆਂਦੇ ਨੇ ਪਤਾ ਨਹੀਂ ਸੱਚਾਈ ਹੈ ਜਾਂ ਨਹੀਂ ਹੈ ਵੀ ਉਹ ਕੈਬਨਿਟ ਮਿਨਿਸਟਰ ਦੇ ਕਹਿਣ ਦੇ ਉੱਤੇ ਉਸ ਵਿਅਕਤੀ ਨੂੰ ਉਸ ਮੀਟਿੰਗ ਵਾਸਤੇ ਵੀਜ਼ਾ ਨਹੀਂ ਲੱਗਿਆ। ਇਸ ਕਰਕੇ ਮਾਧਵ ਨਾਂ ਦਾ ਉਹ ਭਾਰਤੀ ਸਰਕਾਰ ਦਾ ਜਿਹੜਾ ਮਿਸ਼ਰੀ ਸੀਗਾ, ਜਿਹਦੀ ਸ਼ਾਇਦ ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਡਿਊਟੀ ਲਾਈ ਗਈ ਸੀ ਕਿ ਤੂੰ ਬਾਹਰਲਿਆਂ ਨੂੰ ਜਾ ਕੇ ਠਾਰ, ਅਸੀਂ ਨਹੀਂ ਚਾਹੁੰਦੇ ਕਿ ਬਾਹਰਲਾ ਸਿੱਖ ਜਿਹੜਾ ਉਹ ਸਾਨੂੰ ਗਾਲਾਂ ਕੱਢੇ। ਔਰ ਉਸ ਦਿਨ ਤੋਂ ਬਾਅਦ ਫਿਰ ਇਹ ਜਿਹੜਾ ਗਰਮੋ ਗਰਮੀ ਵਾਲਾ ਕੰਮ ਸ਼ੁਰੂ ਹੋਇਆ, ਫਿਰ ਉਹਦੇ ਵਿੱਚ ਜਿਹੜਾ ਜੈਨੋਸਾਈਡ ਦੀ ਰੈਜ਼ੋਲੂਸ਼ਨ ਵਾਲਾ ਸ਼ੁਰੂ ਹੋ ਗਿਆ। ਬਿਲਕੁਲ, ਫਿਰ ਉਹਦੀ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਜ਼ਿਕਰ ਕਰ ਰਹੇ ਪਰ ਜਿਹੜੀ ਸਰ ਕੁਲਦੀਪ ਸਿੰਘ ਮੈਂ ਥੋੜਾ ਜਿਹਾ ਕਨਕਲੂਡ ਕਰਦੇ ਗੱਲ ਨੂੰ, ਜਿਵੇਂ ਡਾਕਟਰ ਮਣਾ ਨੇ ਕਿਹਾ ਮੈਂ ਉੱਥੇ ਆਉਣ ਵਾਲਾ ਸੀ, ਇਹਨਾਂ ਨੇ ਉਹ ਚੀਜ਼ ਦੱਸ ਦਿੱਤੀ ਹੈ ਔਰ ਇਹ ਬਿਲਕੁਲ ਹੀ ਗੱਲ ਦਰੁਸਤ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਇਹ ਚੀਜ਼ ਤੋਰੀ ਕਿ ਥੋੜਾ ਜਿਹਾ ਗੈਪ ਨੂੰ ਘੱਟ ਕੀਤਾ, ਲੇਕਿਨ ਸਮਹਾਉ ਕਿ ਹਰ ਇੱਕ ਦਾ ਆਪਣਾ ਆਪਣਾ ਪੋਲੀਟੀਕਲ ਏਜੰਡਾ ਹੈ, ਸੋ ਜਿਹੜਾ ਗਰੁੱਪ ਖਾਲਿਸਤਾਨ ਆਈਡੀਓਲੋਜੀ ਦੇ ਨਾਲ ਵਾਬਸਤਾ ਹੈ ਉਹਨੂੰ ਇਹ ਚੀਜ਼ ਸੂਟ ਨਹੀਂ ਕਰਦੀ ਕਿ ਗਵਰਨਮੈਂਟ ਆਫ ਇੰਡੀਆ ਤੇ ਆਮ ਡਾਇਸਪੋਰਾ ਦਾ ਜੇਕਰ ਗੈਪ ਘਟਦਾ ਹੈ ਉਹ ਜਦ ਤੱਕ ਭਾਰਤ ਸਰਕਾਰ ਨੂੰ ਬਿਲਕੁਲ ਇੱਕ ਅਲੱਗ ਨਜ਼ਰੀਏ ਤੋਂ ਦੇਖਦੇ ਰਹਿੰਦੇ ਨੇ ਉਨੀ ਦੇਰ ਤੱਕ ਉਹਨਾਂ ਨੂੰ ਸ਼ਾਇਦ ਉਹ ਚੀਜ਼ ਸੂਟ ਕਰਦੀ ਹੈ। ਔਰ ਇਹੀ ਕਿਹਾ ਗਿਆ ਕਿ ਈਵਨ ਡੈਨਮਾਰਕ ਦੇ ਵਿੱਚ ਵੀ, ਅਮਰੀਕਾ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਵੀ ਇਹੀ ਇਸ਼ੂ ਸੀਗਾ ਔਰ ਇੰਗਲੈਂਡ ਦੀ ਗਵਰਨਮੈਂਟ ਨੇ ਸਮਹਾਉ ਗਵਰਨਮੈਂਟ ਆਫ ਇੰਡੀਆ ਨੂੰ ਇਹ ਯਕੀਨ ਦਿਵਾਇਆ ਹੈ ਕਿ ਅਸੀਂ ਇਸ ਐਲੀਮੈਂਟ, ਇਸ ਤਰ੍ਹਾਂ ਦੇ ਐਲੀਮੈਂਟ ਜੋ ਤੁਸੀਂ ਕਹਿੰਦੇ ਹੋ ਕਿ ਖਾਲਿਸਤਾਨ ਦੀ ਆਈਡੀਓਲੋਜੀ ਦੇ ਨਾਲ ਦੇ ਸਪੋਰਟਿਵ ਨੇ, ਅਸੀਂ ਉਹਨਾਂ ਦੇ ਨਾਲ ਨਹੀਂ ਖੜੇ ਔਰ ਅਸੀਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਇੱਥੋਂ ਸਪੋਰਟ ਨਹੀਂ ਦਿੰਦੇ। ਡੈਨਮਾਰਕ ਦੀ ਗਵਰਨਮੈਂਟ ਜਿਹੜੀ ਹੈ ਉਹ ਆਲਰੇਡੀ ਇਸ ਤੇ ਵਰਕ ਕਰ ਰਹੀ ਹੈ ਔਰ ਤੁਸੀਂ ਦੇਖੋ ਕਿ ਅਮਰੀਕਾ ਚੋਂ ਇਹ ਆਵਾਜ਼ਾਂ ਅੱਗੇ ਨਾਲੋਂ ਉਹਨੇ ਜ਼ੋਰ ਸ਼ੋਰ ਨਾਲ ਉੱਠਣੋਂ ਘਟ ਗਈਆਂ ਨੇ, ਲੇਕਿਨ ਉਹ ਕਹਿੰਦੇ ਕਿ ਹੁਣ ਕੈਨੇਡਾ ਵਾਸਤੇ ਨਿਹਾਇਤ ਜ਼ਰੂਰੀ ਹੈ ਕਿ ਉਹ ਵੀ ਕਿਵੇਂ ਨਾ ਕਿਵੇਂ ਇਸ ਚੀਜ਼ ਨੂੰ ਐਸਟੈਬਲਿਸ਼ ਕਰੇ ਕਲੀਅਰਲੀ ਕਿ ਗਵਰਨਮੈਂਟ ਦੇ ਲਿਹਾਜ਼ ਨਾਲ ਜਾਂ ਕਿਸੇ ਉਸ ਤਰੀਕੇ ਦੇ ਲਿਹਾਜ਼ ਨਾਲ ਇਸ ਤਰ੍ਹਾਂ ਦੀ ਕੋਈ ਸਿੰਪੈਥੈਟਿਕ ਐਟੀਟਿਊਡ ਨਹੀਂ ਹੈ। ਪਰ ਇਹਦੇ ਵਿੱਚ ਜਦੋਂ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਇੱਥੇ ਆਉਂਦੇ ਨੇ ਕੈਨੇਡਾ ਦੀ ਫੇਰੀ ਦੇ ਉੱਤੇ, ਮੈਨੂੰ ਚੇਤੇ ਹੈ ਕਿ ਉਸ ਡੈਪੂਟੇਸ਼ਨ ਦੇ ਵਿੱਚ ਡਾਕਟਰ ਰਮਾਣਾ ਵੀ ਨਾਲ ਸਨ ਉਦੋਂ ਜਦੋਂ ਸ਼ਾਮ ਦਾ ਡਿਨਰ ਸੀ। ਉੱਥੇ ਜਿਹੜੀ ਗੱਲ ਇੱਥੋਂ ਦੇ ਭਾਰਤੀ ਡਾਇਸਪੋਰਾ ਜਾਂ ਪੰਜਾਬੀ ਡਾਇਸਪੋਰਾ ਨੇ ਇਹ ਚੁੱਕੀ ਕਿ ਸਾਡੀ ਸਿੱਖਾਂ ਦੀ ਹੀ ਬਲੈਕ ਲਿਸਟ ਕਿਉਂ, ਇਹ ਗੱਲਬਾਤ ਉਸ ਵੇਲੇ ਦੇ ਪ੍ਰਧਾਨ ਮੰਤਰੀ ਨਾਲ ਹੋਈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਦੇ ਉੱਤੇ ਉਸ ਵੇਲੇ ਇੰਪਲੀਮੈਂਟੇਸ਼ਨ ਕੀਤੀ। ਜਿਹੜੇ ਇਹੋ ਜਿਹੇ ਦੂਤ ਭੇਜੇ ਜਾਂ ਇਹੋ ਜਿਹੇ ਆਫੀਸਰ ਜਿਹੜੇ ਇੱਥੇ ਕੰਮ ਕਰ ਰਹੇ ਸਨ ਉਹਨਾਂ ਨੇ ਉਸ ਬਲੈਕ ਲਿਸਟ ਨੂੰ ਕਲੀਅਰ ਕਰਨ ਦਾ ਕੰਮ ਉਦੋਂ ਹੀ ਸ਼ੁਰੂ ਕਰ ਦਿੱਤਾ ਸੀ ਔਰ ਜਿਹਦੇ ਵਿੱਚੋਂ ਤਕਰੀਬਨ ਇੱਥੇ ਕੈਨੇਡਾ ਦੇ ਵਿੱਚ ਸਭ ਤੋਂ ਵੱਡੀ ਲਿਸਟ ਬਲੈਕ ਲਿਸਟ ਕੈਨੇਡਾ ਦੀ ਸੀ, ਵੈਨਕੂਵਰ ਦੀ ਸੀ ਔਰ ਉਹ ਤਕਰੀਬਨ ਉਹ ਲਿਸਟ ਹੈ ਜਿਹੜੀ ਸਾਰੀ ਕਲੀਅਰ ਹੋ ਗਈ ਸੀ ਸਿਵਾਏ ਇੱਕ ਦੋ ਬੰਦਿਆਂ ਤੋਂ ਛੱਡ ਕੇ, ਜਿਹਦੇ ਵਿੱਚੋਂ ਜੇ ਮੈਂ ਜ਼ਿਕਰ ਕਰਾਂ ਤੇ ਜਸਪਾਲ ਸਿੰਘ ਅਟਵਾਲ ਨਾਂ ਦਾ ਜਿਹੜਾ ਇੱਥੇ ਦਾ ਬਿਜ਼ਨਸਮੈਨ ਹੈ ਉਸ ਦਾ ਵੀ ਉਸ ਬਲੈਕ ਲਿਸਟ ਦੇ ਵਿੱਚ ਨਾਮ ਸੀ। ਬਲੈਕ ਲਿਸਟ ਦੇ ਵਿੱਚੋਂ ਨਾਮ ਕੱਢਿਆ ਗਿਆ, ਨਾਮ ਕਲੀਅਰ ਹੋਇਆ। 3 ਵਾਰੀ ਉਹ ਵਿਅਕਤੀ ਭਾਰਤ ਪਹਿਲਾਂ 2 ਵਾਰੀ ਪਹਿਲਾਂ ਜਾਂਦਾ, ਕੋਈ ਕੰਟਰੋਵਰਸੀ ਨਹੀਂ, ਕੋਈ ਪ੍ਰੋਬਲਮ ਨਹੀਂ। ਤੀਸਰੇ ਵਾਰ ਜਦੋਂ ਜਸਟਨ ਟਰੂਡੋ ਦੀ ਫੇਰੀ ਵੇਲੇ ਉਹਨਾਂ ਨੂੰ 2 ਇਨਵੀਟੇਸ਼ਨ ਆਉਂਦੇ ਨੇ ਡਿਨਰ ਦੇ, ਇੱਕ ਬੰਬੇ ਦੇ ਵਿੱਚ ਹੁੰਦਾ, ਦੂਸਰਾ ਦਿੱਲੀ ਦੇ ਵਿੱਚ ਹੁੰਦਾ। ਬੰਬੇ ਵਾਲੇ ਇਨਵੀਟੇਸ਼ਨ ਦੇ ਵਿੱਚ ਉਹ ਜਾ ਕੇ ਬਕਾਇਦਾ ਸ਼ਮੂਲੀਅਤ ਕਰਦੇ ਨੇ ਔਰ ਜਸਟਨ ਟਰੂਡੋ ਦੀ ਪਤਨੀ ਦੇ ਨਾਲ ਉਹਨਾਂ ਦੀਆਂ ਤਸਵੀਰਾਂ ਨਸ਼ਰ ਹੁੰਦੀਆਂ ਨੇ। ਜਦੋਂ ਕੈਪਟਨ ਸਾਹਿਬ ਨਾਲ ਮੁਲਾਕਾਤ ਖਤਮ ਹੁੰਦੀ ਹੈ ਤੇ ਉਹ ਖਾਲਿਸਤਾਨ ਦਾ ਮੁੱਦਾ ਜਾਂ ਅੱਤਵਾਦ ਦਾ ਮੁੱਦਾ ਪ੍ਰਧਾਨ ਮੰਤਰੀ ਨਾਲ ਚੁੱਕਦੇ ਨੇ ਤੇ ਉਸ ਤੋਂ ਬਾਅਦ ਦਿੱਲੀ ਦੇ ਡਿਨਰ ਤੇ ਜਾਣ ਤੋਂ ਪਹਿਲਾਂ ਇਹ ਖਬਰ ਵੈਨਕੂਵਰ ਦੇ ਵਿੱਚ ਪਹਿਲੀ ਵਾਰੀ ਇੱਥੇ ਕੈਨੇਡੀਅਨ ਮੀਡੀਆ ਦੇ ਵਿੱਚ ਛਪਦੀ ਹੈ ਕਿ ਇਹ ਏਡਾ ਵੱਡਾ ਖਾੜਕੂ ਅੱਤਵਾਦੀ ਐਕਸਟ੍ਰੀਮਿਸਟ ਖਾਲਿਸਤਾਨੀ
ਦਿਨ ਦੇ ਵਿੱਚ ਕਿਵੇਂ ਐਂਟਰ ਹੋ ਰਿਹਾ ਦਿੱਲੀ ਦੇ ਕੁਲਦੀਪ ਸਿੰਘ ਜੀ, ਗੱਲ ਇਹ ਹੈ ਕਿ ਕਪਤਾਨ ਸਾਹਿਬ ਦੇ ਮਨ 'ਚ ਕੜੱਤਨ ਸੀ ਜੀ, ਬਿਕਾਜ਼ ਆਫ ਹਿਸ ਰਾਇਲਟੀ, ਬਿਕਾਜ਼ ਆਫ ਹਿਸ ਐਟੀਟਿਊਡ, ਯਾ ਕਿਸੇ ਵੀ ਕਾਰਨਵਸ਼ ਉਹਦੇ ਕੋਲ ਉਹਨਾਂ ਦੇ ਮਨ 'ਚ ਕੜੱਤਨ ਸੀ। ਜੀ, ਔਰ ਮੇਰਾ ਇਹ ਆਪਣਾ ਅੰਦਾਜ਼ਾ ਹੈਗਾ ਕਿ ਉਹਨਾਂ ਨੇ ਇਸ ਦੌਰੇ ਲਈ ਅਗਾਊਂ ਹੋਮਵਰਕ ਕੀਤਾ ਹੋਇਆ ਸੀਗਾ। ਸ਼ਾਇਦ ਇਹਦਾ ਇਹੀ ਕਾਰਨ ਹੈ ਕਿ ਔਨ ਲੁੱਕ ਵਰਗਾ ਜਿਹੜਾ ਉੱਥੋਂ ਦਾ ਨੈਸ਼ਨਲ ਪੱਧਰ ਦਾ ਇੱਕ ਰਸਾਲਾ ਰਸਾਲਾ ਹੈ, ਹੈ। ਉਹਦੇ ਫਰੰਟ ਦੇ ਉੱਤੇ ਉਹ ਨੈਗੇਟਿਵ ਸਟੋਰੀ ਇਹਨਾਂ ਦੇ ਆਉਣ ਤੋਂ ਪਹਿਲਾਂ ਛਪ ਚੁੱਕੀ ਸੀ ਕਿ ਸਿੰਪਥੀ ਵਾਲੀ ਪਹਿਲਾਂ ਛਪ ਚੁੱਕੀ ਸੀਗੀ। ਔਰ ਇਹ ਜਿਹੀਆਂ ਤਿਆਰੀਆਂ ਜਿਹੜੀਆਂ ਸਰਕਾਰਾਂ ਜਾਂ ਸੂਬਾ ਸਰਕਾਰਾਂ ਆਪਣੇ ਸਰੋਤਾਂ ਰਾਹੀਂ ਅਕਸਰ ਕਰਦੀਆਂ ਨੇ। ਔਰ ਮੈਂ ਜਿਹੜੀ ਇੱਥੇ ਜ਼ਿਕਰ ਕਰਦੇ ਹੁਣ ਆਪਣਾ ਕੋਲ ਬਹੁਤ ਸਾਰੇ ਪਹਿਲੂ ਨੇ ਡਿਸਕਸ ਕਰਨ ਲਈ। ਹੁਣ ਆਪਾਂ ਇਹਦਾ ਇੱਕ ਦੌਰੇ ਦਾ ਜੋ ਕੰਟਰੋਵਰਸੀ ਤੇ ਆਉਣ ਵਾਲਾ ਕੱਲ ਬਾਰੇ ਵੀ ਜ਼ਿਕਰ ਕਰਾਂਗੇ। ਲੇਕਿਨ ਉਦੋਂ ਪਹਿਲਾਂ ਮੈਂ ਦੱਸਦਾ ਤੁਹਾਨੂੰ ਕਿ ਜਿਹੜਾ ਭਾਰਤ ਦਾ ਜਿਹੜਾ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਦੋਂ ਚਾਈਨਾ 'ਚ ਗਿਆ ਤਾਂ ਇੱਥੋਂ ਦੇ ਮੇਨ ਸਟ੍ਰੀਮ ਮੀਡੀਆ ਨੇ ਆਖਿਆ ਕਿ ਸਾਨੂੰ ਚਾਈਨਾ ਦੀ ਲੋੜ ਹੈ, ਸਾਨੂੰ ਹੁਣ ਆਪਣੇ ਸਾਰੇ ਆਂਡੇ ਇੱਕ ਟੋਕਰੀ 'ਚ ਨਹੀਂ ਰੱਖਣੇ ਚਾਹੀਦੇ। ਇੱਧਰਲੇ ਪਾਸੇ ਟਰੰਪ ਸਾਹਿਬ ਦਾ ਪਤਾ ਕੋਈ ਨਹੀਂ, ਪੈਰ ਪੈਰ ਤੇ ਮੁੱਕਰਦੇ ਨੇ ਔਰ ਇਹਨਾਂ ਦੀਆਂ ਕੰਧਾਂ ਉੱਚੀਆਂ ਹੋ ਰਹੀਆਂ ਨੇ, ਨਾਫਟਾ ਦਾ ਰੌਲਾ ਪਿਆ ਹੋਇਆ। ਔਰ ਤੁਸੀਂ ਜਦੋਂ ਚਾਈਨਾ ਨੂੰ ਵਪਾਰ ਦੀ ਭਾਲ 'ਚ ਜਾਂਦੇ ਹੋ ਤਾਂ ਉੱਥੇ ਜਾ ਕੇ ਉਹਨਾਂ ਨੂੰ ਹਿਊਮਨ ਰਾਈਟਸ ਦੀ ਪੱਟੀ ਬਹੁਤੀ ਨਾ ਪੜਾਓ। ਉਹਨਾਂ ਦੇ ਆਪਣੇ ਮੁਲਕ ਦੀਆਂ ਜ਼ਮੀਨੀ ਹਕੀਕਤਾਂ ਨੇ, ਤੁਸੀਂ ਆਪਣਾ ਥੋੜਾ ਬਹੁਤਾ ਜ਼ਿਕਰ ਕਰਦੇ ਹੋ, ਲੇਕਿਨ ਇਹ ਨਾ ਕਹੋ ਕਿ ਧਰਤੀ ਨੂੰ ਕਲੀ ਕਰਾ ਦੇ ਤੇ ਨੱਚੂਗੀ ਸਾਰੀ। ਪਹਿਲਾਂ ਧਰਤੀ ਨੂੰ ਕਲੀ ਕਰਾਉਣਾ ਲਾਜ਼ਮੀ ਨਹੀਂ ਹੈ। ਇਸ ਗੱਲੋਂ ਚਾਈਨੀਜ਼ ਮੀਡੀਆ ਦੇ ਵਿੱਚ ਵੀ ਤੇ ਸਾਡੇ ਇੱਥੇ ਮੇਨਸਟ੍ਰੀਮ ਮੀਡੀਆ ਦੇ ਵਿੱਚ ਵੀ ਇਸ ਅਪਰੋਚ ਦੇ ਉੱਤੇ ਕਿੰਤੂ ਪਰੰਤੂ ਹੋਇਆ। ਇਵੇਂ ਜਿਵੇਂ ਜੇ ਕੁਝ ਸਨ ਭਾਰਤੀ ਸਰਕਾਰ ਦੇ ਤਾਂ ਉਹਨਾਂ ਨੂੰ ਅਗਾਊਂ ਉਹਨਾਂ ਦਾ ਅਹਿਸਾਸ ਟਰੂਡੋ ਸਾਹਿਬ ਨੂੰ ਤੇ ਉਹਨਾਂ ਦੇ ਸਲਾਹਕਾਰਾਂ ਨੂੰ ਹੋਣਾ ਚਾਹੀਦਾ ਸੀ ਕਿ ਉਹਨੂੰ ਬੈਂਡ ਕਿਵੇਂ ਕਰਨਾ, ਉਹਨੂੰ ਅਸੀਂ ਪੈਸੀਫਾਈ ਕਿਵੇਂ ਕਰਨਾ। ਪਰ ਮੈਂ ਜਿਵੇਂ ਪਹਿਲਾਂ ਕਿਹਾ ਕਿ ਇਹਦੇ 'ਚ ਸਿਆਸੀ ਫਾਇਦਾ ਸਾਰੀਆਂ ਧਿਰਾਂ ਦਾ ਸੀਗਾ, ਸੋ ਕਿਸੇ ਨੇ ਇਸ ਨੂੰ ਠੰਡਾ ਪਾਉਣ ਦਾ ਕੋਈ ਲੋੜ ਨਹੀਂ ਸਮਝੀ ਜੀ। ਪਰ ਇਹ ਚੀਜ਼ ਜਿਹੜੀ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਵੇਲੇ, ਇਹ ਹੁਣ ਤੋਂ ਹੀ ਨਹੀਂ ਹੈ। ਇਹ ਜਿਹੜੇ ਇਹੋ ਜਿਹੇ ਜਿਹੜੇ ਸੁਨੇਹੇ ਨੇ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਇਹ ਡਾਕਟਰ ਮਨਮੋਹਨ ਸਿੰਘ ਦੇ ਜ਼ਮਾਨੇ 'ਚ ਵੀ ਆਉਂਦੀਆਂ ਰਹੀਆਂ ਨੇ, ਲੇਕਿਨ ਤਰੀਕੇ ਸਰਕਾਰਾਂ ਦੇ ਆਪਣੇ ਆਪਣੇ ਨੇ ਔਰ ਡਿਫਰੈਂਟ ਹੋ ਸਕਦੇ ਨੇ ਕਿ ਕਿਸ ਤਰੀਕੇ ਦੇ ਨਾਲ ਉਹਨੇ ਕਿਹੜਾ ਸੁਨੇਹਾ ਕਿਸ ਸਰਕਾਰ ਤੱਕ ਪਹੁੰਚਾਉਣਾ। ਲੇਕਿਨ ਪਹਿਲਾਂ ਵੀ ਇਹ ਤਾਂ ਬਿਲਕੁਲ ਵਾਜ਼ਿਹ ਚੀਜ਼ ਹੈ ਕਿ ਪਹਿਲਾਂ ਵੀ ਭਾਰਤ ਸਰਕਾਰ ਵੱਲੋਂ, ਕਿਉਂਕਿ ਪ੍ਰਾਈਮ ਮਿਨਿਸਟਰ ਤਾਂ ਪ੍ਰਾਈਮ ਮਿਨਿਸਟਰ ਹੈ ਚਾਹੇ ਕਿਸੇ ਵੀ ਪਾਰਟੀ ਦੇ ਥਰੂ ਆਵੇ, ਲੇਕਿਨ ਉਹ ਜਿਹੜੀ ਫੋਰਨ ਪਾਲਿਸੀ ਹੈ ਜਾਂ ਜਿਹੜੀਆਂ ਉਹਦੀਆਂ ਕੰਸੀਡਰੇਸ਼ਨਸ ਨੇ ਜਾਂ ਜੋ ਵੀ ਉਹਨਾਂ ਦੀਆਂ ਤਰਜੀਹਾਂ ਨੇ ਉਹ ਕਾਫੀ ਹੱਦ ਤੱਕ ਕੁਝ ਉਹੀ ਰਹਿੰਦੀਆਂ ਨੇ ਜਿਹੜੀਆਂ ਪਹਿਲਾਂ ਹੁੰਦੀਆਂ ਨੇ, ਲੇਕਿਨ ਤਰੀਕਾ ਉਹਨੂੰ ਹੈਂਡਲ ਕਰਨ ਦਾ ਡਿਫਰੈਂਟ ਹੋ ਸਕਦਾ। ਸੋ ਇਸ ਵਾਰੀ ਉਹਨਾਂ ਨੇ ਇਹ ਉਹਨਾਂ ਨੂੰ ਥੋੜਾ ਜਿਹਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕੀਤੀ। ਲੇਕਿਨ ਜਿਸ ਤਰ੍ਹਾਂ ਤੁਸੀਂ ਖੁਦ ਹੀ ਜ਼ਿਕਰ ਕੀਤਾ ਹੈ ਕਿ ਇਹ ਸਾਰੇ ਮੁੱਦੇ ਦਾ ਆਗਾਜ਼ ਇੱਥੋਂ ਹੋਇਆ। ਜੀ ਬਿਲਕੁਲ, ਇੱਥੋਂ ਹੋਇਆ। ਇਸ ਤੋਂ ਬਾਅਦ ਫਿਰ ਇੰਡੀਅਨ ਮੀਡੀਆ ਲੈਪਟ ਅਪ ਫਿਰ ਉਹਨਾਂ ਨੇ ਉਸ ਨੂੰ ਕੀਤਾ ਔਰ ਉਹਨਾਂ ਨੂੰ ਥੋੜਾ ਜਿਹਾ ਭਾਰਤੀ ਮੀਡੀਆ ਦਾ ਇੱਕ ਆਪਣਾ ਸਟਾਈਲ ਹੈ, ਇੱਥੋਂ ਦੇ ਮੀਡੀਆ ਦਾ ਇੱਕ ਆਪਣਾ ਸਟਾਈਲ ਹੈ। ਉਹ ਸੈਂਸੇਸ਼ਨਲਾਈਜ਼ ਬਹੁਤ ਕਰਦੇ ਨੇ। ਸੋ ਮਚ ਸੋ ਤੁਸੀਂ ਦੇਖਦੇ ਹੋ ਕਿ ਪਿੱਛੇ ਸ਼੍ਰੀਦੇਵੀ ਦੀ ਮੌਤ ਹੋਈ ਤੇ ਉਹਨੂੰ ਜਿਸ ਤਰੀਕੇ ਨਾਲ ਉਹਨੇ ਸੈਂਸੇਸ਼ਨਲਾਈਜ਼ ਕੀਤਾ, ਹਾਲਾਂਕਿ ਉਹਦੇ 'ਚ ਕੁਝ ਵੀ ਨਹੀਂ ਸੀਗਾ। ਸੋ ਸੇਮ ਵੇ ਉਹਨੂੰ ਫਿਰ ਇੰਡੀਆ ਮੀਡੀਆ ਨੇ ਆਪਣੀਆਂ ਸੁਰਖੀਆਂ ਨਾਲ ਸੈਂਸੇਸ਼ਨਲਾਈਜ਼ ਕੀਤਾ। ਜੀ ਪੁਰਾਣਾ ਜ਼ਮਾਨਾ ਸੀਗਾ, ਅੱਜ ਤੋਂ ਜੇ 20 ਵਰ੍ਹੇ ਪਹਿਲਾਂ ਟਰੂਡੋ ਸਾਹਿਬ ਭਾਰਤ ਗਏ ਹੁੰਦੇ, ਆਪਾਂ ਨੂੰ 10 ਦਿਨ ਬਾਅਦ ਪਤਾ ਲੱਗਣਾ ਸੀ ਵੀ ਭਾਰਤ ਗਏ ਸੀ, ਫਲਾਣੀਆਂ ਥਾਵਾਂ ਤੇ ਉਹ ਗਏ ਸੀਗੇ, ਫਲਾਣੀਆਂ ਤਸਵੀਰਾਂ ਬਾਅਦ 10 ਦਿਨ ਬਾਅਦ ਹੋਣੀ। ਹੁਣ ਉਹ ਸਾਹ ਵੀ ਲੈਂਦੇ ਆ ਤਾਂ ਸਰੀ 'ਚ ਬੈਠਾ ਕੋਈ ਵੀ ਟੌਮ ਡਿਕ ਐਂਡ ਹੈਰੀ ਨਾਲ ਦੀ ਨਾਲ ਉਸ ਨੂੰ ਸੋਸ਼ਲ ਮੀਡੀਆ ਤੇ ਬਕਾਇਦਾ ਪੋਸਟ ਪਾਉਂਦਾ। ਪਰ ਦੂਸਰੀ ਚੀਜ਼ ਇਹ ਕਿ ਜਿਹੜੀ ਇੰਪੋਰਟੈਂਟ ਇੱਕ ਚੀਜ਼ ਜਿਹੜੀ ਮੈਨੂੰ ਥੋੜੀ ਜਿਹੀ ਮੈਂ ਸਮਝਦਾ ਕਿ ਜਿਹੜੇ ਤਰੀਕੇ ਨਾਲ ਥੋੜਾ ਜਿਹਾ ਉਹਨਾਂ ਨੂੰ ਸਟਨਲੀ ਇਹ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕੀਤੀ, ਉਹਦੇ 'ਚ ਇਹ ਸੀਗਾ ਕਿ ਪ੍ਰਾਈਮ ਮਿਨਿਸਟਰ ਮੋਦੀ ਨੇ ਯੂਜੂਅਲੀ ਮੁਲਾਕਾਤ ਕਰਨਾ ਨਾ ਕਰਨਾ ਦਾ ਪ੍ਰੋਟੋਕੋਲ ਦਾ ਇਸ਼ੂ ਹੈ ਔਰ ਉਹ ਪਹਿਲਾਂ ਤੈਅ ਹੋ ਚੁੱਕਿਆ ਹੁੰਦਾ। ਟਰੂਡੋ ਸਾਹਿਬ ਨੂੰ ਪਤਾ ਸੀ ਪ੍ਰਾਈਮ ਮਿਨਿਸਟਰ ਮੋਦੀ ਨੇ ਮੈਨੂੰ ਰਿਸੀਵ ਕਰਨ ਵਾਸਤੇ ਨਹੀਂ ਆਉਣਾ, ਸੋ ਦੈਟ ਵਾਸ ਫਾਈਨ। ਲੇਕਿਨ ਜਿਹੜਾ ਉਹਨਾਂ ਨੇ 4-5 ਦਿਨ ਟਵੀਟ ਵੀ ਨਹੀਂ ਕੀਤਾ ਉਹਨਾਂ ਨੂੰ ਵੈਲਕਮ ਉਹ ਮੈਨੂੰ ਥੋੜਾ ਜਿਹਾ ਜੈਸਚਰ ਜਿਹੜਾ ਹੈ ਉਹ ਥੋੜਾ ਜਿਹਾ ਨੂੰ ਹਾਰਸ਼ ਲੱਗਿਆ। ਹਾਸੋਹੀਣੀਆਂ ਗੱਲਾਂ ਵੀ ਕਈ ਜੁੜੀਆਂ ਨੇ ਜੀ ਸੋਸ਼ਲ ਮੀਡੀਆ ਤੇ। ਲੋਕਾਂ ਨੇ ਆਪਣੇ ਮਨ ਦੇ ਵਾਲ ਵੀ ਕੱਢੇ। ਇੱਕ ਮੈਨੂੰ ਕਿਸੇ ਵਿਅਕਤੀ ਦਾ ਸੁਨੇਹਾ ਆਇਆ, ਉਹ ਕਹਿੰਦੇ ਕਿ $1.8 ਮਿਲੀਅਨ ਖਰਚ ਕੇ ਟਰੂਡੋ ਸਾਹਿਬ ਆਪਦੇ ਨਿਆਣੇ ਨੂੰ ਹੱਥੀ ਵਿਖਾਉਣ ਗਏ ਸੀ। ਫਿਰ ਇੱਕ ਦਾ ਸੁਨੇਹਾ ਆਇਆ ਕਿ ਜੀ ਜੇ ਟਰੂਡੋ ਸਾਹਿਬ ਦੇ ਕੱਪੜੇ ਪਾਏ ਸੀ ਜਿਹੜੇ, ਹੀ ਵਾਸ ਟੂ ਇੰਡੀਅਨ ਫॉर ਇੰਡੀਅਨਸ, ਉਹ ਭਾਰਤੀ ਲੋਕਾਂ ਤੋਂ ਵੀ ਕਿਤੇ ਵੱਧ ਕੇ ਉਹ ਬਹੁਤੇ ਭਾਰਤੀ ਲੋਕਾਂ ਵਰਗੇ ਕੱਪੜੇ ਸੀਗੇ। ਕੈਨੇਡਾ ਦੇ ਪ੍ਰਧਾਨ ਮੰਤਰੀ ਤੁਹਾਨੂੰ ਪਤਾ ਜਿਹੜੇ ਕਲਚਰ ਜਾਂਦੇ ਨੇ ਉਸ ਤਰ੍ਹਾਂ ਆਪਣੇ ਆਪ ਨੂੰ। ਫਿਰ ਇੱਕ ਵਿਅਕਤੀ ਕਹਿਣ ਲੱਗਾ ਕਿ ਠੀਕ ਹੈ ਤਾਂ ਸ਼ਿੰਜੋ ਆਬੇ ਵੀ ਇਸੇ ਤਰ੍ਹਾਂ ਬਣ ਕੇ ਗਏ ਨੇ ਸਾਰੇ, ਲੇਕਿਨ ਕਹਿਣ ਤੋਂ ਭਾਵ ਹੈ ਕਿ ਜੇ ਉਹ ਭਾਰਤੀਆਂ ਵਰਗੇ ਬਣ ਕੇ ਰਹਿਣ, ਕਿਉਂਕਿ ਭਾਰਤ 'ਚ ਵੀ ਲੋਕ ਜ਼ਿਆਦਾ ਪੈਂਟ ਸ਼ਰਟਾਂ ਪਹਿਨਦੇ ਨੇ, ਇਸ ਤਰ੍ਹਾਂ ਵੈਸਟਰਨ ਕੱਪੜੇ ਪਹਿਨਦੇ ਨੇ, ਤੇ ਫਿਰ ਕੋਈ ਫਰਕ ਨਾ ਲੱਗਦਾ, ਫਿਰ ਉਹ ਸੁਨੇਹਾ ਨਹੀਂ ਸੀ ਦੇ ਸਕਦੇ। ਸੋ ਇਸ ਕਰਕੇ ਉਹਨਾਂ ਨੇ ਵੀ ਉਹੀ ਕੁੜਤਾ ਪਜਾਮਾ ਤੇ ਬਾਸਕਟ ਉਹਨਾਂ ਨੇ ਵੀ ਪਾਈ। ਹਾਂ, ਇੱਕ ਵਿਅਕਤੀ ਕਹਿੰਦਾ ਵੀ ਜੇ ਭਾਰਤੀ ਕਿਸੇ ਜਾਣੀ ਮਾਣੀ ਕੰਪਨੀ ਦੇ ਕੱਪੜੇ ਡਿਜ਼ਾਈਨ ਬਣਾਏ ਕੀਤੇ ਹੋਏ ਟਰੂਡੋ ਸਾਹਿਬ ਪਾਉਂਦੇ ਤਾਂ ਫਿਰ ਸ਼ਾਇਦ ਉਹ ਕੰਪਨੀ ਨੇ ਵੀ ਆਪਣੇ ਆਪ ਨੂੰ ਪ੍ਰਮੋਟ ਕਰਨ ਲਈ ਪੋਜ਼ਿਟਿਵ ਮੀਡੀਆ ਕਰਨਾ ਸੀ ਉਹਨਾਂ ਨੇ।
ਨਹੀਂ, ਪਰ ਇਹਨਾਂ ਦੇ ਕੱਪੜੇ ਪਤਾ ਨਹੀਂ ਕਿਹਨੇ ਸਿਉਂਤੇ ਆ ਜਾਂ ਕਿਹਨੇ ਸਲਾਹ ਦਿੱਤੀ ਕੁੱਲ ਮਿਲਾ ਕੇ ਗੱਲ ਇਹ ਹੈਗੀ ਹੈ, ਇੱਕ ਚੀਜ਼ ਜ਼ਰੂਰ ਇਹਦੇ ਚ ਆਉਂਦੀ ਹੈ ਕਿ ਥੋੜਾ ਜਿਹਾ ਇਹ PR ਮੈਨੇਜਮੈਂਟ ਦੀ ਕਮਜ਼ੋਰੀ ਜ਼ਰੂਰ ਹੈਗੀ ਹੈ, ਇਹਦੇ ਚ ਇਹ ਮੰਨਣੀ ਚਾਹੀਦੀ ਹੈ। ਔਰ ਜਿਹੜਾ ਹੁਣ ਜੇਕਰ ਉਸ ਤੋਂ ਬਾਅਦ ਦੀ ਆਪਾਂ ਗੱਲ ਕਰੀਏ ਕਿ ਉਹਨਾਂ ਦੇ ਵਾਪਸ ਆਉਣ ਤੋਂ ਬਾਅਦ ਜਿਸ ਤਰ੍ਹਾਂ ਚੀਜ਼ ਹੈਂਡਲ ਹੋ ਰਹੀ ਹੈ, ਹੁਣ ਪਾਰਲੀਮੈਂਟ ਜੋ ਕੁਝ ਹੋ ਰਿਹਾ ਉਹ ਮੇਰਾ ਖਿਆਲ ਅਗਾਂਹ ਦਾ ਜਿਹੜਾ ਰਸਤਾ ਉਹ ਪੇਵ ਕਰੇਗੀ। ਟੀਮ ਛੋਟੀ ਹੋਣੀ ਚਾਹੀਦੀ ਸੀਗੀ, 12-14 MP ਦੀ ਬਜਾਏ ਘਟਾ ਲੈਂਦੇ ਤੇ ਮੰਤਰੀ ਵੀ ਕੁਝ ਲਾਜ਼ਮੀ ਨਹੀਂ ਹੁੰਦਾ ਕਿ ਹਰੇਕ ਦੌਰੇ ਤੇ ਸਾਰੇ ਲੈ ਕੇ ਜਾਣੇ ਆ, ਪਰ ਸਾਨੂੰ ਵੀ ਚਾਹ ਸੀ ਬਣਿਆ ਹੋਇਆ ਨੂੰ ਵੀ ਚਾਹ ਸੀ ਕਿ ਆਪਣੇ ਜੰਮਣ ਭੋਏ ਤੇ ਗੇੜਾ ਕੱਢ ਕੇ ਆਉਣਾ। ਕਿਉਂਕਿ ਇਹਦੇ ਵਿੱਚ ਇਸ ਤਰ੍ਹਾਂ ਨਹੀਂ ਲੱਗਦਾ ਕਿ ਮੇਰਾ ਖਿਆਲ ਹੈ ਬੜੀ ਮਾਣ ਵਾਲੀ ਗੱਲ ਹੈ, ਫਖਰ ਵਾਲੀ ਗੱਲ ਹੈ ਕਿ ਪਹਿਲੀ ਵਾਰੀ ਦੁਨੀਆ ਦੇ ਇਤਿਹਾਸ ਦੇ ਵਿੱਚ ਪੰਜਾਬੀ ਮੂਲ ਦੇ ਖਾਸ ਕਰਕੇ ਸਿੱਖ ਭਾਈਚਾਰੇ ਚੋਂ ਜਿਹੜੇ 4 ਕੈਬਨਿਟ ਮਿਨਿਸਟਰ ਜਾ ਕੇ ਓਟਵਾ ਦੇ ਵਿੱਚ ਬਹਿੰਦੇ ਆ ਕਿ ਇਹੋ ਤਾਂ ਨਹੀਂ ਸੀ ਵੀ ਇਹ ਮੰਤਰੀ ਜਾਣ ਕਰਕੇ ਉੱਥੇ ਇੰਡੀਆ ਦੇ ਵਿੱਚ ਕਿ ਇਹ ਸਾਰੇ ਇੱਕੋ ਮੂਲ ਦੇ ਲੋਕ ਨੇ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਜਾ ਕੇ ਬੜੇ ਵਧੀਆ ਡਿਵੈਲਪ ਹੋਏ ਨੇ। ਖੁਸ਼ੀ ਹੋਣੀ ਚਾਹੀਦੀ ਸੀ ਭਾਰਤ ਨੂੰ ਬਹੁਤ ਜ਼ਿਆਦਾ, ਬਲਕਿ ਉਹਨਾਂ ਨੇ ਜਸਪਾਲ ਸਿੰਘ ਅਟਵਾਲ ਨਾਂ ਦਾ ਜ਼ਿਕਰ ਵਾਰ-ਵਾਰ ਮੈਂ ਇਸ ਕਰਕੇ ਕਰ ਰਿਹਾ ਕਿ ਜਸਪਾਲ ਸਿੰਘ ਅਟਵਾਲ ਸਾਡੇ ਇੱਥੇ ਦਾ ਰਹਿਣ ਵਾਲਾ ਵਿਅਕਤੀ ਹੈ, ਕੋਈ ਐਡਾ ਵੱਡਾ ਖਾਰਕੂ ਜਾਂ ਐਡਾ ਵੱਡਾ ਐਕਸਟ੍ਰੀਮਿਸਟ ਅੱਤਵਾਦੀ ਨਹੀਂ। ਹਾਂ 1986 ਦੇ ਵਿੱਚ 32 ਵਰੇ ਕਿਤੇ 34 ਵਰੇ ਪਹਿਲਾਂ ਕੋਈ ਇਨਸੀਡੈਂਟ ਹੋਇਆ, ਉਹਨੂੰ ਭੁੱਲ ਜਾਓ, ਪਰ ਅੱਜ ਤਾਂ ਲੋਕੀ ਬੜੇ ਪਿਆਰ ਦੇ ਨਾਲ ਸ਼ਾਂਤੀ ਨਾਲ ਰਹਿ ਕੇ ਇੱਕ ਦੂਜੇ ਮੁਲਕਾਂ ਦੇ ਨਾਲ ਸਾਂਝ ਪਾਉਣਾ ਚਾਹੁੰਦੇ ਨੇ। ਅਖੀਰ ਦੇ ਵਿੱਚ ਜਿਹੜੀ ਅੱਜ ਕੱਲ੍ਹ ਗੱਲਬਾਤ ਪਾਰਲੀਮੈਂਟ ਦੇ ਵਿੱਚ ਵੀ ਹੋ ਰਹੀ ਹੈ, ਇਹਨੂੰ ਸਾਰੀ ਗੱਲਬਾਤ ਨੂੰ ਆਪਾਂ ਸੰਭਵ ਕਰੀਏ ਕਿ ਇਸ ਸਾਰੀ ਫੇਰੀ ਤੋਂ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਭਾਰਤ ਨੇ ਆਪਸ ਦੇ ਵਿੱਚ ਕੀ ਖੱਟਿਆ। ਸਰਖਲੀਫ ਸਿੰਘ, ਇਹ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਦਾ ਕਿ ਜਦੋਂ ਵੀ ਸਾਡੇ ਭਾਈਚਾਰੇ ਦੇ ਵਿੱਚੋਂ ਕੋਈ ਵਿਅਕਤੀ ਕੋਈ ਵਿਲੱਖਣ ਪ੍ਰਾਪਤੀ ਕਰਦਾ ਕਿਤੇ ਪਹੁੰਚਦਾ ਉੱਥੇ ਜਿੰਨਾ ਮਾਣ ਕੀਤਾ ਜਾਵੇ ਥੋੜਾ ਜ਼ਰੂਰ ਕਰਨਾ ਚਾਹੀਦਾ, ਲੇਕਿਨ ਥੋੜਾ ਜਿਹਾ ਉਹਨਾਂ ਨੂੰ ਸਾਹ ਵੀ ਆਉਣ ਦੇਣਾ ਚਾਹੀਦਾ, ਥੋੜਾ ਜਿਹਾ ਇੰਨਾ ਵੀ ਜ਼ਿਆਦਾ ਉਹਨਾਂ ਤੇ ਕਾਬਜ਼ ਨਹੀਂ ਹੋ ਜਾਣਾ ਚਾਹੀਦਾ ਕਿ ਉਹਨਾਂ ਨੂੰ ਤੁਸੀਂ ਸਿਰਫ ਇੱਕ ਭਾਈਚਾਰੇ ਤੱਕ ਹੀ ਸੀਮਤ ਕਰਕੇ ਰੱਖ ਲਓ। ਉਹ ਜਦੋਂ ਜਿਹੜੇ ਸਾਡੇ ਕੈਬਨਿਟ ਮਿਨਿਸਟਰਸ ਨੇ ਉਹ ਇਸ ਵੇਲੇ ਪੂਰੇ ਕੈਨੇਡਾ ਦੇ ਕੈਬਨਿਟ, ਇਸ ਕਰਕੇ ਉਹਨਾਂ ਦਾ ਥੋੜਾ ਜਿਹਾ ਸਾਨੂੰ ਉਹਨਾਂ ਕੁ ਲਿਹਾਜ਼ ਔਰ ਉਹਨਾਂ ਕੀ ਸਪੇਸ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ, ਇਹ ਮੈਂ ਇੱਕ ਤਾਂ ਸਮਝਦਾ। ਔਰ ਦੂਸਰੀ ਚੀਜ਼ ਇਹ ਕਿ ਪ੍ਰਾਈਮ ਮਿਨਿਸਟਰ ਟਰੂਡੋ ਨੇ ਆ ਕੇ ਜਿਹੜੀ ਗੱਲ ਇੱਥੇ ਜਿਹੜੀ ਬਹੁਤ ਇੰਪੋਰਟੈਂਟ ਜਿਹੜੀ ਉਹਨੇ ਆ ਕੇ ਕਹੀ ਕਿ ਹਾਂ ਇਹ ਸਾਜ਼ਿਸ਼ ਸੀ ਉਸ ਨੁਕਸਾਨ ਪਹੁੰਚਾਉਣ ਦੀ, ਉਸ ਫੇਰੀ ਨੂੰ ਜਾਂ ਕੁਝ ਚੀਜ਼ ਦੀ, ਦੈਟ ਇਜ਼ ਅ ਵੈਰੀ ਇੰਪੋਰਟੈਂਟ ਇਸ਼ੂ, ਕਿਉਂਕਿ ਉਹਨਾਂ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਸ਼ਾਇਦ ਜਿਹੜੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਸੀ, ਉਹਨਾਂ ਨੇ ਖੁਦ ਤਾਂ ਨਹੀਂ ਕਹੀ ਲੇਕਿਨ ਉਹਨੇ ਉਸ ਗੱਲ ਦੀ ਤਾਇਦ ਕੀਤੀ ਹੈ। ਸੋ ਦੂਸਰੀ ਆਪੋਜੀਸ਼ਨ ਪਾਰਟੀ ਤੇ ਰੌਲਾ ਪਾ ਰਹੀ ਹੈ ਕਿ ਤੁਸੀਂ ਇੱਕ ਤਾਂ ਗਵਰਨਮੈਂਟ ਆਫੀਸ਼ੀਅਲ ਨੂੰ ਕਿਵੇਂ ਯੂਜ਼ ਕਰ ਰਹੇ ਹੋ ਟੂ ਕਲੀਅਰ ਯੂਰ ਪੋਲੀਟੀਕਲ ਮੈਸ। ਇੱਕ ਤਾਂ ਇਹ ਚੀਜ਼ ਹੈ ਕਿਉਂਕਿ ਇੱਕ ਕੈਨੇਡਾ ਦੇ ਅਸੀਂ ਨੋਰਮਸ ਦੇ ਮੁਤਾਬਕ ਸਮਝ ਸਕਦੇ ਹਾਂ, ਬਾਕੀ ਮੁਲਕਾਂ 'ਚ ਕਈਆਂ ਤਾਂ ਇਹ ਚੀਜ਼ ਬੜੀ ਕਾਮਨ ਹੈ, ਲੇਕਿਨ ਇੱਥੇ ਥੋੜ੍ਹੇ ਜਿਹਾ ਵੈਲਿਊ ਸਾਡੀਆਂ ਡਿਫਰੈਂਟ ਨੇ। ਇੱਕ ਤਾਂ ਇਸ ਚੀਜ਼ ਤੇ ਰੌਲਾ ਪੈ ਰਿਹਾ, ਲੇਕਿਨ ਉਹਨਾਂ ਦਾ ਕਹਿਣਾ ਉਹ ਕਹਿੰਦੇ ਕਿ ਗਵਰਨਮੈਂਟ ਆਫੀਸ਼ੀਅਲ ਜਿਹੜਾ ਜਿਹਦੀ ਰਿਸਪੌਂਸਿਬਿਲਿਟੀ ਇਹੀ ਇਹਨਾਂ ਚੀਜ਼ਾਂ ਦਾ ਪਤਾ ਲਾਉਣਾ, ਜੇ ਉਹ ਕਹਿ ਰਿਹਾ ਤਾਂ ਮੇਬੀ ਉਹ 'ਚ ਕੁਝ ਸੱਚਾਈ ਤਾਂ ਹੋਏਗੀ। ਇਹਨੂੰ ਹੋਰ ਤਰੀਕੇ ਨਾਲ ਵੀ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਮ ਮਿਨਿਸਟਰ ਟਰੂਡੋ ਡਜ਼ਨਟ ਅਫੋਰਡ ਕਿ ਉਹ ਇੱਕ ਬਹੁਤ ਜ਼ਿੰਮੇਵਾਰ ਅਹੁਦੇ ਤੇ ਬੈਠੇ ਕਿਸੇ ਬਿਊਰੋਕਰੈਟ ਨੂੰ ਝੁਠਲਾ ਸਕੇ। ਹੀ ਡਜ਼ਨਟ ਅਫੋਰਡ ਟੂ ਡੂ ਦੈਟ। ਸੋ ਉਹਨੂੰ ਇਹ ਕਹਿਣਾ ਹੀ ਪੈਣਾ ਕਿ ਉਹਨਾਂ ਦੀ ਜ਼ਿੰਮੇਵਾਰੀ ਹੈ, ਜੋ ਉਹਨਾਂ ਦਾ ਐਨਾਲਿਸਿਸ ਹੈਗਾ ਉਹ ਬਿਲਕੁਲ ਠੀਕ ਹੈ, ਮੈਂ ਉਹਨਾਂ ਨਾਲ ਖੜਾ। ਔਰ ਹੁਣ ਜਿਹੜੀ ਆਪੋਜੀਸ਼ਨ ਨੇ ਜੋ ਸਟੈਂਡ ਲਿਆ ਕਿ ਉਹ ਤੇ ਇੱਕ ਮਤਾ ਲਿਆਂਦਾ ਜਾਏਗਾ, ਉਹ ਕੀਤਾ ਜਾਏਗਾ, ਉਹ ਲਿਆਇਆ ਗਿਆ, ਉਹ ਮੇਰਾ ਖਿਆਲ ਹੈ ਬਹੁਤ, ਮੈਂ ਤਾਂ ਸਮਝਦਾ ਡਾਕਟਰ ਰਮਣਾ ਕਿ ਉਹ ਇਨ ਦ ਲੌਂਗ ਰਨ ਜੇ ਉਹ ਐਸਾ ਕੋਈ ਮਤਾ ਆਉਂਦਾ ਵੀ ਹੈ ਤੇ ਮੇਰਾ ਖਿਆਲ ਹੈ ਜਿਵੇਂ ਇੰਗਲੈਂਡ ਦਾ ਮੈਂ ਜ਼ਿਕਰ ਕਰਕੇ ਹਟਿਆ, ਸਟੇਟਸ ਦਾ ਜ਼ਿਕਰ ਕੀਤਾ ਹੈ, ਡੈਨਮਾਰਕ ਵਾਲੇ ਵੀ ਉੱਤੇ ਵਰਕ ਕਰ ਰਹੇ ਨੇ ਬਿਕੋਜ਼ ਦੈਟ ਇਜ਼ ਦ ਇਨਪੁਟ ਫਰਮ ਵੇਰੀਅਸ ਸੋਰਸਿਸ ਆਈ ਹੈਵ ਕਲੈਕਟਡ, ਕਿ ਉਹਦੇ 'ਚ ਮੈਨੂੰ ਲੱਗਦਾ ਕਿ ਜੇ ਐਸਾ ਮਤਾ ਪਾਸ ਹੋ ਵੀ ਜਾਂਦਾ ਤਾਂ ਉਸ ਮਤੇ 'ਚ ਖਰਾਬੀ ਵਾਲੀ ਤਾਂ ਕੋਈ ਗੱਲ ਨਹੀਂ ਹੈ। ਔਰ ਮੇਰਾ ਖਿਆਲ ਉਹਦੇ ਨਾਲ ਕੈਨੇਡਾ ਦਾ ਸਟੈਂਡ ਥੋੜਾ ਜਿਹਾ ਮੇਰਾ ਖਿਆਲ ਸਪਸ਼ਟ ਹੋ ਜਾਂਦਾ ਔਰ ਮੇਰਾ ਖਿਆਲ ਗਵਰਨਮੈਂਟ ਆਫ ਇੰਡੀਆ ਨੂੰ ਵੀ ਥੋੜੀ ਜਿਹੀ ਤਸੱਲੀ ਹੋ ਜਾਏਗੀ ਉਹਦੇ। ਬਿਲਕੁਲ ਜੀ, ਉਹ ਨਾਲ ਦੀ ਨਾਲ ਹੈ ਕਿ ਉਹ ਸਾਡੇ ਸਿਆਸਤਦਾਨਾਂ ਦਾ, ਸਾਡੀ ਸਿਆਸੀ ਪਾਰਟੀਆਂ ਦਾ ਕੁਝ ਐਸਾ ਜਿਹੜਾ ਝੇਪ ਵਾਲੀ ਗੱਲ ਹੈ ਜਾਂ ਕਈ ਵਾਰ ਚੁੱਪ ਰਹਿਣਾ ਵੀ ਕਿਹੜੀ ਗੁਨਾਹ ਕਰਨ ਦੇ ਬਰਾਬਰ ਹੁੰਦਾ ਹੈ। NDP ਜਿਹੜੀ ਹੈ ਉਹਦੇ ਮੁਖੀ ਵੀ ਮਾਸ਼ਾਅੱਲਾ ਬਹੁਤ ਸਾਬਤ ਸੂਰਤ ਸਿੱਖ ਨੇ, ਤਾਂ ਉਹ ਅਜੇ ਤੱਕ ਸਵਾਰ ਕੇ ਬੋਲੇ ਹੀ ਨਹੀਂ, ਉਹ ਆਪਣੇ ਨਿੱਜੀ ਪਰਿਵਾਰਕ ਸਮਾਗਮਾਂ 'ਚ ਬਹੁਤ ਮਸਰੂਫ ਨੇ। ਤਾਂ ਓਵਰਆਲ ਜਿਹੜਾ ਇਹ ਹੈਗਾ ਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਯੈਸ ਵਾਈ ਨਾਟ, ਜੇ ਮੈਂ ਵਾਇਲੈਂਸ ਨਹੀਂ ਪਸੰਦ ਕਰਦਾ, ਮੈਂ ਵਾਇਲੈਂਸ ਦੇ ਹੱਕ 'ਚ ਨਹੀਂ ਹਾਂ, ਤਾਂ ਮੈਨੂੰ ਇਹ ਕਹਿਣ 'ਚ ਕੀ ਹੱਕ ਹੈ ਕਿ ਵੀ ਕਿਸੇ ਵੀ ਕਿਸਮ ਦੇ ਟੈਰਰਿਜ਼ਮ ਦਾ ਮੈਂ ਵਿਰੋਧ ਕਰਦਾ। ਉਹ ਤਾਂ ਉਹਨਾਂ ਨੇ ਕਿਹਾ ਭਾਰਤ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਦਿੱਕਤ ਹੋਣੀ ਚਾਹੀਦੀ ਹੈ। ਇਸ ਗੱਲ ਦੀ ਤਾਇਦ ਕੀਤੀ ਹੈ ਬਕਾਇਦਾ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਅਸੀਂ ਵਾਇਲੈਂਸ ਨੂੰ ਕਦੇ ਵੀ ਪ੍ਰਮੋਟ ਨਹੀਂ ਕਰਦੇ। ਪ੍ਰੋਬੇਬਲੀ ਕੈਨੇਡੀਅਨ ਪ੍ਰਧਾਨ ਮੰਤਰੀਆਂ ਚੋਂ ਜਸਟਿਨ ਟਰੂਡੋ ਇਜ਼ ਅ ਵੈਰੀ ਫਸਟ ਪ੍ਰਾਈਮ ਮਿਨਿਸਟਰ ਜਿਨ੍ਹਾਂ ਨੇ ਠੋਕਵੇਂ ਤਰੀਕੇ ਨਾਲ ਕਿਹਾ ਕਿ ਅਸੀਂ ਕਿਸੇ ਵੀ ਕਿਸਮ ਦਾ ਅੱਤਵਾਦ ਦਾ ਅਸੀਂ ਹੱਕ 'ਚ ਨਹੀਂ ਹਾਂ
ਤੇ ਦੇਸ਼ ਨੂੰ ਅਸੀਂ ਯੂਨਾਈਟਿਡ ਇੰਡੀਆ ਦੇਖ ਕੇ ਖੁਸ਼ ਕਈ ਹਾਂ। ਚੀਜ਼ਾਂ ਵਾਸਤੇ ਫ੍ਰੀडम ਆਫ ਸਪੀਚ ਜਿਹੜਾ ਨਾ ਉਹਨੂੰ ਢਾਲ ਨਹੀਂ ਬਣਾਉਣਾ ਚਾਹੀਦਾ। ਸਾਡੇ ਕੋਲ ਫਰਾਂਸ ਦੀ ਬੜੀ ਉੱਘੀ ਐਗਜ਼ਾਮਪਲ ਹੈਗੀ ਹੈ ਜੀ। ਕਿ ਉੱਥੇ ਤੁਸੀਂ ਫ੍ਰੀडम ਆਫ ਐਕਸਪ੍ਰੈਸ਼ਨ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਕੋਈ ਬੁਰੇ ਸ਼ਬਦ ਬੋਲ ਸਕਦੇ ਹੋ। ਨਹੀਂ, ਫ੍ਰੀडम ਆਫ ਐਕਸਪ੍ਰੈਸ਼ਨ ਦਾ ਤੁਸੀਂ ਆਪਣੀ ਓਪੀਨੀਅਨ ਤੁਸੀਂ ਖੁੱਲ੍ਹੇਆਮ ਜਿਹੜੀ ਹੈ ਆਪਣੀ ਰਾਏ ਇਜ਼ਹਾਰ ਕਰ ਸਕਦੇ ਸਾਡੇ ਆਪਣੇ ਮੁਲਕ ਦੇ ਵਿੱਚ ਸੂਬਾ ਕੁਬੈਕ ਸਾਰਿਆਂ ਨੂੰ ਪਤਾ ਹੈ, ਕੁਬੈਕ ਵਾਲੇ ਅਲੱਗ ਹੋਣਾ ਚਾਹੁੰਦੇ ਆ, ਆਜ਼ਾਦੀ ਚਾਹੁੰਦੇ ਆ। ਔਰ ਦੁਨੀਆ ਬਦਲ ਗਈ ਹੈਗੀ ਆ, ਦੁਨੀਆ ਦੇ ਲੜਨ ਦੇ ਹਥਿਆਰ ਬਦਲ ਗਏ ਨੇ। ਜੇਕਰ ਮੈਂ ਭਵਿੱਖ ਦੇ ਵਿੱਚ ਦੇਖਾਂ ਕਿ ਇਹ ਸਾਰੇ ਐਪੀਸੋਡ ਤੋਂ ਲਰਨ ਕੀ ਕਰਨਾ ਚਾਹੀਦਾ ਹੈ, ਉਹ ਇਹ ਹੈ ਕਿ ਅਸੀਂ ਜੇ ਸਿਆਣੇ ਆ, ਅਸੀਂ ਦਿਨ ਰਾਤ ਪਾਣੀ ਪੀ ਪੀ ਕੇ ਭਾਰਤ ਨੂੰ ਤੇ ਭਾਰਤੀ ਸਮਾਜ ਨੂੰ ਤੇ ਸਿਆਸਤ ਨੂੰ ਕੋਸਦੇ ਆ, ਤਾਂ ਵੀ ਸ਼ੁੱਡ ਲੀਡ ਬਾਈ ਐਗਜ਼ਾਮਪਲ। ਸਾਨੂੰ ਆਪਣੇ ਆਲੇ ਦੁਆਲੇ ਦੀ ਨਜ਼ਰ ਮਾਰ ਲੈਣੀ ਚਾਹੀਦੀ ਹੈ। ਅਸੀਂ ਆਪਣੇ ਆਪ ਨੂੰ ਪਹਿਲਾਂ ਸਾਬਤ ਕਰੀਏ ਕਿ ਅਸੀਂ ਬੜੇ ਸਿਆਣੇ ਆ, ਸਾਨੂੰ ਵੇਖੋ, ਅਸੀਂ ਰੋਲ ਮਾਡਲ ਬਣੀਏ ਤੇ ਲੋੜੋਂ ਵੱਧ ਕੇ ਜਿਹੜਾ ਐਵਰੀ ਟਾਈਮ ਕਰਾਈ ਬੇਬੀ ਬਣਨ ਦਾ ਜਿਹੜਾ ਰੁਝਾਨ ਹੈਗਾ ਉਹਦਾ ਤਿਆਗ ਕਰ ਦੇਣਾ ਚਾਹੀਦਾ। ਔਰ ਜਿਸ ਸਿਆਸੀ ਨਿਜ਼ਾਮ ਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ, ਜੇ ਉਸੇ ਦੇ ਪੱਧਰ ਤੇ ਜਾ ਕੇ ਉਹਨੂੰ ਅਪੋਜ਼ ਕੀਤਾ ਜਾਏਗਾ ਤੇ ਫਿਰ ਮੈਨੂੰ ਲੱਗਦਾ ਇਟਸ ਨਾਟ ਲੀਡਿੰਗ ਬਾਈ ਐਗਜ਼ਾਮਪਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਗਹਿਰਾਈ ਦੇ ਵਿੱਚ ਜਾ ਕੇ ਜਿਹੜੀ ਜਸਟਿਨ ਟਰੂਡੋ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਗਏ ਵਫਦ ਦੀ ਫੇਰੀ ਨੂੰ ਐਨਾਲਿਸਿਸ ਕੀਤਾ ਔਰ ਬਹੁਤ ਵਧੀਆ ਤਰੀਕੇ ਨਾਲ ਉਮੀਦ ਕਰਦੇ ਹਾਂ ਕਿ ਦੋਨੋਂ ਮੁਲਕ ਆਪਸ ਦੇ ਵਿੱਚ, ਕਿਉਂਕਿ ਭਾਰਤੀ ਮੂਲ ਦੇ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਨੇ ਜਿਹੜੇ ਇਸ ਮੁਲਕ ਦੇ ਵਿੱਚ ਆ ਕੇ ਵਸੇ ਨੇ ਔਰ ਇੰਡੀਆ ਦੀ ਇਕਨੋਮੀ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਪਾਰਟ, ਸਾਡੇ ਆਰਥਿਕ ਸੰਬੰਧ ਨਹੀਂ, ਸਾਡੇ ਜਜ਼ਬਾਤੀ ਸੰਬੰਧ ਵੀ ਬਹੁਤ ਮਜ਼ਬੂਤ ਬਣੇ ਹੋਏ ਨੇ ਤੇ ਇਸ ਤਰ੍ਹਾਂ ਬਣੇ ਰਹਿਣ। ਕਾਸ਼ ਕਿ ਇਸੇ ਤਰ੍ਹਾਂ ਅਸੀਂ ਪਿਆਰ ਦੇ ਨਾਲ ਰਹਿ ਕੇ ਦੋਨੋਂ ਮੁਲਕ, ਕਿਉਂਕਿ ਕੈਨੇਡਾ ਇੱਕ ਸ਼ਾਂਤ ਮੁਲਕ ਹੈ, ਪਿਆਰ ਚਾਹੁੰਦਾ ਹੈ, ਕਦੇ ਵੀ ਲੜਾਈ ਜਿਸ ਤਰ੍ਹਾਂ ਦੇ ਬਿਲਕੁਲ ਜੀ। ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਪੰਜਾਬੀ ਪੜ੍ਹਾਈ ਜਾ ਰਹੀ ਹੈ, ਚਾਈਨੀਜ਼ ਪੜ੍ਹਾਈ ਜਾ ਰਹੀ ਹੈ। ਆਉਣ ਵਾਲਾ ਕੱਲ ਜਿਹੜਾ ਇਹਨਾਂ ਬੱਚਿਆਂ ਨੇ ਰਾਜਦੂਤ ਬਣਨਾ ਹੈ। ਸਾਡੇ ਸੂਬਿਆਂ ਨਾਲ ਸੰਬੰਧ, ਸਾਡੀਆਂ ਯੂਨੀਵਰਸਿਟੀਆਂ ਨਾਲ ਸੰਬੰਧ, ਮੁਲਕ ਨਾਲ ਸੰਬੰਧ, ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਕੱਲ 'ਚ ਹੋਰ ਪਕੇਰੇ ਹੋਣਗੇ। ਜੀ ਬਹੁਤ ਬਹੁਤ ਧੰਨਵਾਦ ਜੀ। ਉਮੀਦ ਹੈ ਕਿ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ,